ਤੁਸੀਂ ਇਸ ਫੀਲਡ ਦੇ ਵਿੱਚ ਆਏ ਔਰ ਇਹ ਉਹ ਕੰਮ ਹੈ ਜਿਹਨੂੰ ਕੋਈ ਵੀ ਅਰਫੇ ਆਮ ਚ ਲੈਂਦਾ ਕਹਿੰਦਾ ਯਾਰ ਇਹ ਬਾਜਿਆਂ ਵਾਲੇ ਨੇ, ਜਿਸ ਤਰ੍ਹਾਂ ਗਾਲੀ ਦੀ ਤਰ੍ਹਾਂ ਲਿਆ ਜਾਂਦਾ। ਤੁਸੀਂ ਆਪਣੀ ਮਿਹਨਤ ਨਾਲ ਅੱਜ ਪੂਰੀ ਦੁਨੀਆ 'ਚ ਆਪਣਾ ਲੋਹਾ ਮਨਵਾਇਆ। ਬੈਂਡ ਨੂੰ ਬ੍ਰਾਂਡ ਕਿਸ ਤਰ੍ਹਾਂ ਬਣਾਇਆ? ਇਹ ਕੰਮ ਤਾਂ ਜੀ ਬਹੁਤ ਦੇਰ ਤੋਂ ਕਰਦੇ ਆ ਰਹੇ ਸੀ ਜੀ। ਤਕਰੀਬਨ ਵਾਲ ਸਾਹਿਬ ਨੇ ਕੋਈ 20-22 ਸਾਲ ਕੰਮ ਕੀਤਾ ਹੈ ਤੇ 11ਵੀਂ ਕੀਤੀ, 12ਵੀਂ ਕੀਤੀ, 13ਵੀਂ ਕੀਤੀ, 14ਵੀਂ ਕੀਤੀ, ਲੇਕਿਨ ਜੋਬ ਨਹੀਂ ਮਿਲੀ। ਅਗਰ ਉਹ ਨਹੀਂ ਮਿਲੀ, ਅੱਜ ਉਹਦਾ ਦੁੱਖ ਉਦੋਂ ਬਹੁਤ ਜ਼ਿਆਦਾ ਸੀ। ਅੱਜ ਇਸ ਸਟੇਜ ਤੇ ਆ ਕੇ ਬੈਠੇ ਆ, ਅੱਜ ਉਹ ਦੁੱਖ ਭੁੱਲ ਗਏ, ਸਾਰੇ ਦੁੱਖ ਟੁੱਟ ਗਏ। ਸਰਦਾਰ ਸਾਹਿਬ ਸਾਡੇ ਬਾਪ ਨੇ ਜਿਹੜਾ ਪੌਦਾ ਲਾਇਆ ਸੀ ਨਾ, ਉਹਦਾ ਦਰਖਤ ਬਣਿਆ। ਅੱਜ ਸਾਨੂੰ ਸਹੀ ਮਾਇਨੇ ਦੇ ਵਿੱਚ ਨਾ ਉਸ ਦਰਖਤ ਦਾ ਫਲ ਮਿਲ ਰਿਹਾ ਵਾ। ਸਟੂਡੈਂਟ ਦੌਰ ਦੇ ਵਿੱਚ ਖੁਰਬ ਸਾਹਿਬ ਬੜੇ ਬੜੀ ਸ਼ਰਮ ਆਉਂਦੀ ਹੈ ਕਿ ਤੁਸੀਂ ਕਲਾਸ ਫੈਲੋਜ਼ ਜਾਂ ਤੁਹਾਡੇ ਦੋਸਤ ਜਿਹੜੇ ਹੋਣਗੇ, ਤੁਸੀਂ ਇੱਕ ਪਾਸੇ ਬੈਂਡ ਵਜਾ ਰਹੇ ਹੋ ਤੇ ਅਗਰ ਉਹ ਤੁਹਾਨੂੰ ਵੇਖ ਲੈਂਦੇ ਤੇ ਤੁਹਾਨੂੰ ਕੀ ਫੀਲ ਹੁੰਦਾ ਸੀ? ਇਹ ਬੜਾ ਔਖਾ ਟਾਈਮ ਕੱਢਿਆ ਹੋਇਆ ਜੀ ਸਰਦਾਰ ਸਾਹਿਬ। ਪਹਿਲੇ ਤੁਹਾਨੂੰ ਪਤਾ ਕੈਪ ਹੁੰਦਾ ਸੀ, ਉਹ ਜਦੋਂ ਕੋਈ ਇਵੈਂਟ ਤੇ ਜਾਣਾ, ਕੋਈ ਕੱਲਾ ਜਾਂ ਕੋਈ ਸਟੂਡੈਂਟ ਦੇਖ ਲੈਣਾ ਜਾਂ ਕਿਸੇ ਸਾਨੂੰ ਦੇਖ ਲੈਣਾ, ਉਹ ਭਾਈ ਦੇਖ ਲਿਆ ਵੀ ਮੈਂ ਕਿਹਾ ਯਾਰ ਦਾ ਕੰਮ ਮਰ ਗਿਆ ਬਈ, ਅੱਜ ਉਹ ਜਾਣ ਨੇ ਕਿ ਸ਼ਿਕੰਜੇ ਚ ਆ ਜਾਣੀ। ਲੋ ਜੀ ਹੁਣ ਬੈਂਡ ਵਜਾਣਾ, ਮੈਂ ਨਾ ਕੈਪ ਵਿੱਚ ਸਾਈਡ ਤੇ ਕਰਨਾ ਤੇ ਮੂੰਹ ਇੱਥੇ ਰੱਖਣਾ ਕਿ ਯਾਰ ਦੇਖ ਨਾ ਲਵੇ, ਕੋਈ ਇਨਸਲਟ ਮਹਿਸੂਸ ਨਾ ਹੋਵੇ। ਕੋਈ ਐਸਾ ਬੰਦਾ, ਕੋਈ ਐਸਾ ਦੋਸਤ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਡੇ ਬੁਰੇ ਵਕਤ ਵਿੱਚ ਤੁਹਾਡੇ ਨਾਲ ਰਿਹਾ ਤੇ ਹੁਣ ਚੰਗਾ ਟਾਈਮ ਹੁਣ ਵੀ ਤੁਹਾਡੇ ਨਾਲ ਹੋਵੇ? ਅਗਰ ਤਾਂ ਆਪਾਂ ਜੀ ਉਹ ਛਾਨਣੇ ਚ ਪਾ ਕੇ ਛਾਂਡੀ ਕਰੀਏ ਤੇ ਅਗਰ ਮੈਂ ਛਾਂਡੀ ਕਰਾਂ, ਉਹ ਫਿਰ ਇੱਕੋ ਹੀ ਬੰਦਾ ਨਿਕਲਦਾ। ਉਹ ਤਾਂ ਮੇਰਾ ਜੀ ਉਸ ਵਕਤ ਦਾ ਦੋਸਤ ਆ ਕਿ ਜਦੋਂ ਪਰੇਸ਼ਾਨੀ ਹੁੰਦੀ ਸੀ ਨਾ ਜੀ, ਤੇ ਮੈਨੂੰ ਕੋਈ ਪਰੇਸ਼ਾਨੀ ਹੋਣੀ, ਕੋਈ ਦੁੱਖ ਹੋਣਾ, ਮੈਂ ਉਸ ਬੰਦੇ ਨੂੰ ਕਹਿਣਾ। ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਅੱਜ ਤੱਕ ਨਾ ਭੁੱਲਿਆ ਹੋਵੇ? ਹੈਗੀ ਆ ਜੀ, ਬਸ ਮੈਂ ਕਹਿੰਦਾ ਨਾ ਕਰਾਂ। ਨਹੀਂ ਕਰੋ ਤਾਂ ਕਿ ਲੋਕ ਸੁਣਨ। ਘਰ ਦੀ ਛੱਤ ਪਾਉਣੀ ਸੀਗੀ, TR ਲਿਆਂਦੇ ਜਿਹੜੇ ਸੀ, ਉਹ 6 ਮਹੀਨੇ ਪੇਰੇ ਜੀ। ਗੈਲਰੀ ਪਾਵਾਂਗੇ, ਪੈਸੇ ਹੋਣਗੇ ਤੇ ਪਾਵਾਂਗੇ, ਹਾਲਾਤ ਇਹਨੇ ਮਤਲਬ ਹੋਣੇ ਤੇ ਹਾਲਾਤ ਇਹਨੇ ਟੈਟ ਹੋਣੇ। ਸਾਨੂੰ ਤਾਂ ਕੋਈ ਮੰਗਿਆ 1000 ਧਾਰਾ ਦਿੰਦਾ ਸੀ। ਉਹ ਭਾਈ ਜਦੋਂ ਕੋਈ ਬਹੁਤੀ ਪਰੇਸ਼ਾਨੀ ਹੋਣੀ ਤੇ ਉਹ ਨਾ ਇੱਕ TR ਚੱਕਣਾ, ਉਹ ਭਾਈ ਮੈਂ ਵੇਚ ਕੇ ਆਣਾ ਕਵਾੜਾ ਸਾਨੂੰ, ਉਹ ਵੇਚ ਕੇ ਆਣਾ ਆ ਕੇ ਫੇਰ ਗੁਜ਼ਾਰਾ ਕਰਨਾ। ਮੈਂ ਛੋਟੇ ਨੂੰ ਕਹਣਾ ਯਾਰ ਮੈਂ ਨਹੀਂ, ਜਿਹੜਾ ਮੈਨੂੰ ਨਾ ਸ਼ਰਮ ਆਉਂਦੀ ਹੈ, ਮੈਂ ਇੱਕ TR ਨਵਾਂ TR ਆ, ਮੈਂ ਚੱਕ ਕੇ ਕਵਾੜਾ ਖਾਨੇ ਦੇਣ ਜਾਂਦਾ ਯਾਰ। ਉਹ ਲੋ ਜੀ ਇਦਾਂ ਕਰਦੇ ਨਾ ਉਹ ਸਾਰੇ TR ਤੇ ਗਾਰਡਰਸ ਨਾ ਸੀ ਵੇਚਿਆ। ਯਾਨੀ ਅਸੀਂ ਉਸ ਵਕਤ ਚ ਲੱਗੇ ਹੋਏ ਆ। ਪੋਡਕਾਸਟ ਵਿੱਚ ਸਰਦਾਰ ਅਮੀਨ ਜਤੋਈ ਦੇ ਵਿੱਚ ਇੱਕ ਵਾਰੀ ਫਿਰ ਖੁਸ਼ਾਮਦੀਦ ਨਾਜ਼ਰੀਨ। ਅੱਜ ਦੇ ਪੰਜਾਬੀ ਪੋਡਕਾਸਟ ਦੇ ਵਿੱਚ ਅਸੀਂ ਤੁਹਾਨੂੰ ਇੱਕ ਐਸੀ ਸ਼ਖਸੀਅਤ ਨਾਲ ਮਿਲਵਾਉਣ ਲੱਗੇ ਹਾਂ ਜਿਨ੍ਹਾਂ ਨੇ ਇੱਕ ਆਪਣੇ ਕੰਮ ਨੂੰ ਇੱਕ ਬ੍ਰਾਂਡ ਦੀ ਸ਼ਕਲ ਦਿੱਤੀ ਔਰ ਆਪਣੀ ਮਿਹਨਤ ਨਾਲ ਪੂਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਮਨਵਾਇਆ। ਉਹ ਕਹਿੰਦੇ ਨੇ ਨਾ ਕਿ ਕੋਈ ਵੀ ਕੰਮ ਜਿਹੜਾ ਉਹ ਛੋਟਾ ਵੱਡਾ ਨਹੀਂ ਹੁੰਦਾ, ਇਨਸਾਨ ਦੀ ਸਿਰਫ ਸੋਚ ਜਿਹੜੀ ਹੈ ਉਹੀ ਛੋਟੀ ਵੱਡੀ ਹੁੰਦੀ ਹੈ। ਔਰ ਬੜੇ ਮੈਂ ਲੋਕਾਂ ਨੂੰ ਦੇਖਿਆ ਕਿ ਜਿਨ੍ਹਾਂ ਨੇ ਬਿਲਕੁਲ ਗ੍ਰਾਸ ਰੂਟ ਲੈਵਲ ਤੋਂ ਆਪਣੇ ਕੰਮ ਦਾ ਆਗਾਜ਼ ਕੀਤਾ, ਅੱਜ ਉਹ ਦੁਨੀਆ ਦੇ ਉੱਤੇ ਰਾਜ ਕਰ ਰਹੇ ਨੇ। ਔਰ ਇਹ ਸਾਡੇ ਫੈਸਲਾਬਾਦ ਦਾ ਬਹੁਤ ਵੱਡਾ ਨਾਮ ਮਾਨ ਨੇ, ਸਾਡੇ ਫੈਸਲਾਬਾਦ ਦਾ ਪ੍ਰਾਊਡ ਨੇ, ਕਿਉਂਕਿ ਉਹਨਾਂ ਨੇ ਫੈਸਲਾਬਾਦ ਦਾ ਨਾਮ ਪੂਰੀ ਦੁਨੀਆ ਨੂੰ ਦੱਸਿਆ ਔਰ ਦੱਸਿਆ ਕਿ ਆਪਣੀ ਇੰਡਸਟਰੀ ਦੇ ਵਿੱਚ ਕਿਸ ਤਰ੍ਹਾਂ ਲੋਹਾ ਮਨਵਾਇਆ ਜਾਂਦਾ ਔਰ ਕਿਸ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ। ਇਹਨਾਂ ਨੇ ਕੰਮ ਨੂੰ ਇੱਕ ਨਵੀਂ ਸ਼ਕਲ ਦਿੱਤੀ, ਇੱਕ ਜਿੱਦਤ ਦੇ ਨਾਲ ਕੰਮ ਨੂੰ ਲੈ ਕੇ ਆਏ। ਮੈਂ ਤੁਹਾਨੂੰ ਮਿਲਵਾਵਾਂਗਾ ਇਸ ਪੋਡਕਾਸਟ ਦੇ ਵਿੱਚ ਅੰਸਾਰੀ ਪਾਈਪ ਬੈਂਡ ਤੇ ਖੁਰਮ ਅੰਸਾਰੀ ਨਾਲ, ਔਰ ਉਹਨਾਂ ਦੀ ਸਕਸੈਸ ਸਟੋਰੀ ਦੱਸਾਂਗਾ ਤੁਹਾਨੂੰ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਮਿਹਨਤ ਕੀਤੀ, ਕਿਸ ਤਰ੍ਹਾਂ ਧੱਕੇ ਖਾਧੇ, ਕਿਸ ਤਰੀਕੇ ਨਾਲ ਅੱਜ ਇੱਕ ਬੈਂਡ ਨੂੰ ਬ੍ਰਾਂਡ ਦੀ ਸ਼ਕਲ ਦਿੱਤੀ। ਖੁਰਮ ਅੰਸਾਰੀ ਸਾਹਿਬ, ਵੈਲਕਮ ਟੂ ਦ ਸ਼ੋ। ਉਮੀਦ ਕਰਦਾ ਤੁਹਾਡੀ ਤਬੀਅਤ ਸੈੱਟ ਹੋਏਗੀ ਜੀ। ਅਲਹਮਦੁਲਿਲਾ ਜੀ। ਅੱਛਾ, ਸਭ ਤੋਂ ਪਹਿਲੇ ਮੈਂ ਤੁਹਾਡੇ ਕੋਲ ਸਿਰਫ ਇਹ ਗੱਲ ਪੁੱਛਾਂਗਾ ਕਿ ਇਹ ਕਿਹੜੀ ਚੀਜ਼ ਸੀ ਐਸੀ, ਕਿਹੜੀ ਐਸੀ ਦੁਆ ਸੀ ਕਿ ਤੁਸੀਂ ਇਸ ਫੀਲਡ ਦੇ ਵਿੱਚ ਆਏ ਔਰ ਇਹ ਉਹ ਕੰਮ ਹੈ ਜਿਹਨੂੰ ਕੋਈ ਵੀ ਅਰਫੇ ਆਮ ਚ ਲੈਂਦਾ ਕਹਿੰਦਾ ਯਾਰ ਇਹ ਬਾਜਿਆਂ ਵਾਲੇ ਨੇ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਇੱਕ ਬਿਲਕੁਲ ਇੱਕ ਜਿਸ ਤਰ੍ਹਾਂ ਗਾਲੀ ਦੀ ਤਰ੍ਹਾਂ ਲਿਆ ਜਾਂਦਾ। ਹਾਂਜੀ, ਲੇਕਿਨ ਤੁਸੀਂ ਇਸ ਕੰਮ ਨੂੰ ਇੱਕ ਬ੍ਰਾਂਡ ਬਣਾਇਆ ਔਰ ਪੂਰੀ ਦੁਨੀਆ ਦੇ ਵਿੱਚ ਆਪਣਾ ਕਿਸਮ ਦਾ ਸਿੱਕਾ ਜਿਹੜਾ ਸੀ ਉਹ ਜਮਾਇਆ ਔਰ ਦੁਨੀਆ ਨੂੰ ਦੱਸਿਆ ਕਿ ਵਾਕਈ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ, ਇਨਸਾਨ ਦੀ ਸੋਚ ਛੋਟੀ ਵੱਡੀ ਹੁੰਦੀ ਹੈ। ਇਨਸਾਨ ਕਹਿੰਦੇ ਨਾ ਕਿ ਜਿਸ ਤਰ੍ਹਾਂ ਦਾ ਸੋਚਦਾ ਹੈ ਉਸ ਤਰ੍ਹਾਂ ਦਾ ਹੋ ਜਾਂਦਾ ਹੈ। ਤੁਸੀਂ ਆਪਣੀ ਮਿਹਨਤ ਨਾਲ ਅੱਜ ਪੂਰੀ ਦੁਨੀਆ 'ਚ ਆਪਣਾ ਲੋਹਾ ਮਨਵਾਇਆ। ਕਿ ਕਿਸ ਤਰ੍ਹਾਂ ਬੈਂਡ ਨੂੰ ਬ੍ਰਾਂਡ ਕਿਸ ਤਰ੍ਹਾਂ ਬਣਾਇਆ? ਜੀ ਸਭ ਤੋਂ ਪਹਿਲੇ ਬਹੁਤ ਸ਼ੁਕਰੀਆ ਜੀ ਤੁਸੀਂ ਤੁਹਾਡੀ ਟੀਮ ਦਾ। ਤੇ ਰਹੀ ਗੱਲ ਜੀ ਲੋਹਾ ਮਨਵਾਉਣ ਦੀ, ਤੇ ਇਹ ਕੰਮ ਤਾਂ ਜੀ ਬਹੁਤ ਦੇਰ ਤੋਂ ਕਰਦੇ ਆ ਰਹੇ ਸੀ ਜੀ। ਤਕਰੀਬਨ ਵਾਲ ਸਾਹਿਬ ਨੇ ਕੋਈ 20-22 ਸਾਲ ਕੰਮ ਕੀਤਾ ਹੈ ਤੇ ਅਸੀਂ ਦੋ ਭਰਾ ਜਦੋਂ ਉੱਠੇ ਆ ਤੇ ਉਹ ਪਹਿਲੇ ਇੰਟਰਵਿਊ ਦੇ ਵਿੱਚ ਵੀ ਗੱਲਾਂ ਹੋਈਆਂ ਨਾ ਕਿ ਨੌਕਰੀ ਜੋਬ, ਕਿਉਂਕਿ ਜਦੋਂ ਸਟੂਡੈਂਟ ਪੜ੍ਹਦਾ ਨਾ 10ਵੀਂ ਦੇ ਪੇਪਰ ਦੇ ਕੇ ਜਦੋਂ ਪਾਸ ਹੁੰਦਾ, ਫਸਟ ਈਅਰ 'ਚ ਦਾਖਲਾ ਲੈਂਦਾ, ਫਿਰ ਉਹਦੀ ਇੱਕ ਉਮੀਦ, ਇੱਕ ਕਿਰਨ ਜਾਗਦੀ ਆ ਕਿ ਯਾਰ ਮੈਂ ਹੁਣ 11ਵੀਂ 'ਚ ਲੱਗ ਗਿਆ ਵਾਂ ਤੇ ਮੈਂ ਹੁਣ ਕਿਤੇ ਨੌਕਰੀ ਕਰਾਂਗਾ, ਮੇਰੇ ਕੋਈ ਘਰ ਦੇ ਹਾਲਾਤ ਬਦਲਣਗੇ। ਠੀਕ ਹੋ ਗਿਆ। ਤੇ ਉਹ ਖੁਆਇਸ਼ਾਂ ਸਾਡੇ 'ਚ ਵੀ ਜਾਗੀਆਂ ਸੀਗੀਆਂ
ਤੇ 11ਵੀਂ ਕੀਤੀ, 12ਵੀਂ ਕੀਤੀ, 13ਵੀਂ ਕੀਤੀ, 14ਵੀਂ ਕੀਤੀ, ਲੇਕਿਨ ਜੋਬ ਨਹੀਂ ਮਿਲੇ। ਤੇ ਲੇਕਿਨ ਅਲਹਮਦੁਲਿਲਾ, ਅੱਲਾ ਦਾ ਕਰੋੜਾਂ ਸ਼ੁਕਰ ਆ, ਅੱਜ ਇਸ ਸਟੇਜ ਦੇ ਉੱਪਰ ਨਾ ਮਿਹਨਤ ਕਰਕੇ ਕਿ ਅਗਰ ਉਹ ਨਹੀਂ ਮਿਲੀ, ਅੱਜ ਉਹਦਾ ਦੁੱਖ ਉਦੋਂ ਬਹੁਤ ਜ਼ਿਆਦਾ ਸੀ, ਅੱਜ ਇਸ ਸਟੇਜ ਤੇ ਆ ਕੇ ਬੈਠੇ ਆ, ਅੱਜ ਉਹ ਦੁੱਖ ਭੁੱਲ ਗਏ, ਸਾਰੇ ਦੁੱਖ ਟੁੱਟ ਗਏ। ਤੇ ਸਪੈਸ਼ਲੀ ਜੀ ਵਾਲਿਦੈਨ ਦੀਆਂ ਦੁਆਵਾਂ। ਦੇਖੋ ਸਟਰਗਲ ਤਾਂ 18 ਸਾਲ ਸਾਡੇ ਬਾਪ ਨੇ ਕੀਤੀ ਹੈ ਨਾ, ਸਾਨੂੰ ਤਾਂ ਉਦੋਂ ਪਤਾ ਹੀ ਨਹੀਂ ਹੈ ਸੀ, ਬਸ ਇਹ ਪਤਾ ਹੁੰਦਾ ਸੀ ਜਦੋਂ ਚੀਜ਼ ਲੈਣੀ ਆਪਣੇ ਪਿਓ ਨੂੰ ਕਹਿਣਾ, ਜਦੋਂ ਚੀਜ਼ ਖਾਣੀ ਆ ਘਰ ਮਾਂ ਨੂੰ ਕਹਿਣਾ, ਤੇ ਸਕੂਲ ਚਲੇ ਗਏ, ਘਰ ਆ ਗਏ ਬਸ। ਤੇ ਦੇਖੋ ਸਾਡੇ ਬਾਪ ਨੇ ਜੀ ਬੜੀ ਮਿਹਨਤ ਕੀਤੀ ਆ, ਅੱਲਾਹ ਪਾਕ ਉਹਨੇ ਤੰਦਰੁਸਤ ਰੱਖੇ ਜੀ। ਉਹਨਾਂ ਨੇ ਜਿਹੜਾ ਜੀ ਦਰਖਤ ਪੌਦਾ ਲਾਇਆ ਸੀ ਨਾ, ਜਿਹੜਾ ਸਰਦਾਰ ਸਾਹਿਬ ਸਾਡੇ ਬਾਪ ਨੇ ਜਿਹੜਾ ਪੌਦਾ ਲਾਇਆ ਸੀ ਨਾ, ਉਹ ਪੌਦਾ ਬੜਾ ਹੋਇਆ, ਉਹਦਾ ਦਰਖਤ ਬਣਿਆ। ਅੱਜ ਸਾਨੂੰ ਸਹੀ ਮਾਇਨੇ ਦੇ ਵਿੱਚ ਨਾ, ਅੱਜ ਸਾਨੂੰ ਉਸ ਦਰਖਤ ਦਾ ਫਲ ਮਿਲ ਰਿਹਾ ਵਾ। ਜਿਹੜੀ ਇੰਨੇ ਸਾਲ ਤੁਹਾਡੇ ਸਾਡੇ ਹਾਂਜੀ ਬਾਪ ਨੇ ਮਿਹਨਤ ਕੀਤੀ, ਉਹ ਪੌਦਾ ਅੱਜ ਬੜਾ ਹੋ ਗਿਆ ਸੀ, ਉਹਦਾ ਅੱਜ ਸਾਨੂੰ ਫਲ ਮਿਲ ਰਿਹਾ ਵਾ। ਅਸੀਂ ਅੱਜ ਭਰਾ ਉਹਦਾ ਫਲ ਖਾ ਰਹੇ ਹਾਂ ਬੈਠੇ। ਅੱਛਾ, ਇਹ ਕਹਿੰਦੇ ਨੇ ਕਿ ਤੁਸੀਂ ਸੋਸ਼ਲ ਮੀਡੀਆ ਦਾ ਬੜਾ ਬਿਹਤਰ ਤਰੀਕੇ ਨਾਲ ਇਸਤੇਮਾਲ ਕੀਤਾ, ਔਰ ਸੋਸ਼ਲ ਮੀਡੀਆ ਨੇ ਟ੍ਰਿਕ ਬਣਾਉਂਦੇ ਹੋਏ ਇਸ ਨੂੰ ਇੱਕ ਕਿਸਮ ਦਾ ਜਿਹੜਾ ਬ੍ਰਾਂਡ ਬਣਾਇਆ। ਕਿਆ ਵਾਕਈ ਸੋਸ਼ਲ ਮੀਡੀਆ ਨੇ ਤੁਹਾਡੀ ਇਸ ਕਾਮਯਾਬੀ ਦੇ ਵਿੱਚ ਆਪਣਾ ਉਹਦਾ ਕਿਰਦਾਰ ਹੈ ਜਾਂ? ਹਾਂਜੀ ਬਿਲਕੁਲ ਜੀ, ਸੋਸ਼ਲ ਦਾ ਬੜਾ ਕਿਰਦਾਰ ਆ। ਜਿੰਨੇ ਸਾਡੇ ਸੋਸ਼ਲ ਦੇ ਭਰਾ ਬੈਠੇ ਨੇ, ਮੈਂ ਸਭ ਤੋਂ ਪਹਿਲੇ ਤਾਂ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਾਂਗਾ। ਸਪੈਸ਼ਲੀ ਤੁਹਾਨੂੰ ਪਤਾ ਜੀ, ਦੁਨੀਆ ਦੇ ਵਿੱਚ ਨਾ ਦੋ ਰਾਸਤੇ ਹੁੰਦੇ ਨੇ, ਇੱਕ ਨੈਗੇਟਿਵ ਚਲਾ ਜਾਂਦਾ, ਇੱਕ ਪੋਜ਼ਿਟਿਵ ਚਲਾ ਜਾਂਦਾ। ਲੇਕਿਨ ਮੈਂ ਸ਼ੁਕਰੀਆ ਦਾ ਉਹਨਾਂ ਦਾ ਕਰਾਂਗਾ ਪੋਜ਼ਿਟਿਵ ਵਾਲਿਆਂ ਦਾ, 50% ਮੈਂ ਨੈਗੇਟਿਵ ਵਾਲਿਆਂ ਦਾ ਵੀ ਕਰਾਂਗਾ, ਕਿਉਂਕਿ ਉਹਨਾਂ ਦਾ ਕਿਰਦਾਰ ਵੀ ਬੜਾ ਜ਼ਰੂਰੀ ਹੈ ਸਾਡੇ ਲਾਈਫ। ਅਗਰ ਉਹ ਲੋਕ ਨਾ ਹੁੰਦੇ, ਅਸੀਂ ਅੱਜ ਇੱਥੇ ਨਾ ਬੈਠੇ ਹੁੰਦੇ। ਤੇ ਜਿੰਨੇ ਸੋਸ਼ਲ ਤੇ ਭਰਾ ਬਾਹਰ ਬੈਠੇ ਨੇ, ਸਾਨੂੰ ਸਪੈਸ਼ਲੀ ਓਵਰਸੀਜ਼ ਪਾਕਿਸਤਾਨੀ, ਆ ਜਿੰਨੇ ਮੰਡੀ ਦੇ ਹੋ ਗਏ, ਲਾਹੌਰ ਦੇ ਹੋ ਗਏ, ਸਿਆਲਕੋਟ ਦੇ ਹੋ ਗਏ, ਜਿਹੜੇ ਅੱਛੇ ਲੋਕ ਨੇ, ਬਿਜ਼ਨਸਮੈਨ ਲੋਕ ਨੇ, ਜਿਹੜੇ ਲੋਕ ਇੱਜ਼ਤ ਬਿਸਤੀ ਨੂੰ ਜਾਂ ਮਿਹਨਤ ਕਰਨ ਵਾਲੇ ਨੂੰ ਜਿਹੜੇ ਮਤਲਬ ਅਪਰੋਚ ਦਿੰਦੇ ਨਾ, ਉਹ ਲੋਕਾਂ ਦਾ ਸਾਡੇ ਲਾਈਫ ਦੇ ਵਿੱਚ ਬੜਾ ਅੱਛਾ ਕਿਰਦਾਰ। ਮੈਂ ਖੁਰਮ ਸਾਹਿਬ ਆਪਣੇ ਹਮੇਸ਼ਾ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜ਼ਰੂਰ ਬੁਲਾਉਣਾ ਵਾ ਜਿਨ੍ਹਾਂ ਨੇ ਨਾ ਜ਼ੀਰੋ ਤੋਂ ਸਟਾਰਟ ਕੀਤਾ, ਸਟਰਗਲ ਕੀਤੀ ਲਾਈਫ ਦੇ ਵਿੱਚ, ਇੱਕ ਕਿਸਮ ਦਾ ਲਾਈਫ ਦਾ ਸਾਹਮਣਾ ਕੀਤਾ, ਜੰਗ ਕੀਤੀ, ਜੰਗ ਕਰਕੇ ਫਿਰ ਅੱਗੇ ਆਏ। ਮੈਂ ਇਹੋ ਜਿਹੇ ਲੋਕਾਂ ਨੂੰ ਬਹੁਤ ਪਸੰਦ ਕਰਦਾ, ਔਰ ਮੈਂ ਕੋਸ਼ਿਸ਼ ਕਰਨਾ ਕਿ ਲੋਕਾਂ ਨੂੰ ਉਹਨਾਂ ਦੀ ਜਿਹੜੀ ਸਟੋਰੀ ਹੈ ਨਾ ਉਹ ਦੱਸਾਂ, ਤਾਂ ਕਿ ਲੋਕ ਉਸ ਤੋਂ ਮੋਟੀਵੇਸ਼ਨ ਲੈਣ। ਕਿ ਮੈਂ ਫਿਰ ਕਹਾਂਗਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਇਨਸਾਨ ਦੀ ਸਿਰਫ ਸੋਚ ਹੁੰਦੀ ਹੈ। ਬਿਲਕੁਲ। ਅੱਛਾ, ਇਹ ਤੁਸੀਂ ਇੱਕ ਬਿਲਕੁਲ ਨਾਰਮਲ ਜਿਹਾ 1.5 ਮਰਲੇ ਦਾ ਘਰ ਸੀ ਜਿਹੜਾ ਮੈਨੂੰ ਬਿਲਕੁਲ ਇਨਫੋਰਮੇਸ਼ਨ ਹੈ, ਉਹਦੇ ਵਿੱਚ ਤੁਸੀਂ ਸਾਰੀ ਉਮਰ ਗੁਜ਼ਾਰ ਦਿੱਤੀ, ਔਰ ਇਹ ਕੀ ਖਾਬ ਉਹਦੇ ਵਿੱਚ ਰਹਿ ਕੇ ਬੁਣਦੇ ਰਹੇ, ਕੀ ਐਸੀ ਸੋਚ ਸੀ, ਕਿਹੜੀ ਐਸੀ ਗੱਲ ਸੀ ਜਿਹੜੀ ਤੁਹਾਨੂੰ ਇੱਕ ਨਾ ਅੱਗ ਦੀ ਤਰ੍ਹਾਂ ਤੁਹਾਡੇ ਪਿੱਛੇ ਰਹੀ, ਔਰ ਤੁਸੀਂ ਫਿਰ ਸੋਚਿਆ ਕਿ ਨਹੀਂ ਯਾਰ, ਅਸੀਂ ਕਿਹੜੀ ਦੁਆ ਸੀ, ਅਸੀਂ ਕਿਹੜੀ ਗੱਲ ਸੀ, ਐਸੀ ਕਿਹੜੀ ਮੋਟੀਵੇਸ਼ਨ ਸੀ? ਮੋਟੀਵੇਸ਼ਨ ਜੀ ਇਹੀ ਸੀ, ਤਾਂ ਤੁਸੀਂ ਗੱਲ ਕੀਤੀ ਸਾਡੇ ਪਲਾਟ ਦੀ, ਕਈ ਭਰਾਵਾਂ ਨੂੰ ਪਤਾ ਨਹੀਂ ਹੋਊਗਾ ਕਿ ਅਸੀਂ ਮਤਲਬ 1.5 ਪੌਣੇ 2 ਮਰਲੇ ਪਲਾਟ ਵਿੱਚ ਰਹਿੰਦੇ ਸੀ। ਤੇ ਮੈਂ ਸ਼ਾਇਦ ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ, ਮੈਂ ਇਹਦੇ ਵਿੱਚ ਲੱਗਿਆ ਸੀ ਐਗਰੀਕਲਚਰ ਯੂਨੀਵਰਸਿਟੀ ਨਹੀਂ, ਵੌਇਸ ਕੈਂਪ ਵਿੱਚ ਮੈਂ ਐਜ਼ ਏ ਬੈਂਡ ਇੰਸਟ੍ਰਕਟਰ ਲੱਗ ਗਿਆ ਸੀ। ਤੇ ਲੇਕਿਨ ਗੱਲ ਫਿਰ ਉਹੀ ਆ ਗਈ ਨਾ, ਖਾਬ ਬੜੇ ਵੱਡੇ ਸੀਗੇ। ਯਾਨੀ ਨਾ ਜਦੋਂ ਮਹੀਨਾ ਆਣਾ, ਉਹ ਪੈਸੇ ਹੱਥ ਵਿੱਚ ਆਣੇ, ਉਹ ਪੈਸੇ ਆਣੇ, ਉਹ ਕਰਿਆਨੇ ਵਾਲੇ ਨੂੰ ਚਲੇ ਗਏ, ਦੁੱਧ ਵਾਲੇ ਨੂੰ ਚਲੇ ਗਏ, ਕੋਲ ਕੁਛ ਨਹੀਂ ਰਿਹਾ। ਉਹ ਫਿਰ ਸਰਵਾਈਵ ਕਰਨਾ ਮੁਸ਼ਕਲ ਹੁੰਦਾ ਸੀ। ਜਦੋਂ ਬੈਂਡ ਵਜਾਈਦਾ ਸੀ ਜਾ ਕੇ, ਉਹ ਦੇਖਣਾ, ਕਿਸੇ ਨੂੰ ਦੇਖਣਾ, ਪਾਇਆ ਦੇਖਣਾ, ਉਹਦੇ ਚੰਗੀ ਜੁੱਤੀ ਪਾਈ ਦੇਖਣੀ, ਪੈਂਟ ਕੋਟ ਪਾਇਆ ਦੇਖਣਾ, ਅੱਛੇ ਕੱਪੜੇ ਪਾਏ ਦੇਖਣੇ, ਫਿਰ ਸੋਚਣ ਲੱਗਣਾ ਕਿ ਯਾਰ ਇਹ ਚੀਜ਼ਾਂ ਮੇਰੇ ਖਿਆਲ ਨਾਲ ਸਾਡੇ ਵਾਸਤੇ ਨਹੀਂ ਹੈ, ਕਿ ਇਹ ਚੀਜ਼ਾਂ ਸਾਡੀ ਲਾਈਫ 'ਚ ਨਹੀਂ ਆ ਸਕਦੀਆਂ। ਫਿਰ ਸੋਚਣਾ ਯਾਰ ਆ ਸਕਦੀਆਂ, ਅਗਰ ਅਸੀਂ ਲਿਆ ਸਕਦੇ, ਮਿਹਨਤ ਆ ਨਾ। ਯਾਨੀ ਅਸੀਂ ਨਾ ਉਦੋਂ ਆਪਣੇ ਖੁਆਬ ਵੱਡੇ ਕਰਨੇ ਸ਼ੁਰੂ ਕਰਤੇ ਸੀ, ਯਾਰ ਇਹ ਸਾਰਾ ਕੁਝ ਹੋ ਸਕਦਾ ਵਾ, ਅਗਰ ਉਹ ਬੰਦਾ ਇਹ ਚੀਜ਼ ਕਰ ਸਕਦਾ ਨਾ। ਦੇਖੋ ਨਾ, ਤੁਸੀਂ ਬੈਠੇ ਹੋ, ਤੁਹਾਡੇ ਵੀ 10 ਉਂਗਲਾਂ, 2 ਹੱਥ ਆ, ਮੈਂ ਬੈਠਾ, ਮੇਰੇ ਵੀ 2 ਹੱਥ ਆ, 10 ਉਂਗਲਾਂ। ਕੋਈ ਬਿਜ਼ਨਸਮੈਨ ਲਗਾ ਲਓ, ਕੋਈ ਬੰਦੇ ਲਗਾ ਲਓ, ਕੱਡੇ ਲੋਕ ਬੈਠੇ ਨੇ, ਬੜੇ ਬਿਜ਼ਨਸਮੈਨ ਬੈਠੇ, ਉਹ 2 ਲੱਤਾਂ 2 ਹੀ ਹੱਥ ਨੇ। ਅਗਰ ਉਹ ਲੋਕ ਕਰ ਸਕਦੇ ਆ, ਇੱਕ ਜ਼ਮੀਨ ਤੋਂ ਉੱਠਣ ਵਾਲਾ ਬੰਦਾ ਕਿਉਂ ਨਹੀਂ ਕਰ ਸਕਦਾ? ਉਹ ਵੀ ਕਰ ਸਕਦਾ ਵਾ, ਲੇਕਿਨ ਉਹਦੇ ਵਿੱਚ ਜਜ਼ਬਾ, ਉਹਦੇ ਵਿੱਚ ਮਿਹਨਤ ਜ਼ਰੂਰ ਹੋਣੀ ਚਾਹੀਦੀ। ਕਿ ਸਟੂਡੈਂਟ ਦੌਰ ਦੇ ਵਿੱਚ ਖੁਰਮ ਸਾਹਿਬ ਬੜੇ ਬੰਦੇ ਨੂੰ ਸ਼ਰਮ ਆਉਂਦੀ ਹੈ ਕਿ ਤੁਸੀਂ ਕਲਾਸ ਫੈਲੋਜ਼ ਜਾਂ ਤੁਹਾਡੇ ਦੋਸਤ ਜਿਹੜੇ ਹੋਣਗੇ, ਤੁਸੀਂ ਇੱਕ ਪਾਸੇ ਬੈਂਡ ਵਜਾ ਰਹੇ ਹੋ ਸ਼ਾਦੀਆਂ ਤੇ ਜਾਂ ਕਿਸੇ ਵੀ ਐਸੀ ਤਕਰੀਬ ਦੇ ਉੱਤੇ, ਤੇ ਅਗਰ ਉਹ ਤੁਹਾਨੂੰ ਵੇਖ ਲੈਂਦੇ ਤੇ ਤੁਹਾਨੂੰ ਕੀ ਫੀਲ ਹੁੰਦਾ ਸੀ? ਇਹ ਬੜਾ ਔਖਾ ਟਾਈਮ ਕੱਢਿਆ ਹੋਇਆ ਜੀ ਸਰਦਾਰ ਸਾਹਿਬ, ਇਹਦੇ ਪਿੱਛੇ ਬੜੀਆਂ ਕਹਾਣੀਆਂ ਨੇ। ਮੈਂ ਨਾ ਹੁਣ ਤਾਂ ਪਗੜੀਆਂ ਛਕੜੀਆਂ ਆਈਆਂ ਨਾ, ਇਹ ਲੈ ਰਹੇ। ਪਹਿਲੇ ਤੁਹਾਨੂੰ ਪਤਾ ਕੈਪ ਹੁੰਦਾ ਸੀ, ਟੋਪੀ ਕਹਿ ਲਓ ਜਾਂ ਕੈਪ ਕਹਿ ਲਓ,
ਉਹ ਜਦੋਂ ਕੋਈ ਇਵੈਂਟ ਤੇ ਜਾਣਾ, ਕੋਈ ਤਲਕ ਵਾਲਾ ਜਾਂ ਕੋਈ ਸਟੂਡੈਂਟ ਦੇਖ ਲੈਣਾ ਜਾਂ ਕਿਸੇ ਸਰ ਨੂੰ ਦੇਖ ਲੈਣਾ, ਉਹ ਭਾਈ ਦੇਖ ਲਿਆ ਵੀ ਮੈਂ ਕਿਹਾ ਯਾਰ ਇਹਦਾ ਕੰਮ ਮਰ ਗਿਆ ਬਈ ਅੱਜ, ਉਹ ਜਾਣ ਨੇ ਕਿ ਸ਼ਿਕੰਜੇ ਚ ਆ ਜਾਣੀ। ਅੱਛਾ ਲੋ ਜੀ ਹੁਣ ਬੈਂਡ ਵਜਾਣਾ, ਮੈਂ ਨਾ ਕੈਪ ਵਿੱਚ ਸਾਈਡ ਤੇ ਕਰਨਾ ਤੇ ਮੂੰਹ ਇੱਥੇ ਰੱਖਣਾ ਕਿ ਯਾਰ ਦੇਖ ਨਾ ਲਵੇ, ਕੋਈ ਮੈਨੂੰ ਇਨਸਲਟ ਮਹਿਸੂਸ ਨਾ ਹੋਵੇ। ਤੇ ਉਹ ਬੜੀ ਇੱਕ ਨਾ ਬੜੀ ਅਜੀਬ ਜਿਹੀ ਲਾਈਫ ਸੀ, ਬੜੀ ਅਜੀਬ ਜਿਹੀ ਦਾਸਤਾਨ ਸੀ। ਬਸ ਉਹ ਬਹੁਤ ਔਖਾ ਟਾਈਮ ਕੱਢਿਆ ਜੀ। ਅੱਛਾ ਨਹੀਂ ਤੁਸੀਂ ਕੀ ਫੀਲ ਕੀ ਕਰਦੇ ਸੀ ਉਸ ਟਾਈਮ? ਫੀਲ ਬਿਸਤੀ, ਕਿਉਂਕਿ ਵਕਤ ਆ ਨਾ, ਲੋਕ ਕਹਿੰਦੇ ਆ ਜੀ ਉਹ ਬੈਂਡ ਦਾ ਕੰਮ ਕਰਦਾ ਗਰੀਬ ਆ, ਮੋਚੀਆਂ ਦਾ ਕੰਮ ਕਰਦਾ ਗਰੀਬ ਆ, ਲੂਮਾਂ ਦਾ ਕੰਮ ਕਰਦਾ ਗਰੀਬ ਆ। ਯਾਨੀ ਕਈ ਲੋਕਾਂ ਦੇ ਵਿੱਚ, ਸਾਰਿਆਂ ਦੀ ਮੈਂ ਗੱਲ ਨਹੀਂ ਕਰਾਂਗਾ, ਕਈ ਲੋਕਾਂ ਦਾ ਨਾ ਨਜ਼ਰੀਆ ਬਣ ਗਿਆ ਵਾ, ਉਹ ਜਿਹੜੀ ਕੰਮ ਤੋਂ ਹੀ ਜੱਜ ਕਰ ਲੈਂਦੇ ਅਗਲੇ ਬੰਦੇ ਨੂੰ। ਬੇਸ਼ੱਕ ਹੁਣ ਉਹ ਬਾਹਰ ਜੁੱਤੀਆਂ ਸੀਂਦੇ ਬੈਠਾ, ਸਾਨੂੰ ਕੀ ਪਤਾ ਯਾਰ ਪਿੱਛੇ ਤੋਂ ਕੀ ਹੋਣਾ ਵਾ, ਲੇਕਿਨ ਸਾਡੇ ਲੋਕਾਂ ਦਾ ਤੁਸੀਂ ਦੇਣ ਦੇਖੋ ਕਿੰਨਾ ਫਾਸਟ ਹੋ ਗਿਆ। ਯਾਨੀ ਉਹ ਮਿੰਟ 'ਚ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿੰਦੇ ਆ, ਮਿੰਟ 'ਚ ਨੂੰ ਜੱਜ ਕਰ ਲੈਂਦੇ ਆ। ਤੇ ਉਦੋਂ ਬਿਸਤੀ ਮੈਂ ਬੜੀ ਮਹਿਸੂਸ ਕਰਦਾ ਸੀ, ਮੈਂ ਨਾ ਸ਼ੁਰੂ ਤੋਂ ਬਿਸਤੀ ਬੜੀ ਮਹਿਸੂਸ ਕਰਦਾ ਸੀ। ਇਹ ਕਦੋਂ ਫਿਰ ਆਦਤ ਮੁੱਕੀ ਤੁਹਾਡੀ ਕਿ ਯਾਰ ਜਿਹੜੇ ਲੋਕ ਜਿਸ ਤਰ੍ਹਾਂ ਮਸਾਲ ਨੈਗੇਟਿਵ ਗੱਲਾਂ ਕਰਦੇ ਨੇ, ਕਮੈਂਟ ਕਰਦੇ ਨੇ, ਨੈਗੇਟਿਵ ਕਿਸਮ ਦੀਆਂ ਨਫ਼ਰਤ ਕਰਦੇ ਨੇ, ਜਿਹਨੂੰ ਤੁਸੀਂ ਅਰਫੇ ਆਮ 'ਚ ਲੈ ਲਓ, ਤੁਸੀਂ ਇਸ ਨਫ਼ਰਤ ਦਾ ਸਾਹਮਣਾ ਕਰਦੇ ਕਰਦੇ ਕਦੋਂ ਮਜ਼ਬੂਤ ਕਦੋਂ ਹੋਏ? ਕਿਹੜੀ ਚੀਜ਼ ਸੀ ਜਿਹੜੀ ਤੁਹਾਨੂੰ ਮਜ਼ਬੂਤ ਕਰ ਗਈ? ਫਿਰ ਮਜ਼ਬੂਤ ਸਰਦਾਰ ਸਾਹਿਬ ਗਰੀਬੀ ਨੇ ਮਜ਼ਬੂਤ ਬਣਾਇਆ। ਉਹ ਵੀ ਤਾਂ ਜਾਣਾ ਨਾ, ਕੰਮ ਤੇ ਜਾਣਾ, ਪਤਾ ਲੱਗ ਗਿਆ ਨਾ ਵੀ ਯਾਰ ਇਹ ਮੈਨੂੰ ਬੰਦਾ ਗੱਲ ਕਰਨ ਡਿਆ, ਇਹਨੇ ਕਦੀ ਸ਼ਾਮ ਨੂੰ ਜਾਣ ਲੱਗੇ ਮੈਨੂੰ ਇਹ ਕਿਹਾ ਵੀ ਯਾਰ 2000 ਜੇਬ 'ਚ ਭਲਾ ਤੈਨੂੰ ਘਰ ਚਾਹੀਦਾ ਹੋਣਾ। ਉਹ ਯਾਰ ਮਿਹਨਤ ਕਰਕੇ ਅਸੀਂ ਘਰ ਦਾ ਨਿਜ਼ਾਮ ਚਲਾਣਾ, ਫਿਰ ਮੈਂ ਕਿਸੇ ਦੀ ਕਿਉਂ ਗੱਲ ਸੁਣਾ? ਠੀਕ ਆ ਨਾ। ਫਿਰ ਪਿਓ ਨੇ ਕੋਈ ਗੱਲ ਕਹੀ ਕਿ ਜਿੱਦਾਂ ਤੇਰੀ ਜੇਬ 'ਚ ਕੋਈ ਪੈਸੇ ਪਾਊਗਾ ਨਾ, ਤੂੰ ਮੈਨੂੰ ਉਦਣ ਕਹੀਂ ਵੀ ਯਾਰ ਮੈਨੂੰ ਫਲਾਣੇ ਪੈਸੇ ਦਿੱਤੇ ਆ, ਤੇ ਦੇਖੀ ਨਾ ਕਿੰਨੀ ਕੁ ਦੇ ਦਿੰਦਾ। ਮੇਰਾ ਪੁੱਤ ਤੂੰ ਮਿਹਨਤ ਕਰੂੰਗਾ, ਮਿਹਨਤ ਕਰਕੇ ਕਮਾਊਂਗਾ ਤੇ ਤੇਰੀ ਜ਼ਿੰਦਗੀ ਬਦਲਣੀ ਆ। ਕਿਉਂਕਿ ਸਰਦਾਰ ਸਾਹਿਬ ਤੁਹਾਨੂੰ ਪਤਾ ਲੋਕ ਸਿਰਫ ਗੱਲਾਂ ਹੀ ਕਰ ਸਕਦੇ ਆ, ਤੇ ਸਿਰਫ ਗੱਲਾਂ ਕਰਦੇ ਆ। ਹੁਣ ਇੰਟਰਸਟ ਨਹੀਂ ਲਈਦਾ ਆ ਬੜੇ ਹੁਣ ਲੋਕ ਕਹਿੰਦੇ, ਲੇਕਿਨ ਹੁਣ ਤਾਂ ਅੱਲਾ ਦਾ ਕਰੋਨਾ ਸ਼ੁਕਰ ਆ, ਲੇਕਿਨ ਮੈਂ ਫੋਕਸ ਲੋਕਾਂ ਨੂੰ ਦੇਣਾ ਛੱਡਤਾ। ਜਦੋਂ ਦਾ ਲੋਕਾਂ ਨੂੰ ਫੋਕਸ ਦੇਣਾ ਛੱਡਿਆ ਨਾ, ਤੇ ਜ਼ਿੰਦਗੀ ਬਦਲ ਗਈ ਆ, ਸੱਚੀ ਹੋ ਗਈ ਨਾ, ਕਸਮ ਵਾਲੀ ਗੱਲ ਆ, ਜ਼ਿੰਦਗੀ ਬਦਲ ਗਈ। ਅੱਛਾ ਇਹ ਦੱਸੋ ਕਿ ਤੁਹਾਡਾ ਇਹ ਜਰਨੀ ਜਦੋਂ ਚੇਂਜ ਓਵਰ ਹੋਇਆ, ਤੁਸੀਂ ਜਦੋਂ ਮਿਸਾਲ ਤੌਰ ਤੇ ਐਸਾ ਕਿਹੜਾ ਪਹਿਲਾ ਇਵੈਂਟ ਸੀ ਜਿੱਥੇ ਤੁਸੀਂ ਬਹੁਤ ਜ਼ਿਆਦਾ ਪਹਿਲੀ ਦਫਾ ਪੈਸਾ ਜ਼ਿਆਦਾ ਦੇਖਿਆ, ਜਾਂ ਤੁਸੀਂ ਸੋਚਿਆ ਕਿ ਨਹੀਂ ਯਾਰ ਹੁਣ ਇਹ ਸਾਰੀ ਪਾਈਪ ਬੈਂਡ ਜਿਹੜਾ ਇਹ ਬ੍ਰਾਂਡ, ਦੇਖੋ ਤੁਹਾਡੇ ਨਾਮ ਦੇ ਨਾਲ ਇੱਕ ਲਫ਼ਜ਼ ਬ੍ਰਾਂਡ ਜੁੜ ਚੁੱਕਿਆ ਹੈ ਜੀ ਕਿ ਯਾਰ ਇਹ ਬੈਂਡ ਦੀ ਦੁਨੀਆ 'ਚ ਇੱਕ ਬ੍ਰਾਂਡ ਹੈ ਜੀ। ਤੁਸੀਂ ਆਪਣੇ ਆਪ ਨੂੰ ਕਿਹੜਾ ਪਹਿਲਾ ਇਵੈਂਟ ਸੀ, ਕਿਹਦਾ ਫੰਕਸ਼ਨ ਸੀ ਜਿਹਦੇ ਵਿੱਚ ਤੁਸੀਂ ਸਮਝਿਆ ਕਿ ਨਹੀਂ ਯਾਰ ਹੁਣ ਅਸੀਂ ਬ੍ਰਾਂਡ ਬਣ ਜਾਵਾਂਗੇ? ਅਸੀਂ ਜਦੋਂ ਜੀ ਕੰਮ ਅੱਛਾ ਸਟਾਰਟ ਕੀਤਾ ਨਾ, ਤੇ ਜਦੋਂ ਇਨਸਾਨ ਨੀਅਤ ਕਿਸੇ ਕੰਮ ਦੀ ਕਰ ਲੈਂਦਾ ਨਾ, ਅੱਲਾਹ ਪਾਕ ਦੀ ਮਦਦ ਉਹਦੇ ਵਿੱਚ ਆ ਜਾਂਦੀ ਹੈ। ਕਿਉਂਕਿ ਨੀਅਤ ਅੱਛੀ ਹੋ ਗਈ ਸੀਗੀ, ਅੱਛਾ ਸੋਚਣ ਲੱਗੇ, ਖੁਆਬ ਵੱਡੇ ਵੱਡੇ ਦੇਖਣੇ, ਤੇ ਇਵੈਂਟ ਤੇ ਜਾਣਾ, ਅੱਛੇ ਲੋਕ ਮਿਲਨੇ। ਕਿਉਂਕਿ ਮਾਸ਼ਾਅੱਲਾ ਅੱਲਾਹ ਪਾਕ ਨੇ ਨਾ ਇੱਜ਼ਤ ਦੀ ਦੇਣੀ ਸ਼ੁਰੂ ਕਰਤੀ। ਉਹ ਯਾਨੀ ਫਸਟ ਸਟੈਪ ਚੜ ਗਏ ਸੀ ਪੌੜੀਆਂ ਦਾ। ਕਸਟਮਰ ਕੋ ਜਾਣਾ, ਉਹਦੇ ਘਰ ਜਾਣਾ, ਇੱਜ਼ਤ ਮਿਲਣੀ, ਤੇ ਅੱਗੇ ਇਵੈਂਟ ਕਰਨੇ ਛੋਟੇ ਮੋਟੇ, ਯਾਨੀ ਮਤਲਬ ਗਲੀਆਂ ਮੁਹੱਲੇ ਚ ਇਵੈਂਟ ਕਰਨੇ, ਉਹ ਨਾਰਮਲ ਹੋਣੇ, ਯਾਨੀ ਇੱਕ ਸਿਰਫ ਘਰ ਦਾ ਨਿਜ਼ਾਮ ਚੱਲਣਾ। ਆਸਤਾ ਆਸਤਾ ਨਾ ਇਵੈਂਟ ਲਗਾਉਣੇ ਸ਼ੁਰੂ ਕੀਤੇ, ਤੇ ਇਵੈਂਟ ਅੱਛੇ ਹੋਣ ਲੱਗ ਗਏ। ਉਹ ਬੜਾ ਮਤਲਬ ਫੀਲ ਹੋਣਾ, ਇੱਕ ਬੰਦਾ ਜੀ ਕਮਾ ਰਿਹਾ ਵਾ ਰੁਪਈਆ ਦਿਹਾੜੀ ਦਾ 500, ਹੁਣ ਇੱਕ ਬੰਦਾ ਜਦੋਂ ਦਿਹਾੜੀ ਦਾ 500 ਕਮਾ ਰਿਹਾ, ਰੁਪਈਆ ਨੂੰ 5000 ਬਚ ਜਾਵੇ, ਉਹਦੇ ਵਾਸਤੇ ਕੀ ਆਲਮ ਹੋਏ। ਤੇ ਉਹ ਜਾਣਾ, ਉਹ ਬੜੀ ਖੁਸ਼ ਹੋਣੀ ਕਿ ਯਾਰ ਮਾਸ਼ਾਅੱਲਾ ਹਾਲਾਤ ਬਦਲ ਗਏ ਯਾਰ, ਅਸੀਂ ਭਰਾਵਾਂ ਨੇ ਬੜਾ ਮਤਲਬ ਨਾ ਬੜਾ ਖੁਸ਼ ਹੋਣਾ। ਤੇ ਕਈ ਵਾਰੀ ਮਾਮਲੇ ਤਾਂ ਐਸੇ ਵੀ ਹੋਏ, ਅੱਲਾਹ ਪਾਕ ਨੇ ਮੇਰੀਆਂ ਬਰਾਤਾਂ ਬੜੀਆਂ ਅੱਛੀਆਂ ਲਗਾਈਆਂ। ਤੇ ਓਵਰਸੀਜ਼ ਸਾਨੂੰ ਜਦੋਂ ਮਿਲੇ ਆ ਨਾ, ਓਵਰਸੀਜ਼ ਮਿਲੇ ਆ, ਮੰਡੀ 'ਚ ਬਣੇ ਆ, ਸਿਆਲਕੋਟ 'ਚ ਬਣੇ ਆ, ਇੱਥੋਂ ਸਾਨੂੰ ਬੜੀ ਮੁਹੱਬਤ ਮਿਲੀ ਹੈ। ਇਹ ਤੁਹਾਨੂੰ ਪਤਾ ਲੋਕ ਸਾਰੇ ਬਾਹਰ ਬੈਠੇ ਨੇ, ਗੁਜਰਾਂਵਾਲਾ ਗੁਜਰਾਤ ਹੋ ਗਿਆ, ਉਹਨਾਂ ਨੇ ਜੀ ਇੰਨੀ ਕੁ ਮੁਹੱਬਤ ਦਿੱਤੀ ਆ। ਉੱਥੇ ਤੁਹਾਨੂੰ ਪਤਾ ਪੈਸੇ ਮਾਸ਼ਾਅੱਲਾ ਉਹਨਾਂ ਨੂੰ ਅੱਲਾਹ ਪਾਕ ਨੇ ਬੜਾ ਸੁਣਿਆ ਹੋਇਆ ਉਹਨਾਂ ਦਾ। ਉੱਥੋਂ ਸਾਡੀਆਂ ਬਰਾਤਾਂ ਸੀ ਜੀ ਵੱਡੀਆਂ ਲੱਗਣੀਆਂ ਸ਼ੁਰੂ ਹੋਈਆਂ। ਉੱਥੋਂ ਜਦੋਂ ਪ੍ਰੋਗਰਾਮ ਤੋਂ ਆਉਣਾ ਜੀ, ਉਹ ਮਾਸ਼ਾਅੱਲਾ ਹਾਲਾਤ ਹੀ ਬਦਲ ਗਏ। ਦੇ ਹਾਲਾਤ ਐਸੇ ਬਦਲੇ, ਅੱਲਾਹ ਪਾਕ ਨੇ ਐਸੀ ਗੁੱਡੀ ਚੜਾਈ ਆ, ਤੇ ਅੱਲਾਹ ਪਾਕ ਦਾ ਕਰੋੜਾਂ ਸ਼ੁਕਰ ਆ ਜੀ, ਤੁਹਾਡੇ ਸਾਹਮਣੇ ਹੀ ਦੇਖ ਲਓ ਜੀ। ਲੋਕ ਉੱਥੇ ਡਾਲਰ ਸਿੱਟ ਰਹੇ ਕਹਿੰਦੇ ਨੇ ਕਿ ਜੋ ਸਾਰੀ ਪਾਈਪ ਬੈਂਡ ਵਾਲੇ ਜੀ ਡਾਲਰ ਵੀ ਲੈ ਜਾਂਦੇ ਨੇ, ਪੈਸੇ ਵੀ ਲੈ ਜਾਂਦੇ ਨੇ, 50 ਲੱਖ ਰੁਪਈਆ ਕਹਿੰਦੇ ਨੇ ਇੱਕ ਪ੍ਰੋਗਰਾਮ ਤੋਂ ਤੁਸੀਂ ਬਈ ਕਿਸਮ ਦਾ ਵੱਟ ਲੈਂਦੇ ਕੀ? ਨਹੀਂ, ਇਹ ਗੱਲਾਂ ਹੀ ਜੀ। ਅਗਰ 50 ਲੱਖ ਅਸੀਂ ਕਮਾਉਂਦੇ ਹੋਈਏ ਨਾ, ਤੇ ਅੱਜ ਆਪਣੇ ਸ਼ਹਿਰ 'ਚ ਪਲਾਜ਼ੇ ਪਲੂਜ਼ੇ ਹੋਣ, ਆ ਵੀਏਟਾਂ ਆਪਾਂ ਵੀ ਰੱਖੀਆਂ ਹੁਣ 3-4, ਐਡਾ ਨਹੀਂ ਹੁੰਦਾ। ਸਾਡਾ ਬਰਾਤਾਂ ਬੜੀਆਂ ਅੱਛੀਆਂ ਲੱਗੀਆਂ, 5 ਲੱਖ ਦੀ, 10 ਲੱਖ ਦੀ ਬਰਾਤ ਲੱਗੀ ਆ, 20 ਲੱਖ ਦੀ ਬਰਾਤ ਲੱਗੀ ਆ। ਲੇਕਿਨ ਇਹ ਆਪਾਂ ਕਹਿ ਸਕਦੇ ਕਿ ਚੋਣਾਂ ਦਾ ਦਾਣਾ ਕਿਤੇ ਆ ਜਾਂਦਾ, ਕਿਤੇ ਚੰਗਾ ਸੀਜ਼ਨ 'ਚ ਆ ਜਾਂਦਾ ਹੁੰਦਾ। ਕਿਉਂਕਿ ਜਿਹੜੇ ਬਾਹਰ ਦੇ ਲੋਕ ਬੈਠੇ ਆ ਨਾ, ਇਹਨਾਂ ਦੀਆਂ ਬਰਾਤਾਂ ਅੱਛੀਆਂ ਲੱਗਦੀਆਂ ਜ਼ਿਆਦਾ, ਓਵਰਸੀਜ਼ ਪਾਕਿਸਤਾਨ। ਅੱਛਾ ਇਹ ਦੱਸੋ
ਕਿਉਂਕਿ ਤੁਸੀਂ ਇੱਕ ਬੜਾ ਲੰਬਾ ਸਟਰਗਲ ਦਾ ਪੀਰੀਅਡ ਗੁਜ਼ਾਰਿਆ, ਕਿਉਂਕਿ ਦੋਸਤੀ ਦੇ ਬਾਰੇ ਨਾ ਮੇਰਾ ਬੜਾ ਕਹਿੰਦੇ ਨੇ ਕਿ ਆਪਣਾ ਜ਼ਾਤੀ ਬੜਾ ਬੈਡ ਐਕਸਪੀਰੀਅੰਸ ਹੈ। ਕੋਈ ਐਸਾ ਬੰਦਾ, ਕੋਈ ਐਸਾ ਦੋਸਤ ਜਿਹੜਾ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਡੇ ਨਾਲ, ਮੈਂ ਤੁਹਾਡੇ ਬੁਰੇ ਵਕਤ ਵਿੱਚ ਤੁਹਾਡੇ ਨਾਲ ਰਿਹਾ ਤੇ ਹੁਣ ਚੰਗਾ ਟਾਈਮ ਹੁਣ ਵੀ ਤੁਹਾਡੇ ਨਾਲ ਹੋਵੇ, ਕੋਈ ਇੱਕ ਅੱਧਾ ਬੰਦਾ ਜ਼ਿੰਦਗੀ 'ਚ ਹੈ ਤੁਹਾਡੀ 'ਚ? ਜੀ ਅੱਛਾ ਜੀ, ਹਾਂਜੀ ਤੁਸੀਂ ਫਿਰ ਖੁਸ਼ਕਿਸਮਤ ਬੰਦੇ ਹੋ। ਹਾਂਜੀ। ਜਨਮ ਨਾਲ ਗੱਲ ਮੈਂ ਵਾਕਈ ਬਹੁਤ ਖੁਸ਼ਕਿਸਮਤ ਹਾਂ ਉਸ ਬੰਦੇ ਮਾਂ। ਕੋਈ ਜਾਂ ਬਹੁਤ ਸਾਰੇ ਨੇ? ਨਹੀਂ, ਅਗਰ ਤਾਂ ਆਪਾਂ ਜੀ ਉਹ ਛਾਨਣੇ 'ਚ ਪਾ ਕੇ ਛਾਂਡੀ ਕਰੀਏ ਨਾ, ਹੂੰ। ਤੇ ਅਗਰ ਮੈਂ ਛਾਂਡੀ ਕਰਾਂ, ਬੰਦਾ ਕਹਿੰਦਾ ਜੀ ਸਾਰਿਆਂ 'ਚ ਕੋਈ ਇੱਕ ਚੰਗਾ ਦੱਸੋ, ਉਹ ਫਿਰ ਇੱਕੋ ਹੀ ਬੰਦਾ ਨਿਕਲਣਾ ਮੇਰਾ। ਯਾਨੀ ਦੋਸਤ ਬੜੇ ਹੈ, ਭਰਾ ਬੜੀ ਇੱਜ਼ਤ ਕਰਦੇ, ਬੜੇ ਨੇ ਦੋਸਤ, ਪਿਆਰ ਕਰਦੇ ਨੇ, ਲੇਕਿਨ ਜਿਹੜਾ ਪੁਰਾਣੇ ਵਕਤ ਤੋਂ ਲੈ ਕੇ ਹੁਣ ਤੱਕ ਆ, ਉਹ ਬੰਦਾ ਮੇਰਾ ਮਤਲਬ ਇੱਕ ਬੜਾ ਅੱਛਾ ਦੋਸਤ ਆ। ਤੇ ਕਸਮ ਵਾਲੀ ਗੱਲ ਆ, ਤੁਸੀਂ ਇਹ ਦੇਖੋ ਜਤੋਈ ਸਾਹਿਬ, ਅੱਜ ਤੱਕ ਕਸਮ ਵਾਲੀ ਗੱਲ ਆ, ਉਹਦੀ ਮੈਂ ਸੋਸ਼ਲ ਤੇ ਵੀਡੀਓ ਨਹੀਂ ਲਾਈ ਕਦੀ, ਕਿਉਂਕਿ ਉਹ ਬਿਜ਼ਨਸਮੈਨ, ਉਹਨੂੰ ਸ਼ੌਕ ਨਹੀਂ ਹੈ ਨਾ ਚੀਜ਼ਾਂ ਦਾ। ਅੱਛਾ, ਹਾਂਜੀ। ਕੀ ਕਿਹੜਾ ਖੁਸ਼ਕਿਸਮਤ ਹੋ ਬੰਦੇ? ਮੇਰਾ ਮਲਕ ਆਸਫ ਹੈ। ਮਲਕ ਆਸਫ ਦਾ। ਕਿੱਥੋਂ ਦੇ? ਮੇਰੇ ਮਹੱਲੇਦਾਰ ਹੀ। ਅੱਛਾ, ਤੁਹਾਡੇ ਮਹੱਲੇ ਦੇ ਵਿੱਚ ਜੀ। ਨੇ। ਇਹਦਾ ਮਤਲਬ ਹੈ ਕਿ ਤੁਸੀਂ ਉਹਨਾਂ ਤੇ ਅੱਜ ਵੀ ਜੀ ਮਾਣ ਰੱਖਦੇ ਹੋ? ਹਾਂਜੀ। ਉਹ ਤਾਂ ਮੇਰਾ ਜੀ ਉਸ ਵਕਤ ਦਾ ਦੋਸਤ ਆ ਕਿ ਜਦੋਂ ਪਰੇਸ਼ਾਨੀ ਹੁੰਦੀ ਸੀ ਨਾ ਜੀ, ਮੈਂ ਅੱਜ ਤੱਕ ਨਾ ਕਦੀ ਕਿਸੇ ਕਜ਼ਨ ਨੂੰ ਫੋਨ ਕੀਤਾ, ਨਾ ਕਦੀ ਕਿਸੇ ਨੂੰ ਕਿਹਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਯਾਰ ਮੈਂ ਜਿਹਨੂੰ ਕਹਿਣਾ ਮੈਨੂੰ ਜਵਾਬ ਹੀ ਮਿਲਣਾ, ਤੇ ਮੈਨੂੰ ਕੋਈ ਪਰੇਸ਼ਾਨੀ ਹੋਣੀ, ਕੋਈ ਦੁੱਖ ਹੋਣਾ, ਮੈਂ ਉਸ ਬੰਦੇ ਨੂੰ ਕਹਿਣਾ। ਈਵਨ ਕਿ ਮੇਰੀ ਜਦੋਂ ਸ਼ਾਦੀ ਸੀ ਨਾ, ਮੇਰੀ ਸ਼ਾਦੀ ਸੀ, ਉਦੋਂ ਤੁਹਾਨੂੰ ਪਤਾ ਜੀ ਮਾੜੇ ਘਰਾਂ 'ਚ ਮਾਮਲੇ ਹੁੰਦੇ ਰਹਿੰਦੇ ਕਿ ਬੰਦਾ ਦਿਨ ਰੱਖ ਲੈਂਦਾ ਜਦੋਂ ਟਾਇਟ ਹੋ ਜਾਂਦਾ ਵਾ। ਤੇ ਇੱਕ ਦੋ ਮਾਮਲੇ ਬਣੇ ਕਿ ਜ਼ਰੂਰਤ ਪਈ ਤੇ ਨਾ ਮਾਯੂਸੀ ਹੋਈ, ਤੇ ਵੱਲ ਸਾਨੂੰ ਕਿਸੇ ਨੂੰ ਕਹਿਤਾ ਹੋਣਾ ਵਾ ਤੇ ਮਾਯੂਸੀ ਹੋਈ, ਯਾਨੀ ਉਹਨੇ ਪੈਸੇ ਦਿੱਤੇ ਵੀ ਨਹੀਂ ਤੇ ਲੋਕਾਂ ਨੂੰ ਵੀ ਗੱਲਾਂ ਕਰਦੀਆਂ ਯਾਰ ਉਹਨੇ ਵਿਆਹ ਰੱਖਿਆ ਮੁੰਡੇ ਦਾ। ਹਾਲਾਂਕਿ ਗੱਲ ਇਹ ਮੈਨੂੰ ਕਰਨੀ ਚਾਹੀਦੀ ਨਹੀਂ, ਲੇਕਿਨ ਮੈਂ ਕਦੀ ਇਸ ਚੀਜ਼ ਨੂੰ ਨਾ ਨਹੀਂ ਸੋਚਿਆ ਕਿ ਯਾਰ ਅਗਲਾ ਕੀ ਸੋਚੂ। ਯਾਰ ਭਾਈ ਸੋਚੀ ਜਾ, ਮੈਂ ਤਾਂ ਇੱਕ ਸੋਚ ਲਿਆ ਕਿ ਯਾਰ ਮੈਂ ਸਹੀ ਆ, ਮੇਰੀ ਫੈਮਿਲੀ ਸਹੀ ਆ, ਮੈਂ ਬਸ ਜ਼ਿੰਦਗੀ ਅੱਛੀ ਆ। ਲੋਕਾਂ ਨੂੰ ਤਾਂ ਮੈਂ ਸੋਚਣ ਲੱਗ ਗਿਆ ਤੇ ਭਾਈ ਵੇ ਤਾਂ ਮੈਂ ਜ਼ਿੰਦਗੀ ਜੀ ਲਈ। ਕਿ ਉਹ ਬੰਦੇ ਨੂੰ ਫਿਰ ਮੈਂ ਕਿਹਾ ਭਾਈ, ਉਸ ਬੰਦੇ ਨੇ ਪੂਰੇ ਵਿਆਹ 'ਚ ਮੇਰੇ ਨਾਲ ਖੜਾ ਹੋ ਕੇ ਕਿਹਾ ਯਾਰ ਮੇਰੇ ਕੋਲ ਜਦੋਂ ਕੋਈ ਬੰਦਾ ਹੁੰਦਾ ਸੀ ਨਾ ਪੈਸੇ ਲੈਣ ਵਾਲਾ, ਯਾਨੀ ਤੁਹਾਨੂੰ ਪਤਾ ਜਦੋਂ ਬੰਦੇ ਦੀ ਸ਼ਾਦੀ ਹੁੰਦੀ ਆ, ਉਹ ਬੰਦਾ ਨੂੰ ਆਵਾਜ਼ ਮਾਰ ਕਹਿੰਦਾ ਸੀ ਯਾਰ ਉਹਨੂੰ ਨਹੀਂ ਤੰਗ ਕਰਨਾ, ਮੈਨੂੰ ਦੱਸ ਕੀ ਕੰਮ ਆ। ਉਹ ਬੰਦਾ ਜੀ ਮੇਰੇ ਤੋਂ ਨਾਲ ਲੈ ਕੇ, ਜੋ ਉਹਦਾ ਮੇਰਾ ਕੋਈ 17 ਤੋਂ 18 ਸਾਲ ਦਾ ਲੱਗਾ ਜੀ, ਉਸ ਬੰਦੇ ਨੂੰ ਮੈਂ ਡਾਇਮੰਡ ਫਰੈਂਡ ਕਹਾਂਗਾ। ਡਾਇਮੰਡ ਫਰੈਂਡ। ਯਕੀਨੀ ਤੌਰ ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਖੁਸ਼ਕਿਸਮਤ ਬੰਦੇ ਹੋ ਬਈ। ਤੁਹਾਨੂੰ ਅੱਲਾਹ ਤਾਲਾ ਨੇ, ਦੇਖੋ ਇਹ ਬਹੁਤ ਵੱਡੀ ਲੱਕ ਹੁੰਦੀ ਇਨਸਾਨ ਦੀ ਕਿ ਇਨਸਾਨ ਨੂੰ ਕੋਈ ਇੱਕ ਅੱਧਾ ਅੱਛਾ ਬੰਦਾ, ਮੁਖਲਸ ਦੋਸਤ ਮਿਲ ਜਾਵੇ ਇਸ ਦੌਰ ਦੇ ਵਿੱਚ। ਹਾਂਜੀ ਬਿਲਕੁਲ, ਜਿਹੜਾ ਕਿ ਬਦਕਿਸਮਤੀ ਨਾਲ ਇਸ ਦੌਰ 'ਚ ਨਹੀਂ ਲੱਭਦਾ ਜੀ, ਨਹੀਂ ਲੱਗਦਾ। ਤੇ ਇਹੋ ਜਿਹੇ ਦੋਸਤ ਦੀ ਬਾਕੀ ਕਦਰ ਕਰਨੀ ਚਾਹੀਦੀ। ਅੱਛਾ, ਕੋਈ ਐਸਾ ਰਿਸ਼ਤੇਦਾਰ ਜਿਹੜਾ ਬਈ ਤੁਸੀਂ ਇਹ ਸਮਝਦੇ ਹੋ ਕਿ ਤੁਹਾਨੂੰ ਅਰੂਜ ਮਿਲਿਆ ਤੇ ਉਸ ਅਰੂਜ ਦੇ ਵਿੱਚ ਆ ਕੇ ਤੁਸੀਂ ਤਾਂ ਉਹਨਾਂ ਨਾਲ ਮੁਹੱਬਤ ਕਰਦੇ ਹੋ? ਕਿਉਂਕਿ ਜ਼ਾਰੀ ਬਾਤ, ਇਨਸਾਨ ਨੂੰ ਜਦੋਂ ਜ਼ਵਾਲ ਤੋਂ ਅਰੂਜ ਆਉਂਦਾ, ਇਨਸਾਨ ਜਿਹੜਾ ਉਹ ਯਾਦ ਰੱਖਦਾ ਕਿ ਯਾਰ ਆਪਣਾ ਮੇਰਾ ਫਲਾਣਾ, ਦੇਖੋ ਤੁਸੀਂ 1.5 ਬੱਲੇ ਦਾ ਘਰ ਅੱਜ ਵੀ ਯਾਦ ਰੱਖਦੇ ਹੋ। ਅੱਜ ਤੁਸੀਂ ਸਭ ਕੁਝ ਬਣਾ ਲਿਆ, ਸਭ ਕੁਝ ਤੁਹਾਡਾ ਬਣ ਗਿਆ ਔਰ ਅੱਲਾਹ ਤਾਲਾ ਤੁਹਾਨੂੰ ਮਜ਼ੀਦ ਅਰੂਜ ਬਖਸ਼ਿਆ। ਐਸਾ ਕੋਈ ਰਿਸ਼ਤੇਦਾਰ, ਭੈਣ ਭਰਾਵਾਂ ਤੋਂ ਹਟ ਕੇ ਕਿਸਮ ਦਾ ਕਿ ਜਿਹਨੂੰ ਤੁਸੀਂ ਸਮਝ, ਜਿਹੜਾ ਤੁਹਾਡੇ ਤੋਂ ਇਸ ਤੁਹਾਡੀ ਅਰੂਜ ਤੋਂ ਜਿਹੜਾ ਖਾਰ ਖਾ ਰਿਹਾ ਹੋਵੇ? ਦੇਖੋ ਜੀ, ਬਸ ਨਾ ਕਦੀ ਕਿਸੇ ਨੂੰ ਮਾੜਾ ਕਹਿਣਾ ਹੀ ਛੱਡ ਦਿੱਤਾ ਜੀ ਕਿ ਯਾਰ ਕਿਹਨਾਂ ਲੜਾਂਗੇ। ਲੇਕਿਨ ਬੜਾ ਦੇਖਿਆ ਹੋਇਆ ਵਾ, ਬੜਾ ਕੁਝ ਸਾਡੇ ਨਾਲ ਲਾਈਫ ਦੇ ਵਿੱਚ ਗੁਜ਼ਰਿਆ ਵਾ। ਅਸੀਂ ਸਰਦਾਰ ਸਾਹਿਬ ਉਹਨਾਂ ਲੋਕਾਂ ਦੀ ਵੀ ਇੱਜ਼ਤ ਕੀਤੀ, ਉਹਨਾਂ ਲੋਕਾਂ ਦੀ ਵੀ ਕਦਰ ਕੀਤੀ ਆ ਕਿ ਅਸੀਂ ਜਦੋਂ ਆਪਣੇ ਘਰ ਰਹਿੰਦੇ ਸੀ ਨਾ, ਕਿ ਅਸੀਂ ਦੇਖਣਾ, ਨਾਮ ਨਹੀਂ ਮਿਲਣਾ ਜੀ ਉਹਨਾਂ ਮਤਲਬ ਬੰਦਿਆਂ ਦਾ। ਅੱਲਾਹ ਪਾਕ, ਮੈਂ ਸਭ ਨੂੰ ਕਹਿੰਦਾ ਅੱਲਾਹ ਪਾਕ ਖੁਸ਼ ਹੀ ਰੱਖੇ, ਕਿਉਂਕਿ ਮੈਂ ਕਿਸੇ ਨਾਲ ਲੜ ਨਹੀਂ ਸਕਦਾ, ਮੈਂ ਕਿਸੇ ਨਾਲ ਨਹੀਂ ਮਤਲਬ ਕਰ ਸਕਦਾ। ਯਾਰ ਉਹਦੀ ਆਪਣੀ ਲਾਈਫ ਆ, ਮੇਰੀ ਆਪਣੀ ਲਾਈਫ ਆ। ਅਸੀਂ ਉਸ ਵਕਤ 'ਚ ਦੇਖਣਾ ਨਾ ਜਦੋਂ ਕਿ ਯਾਰ ਬੜੇ ਸੌਖੇ ਆ, ਅਸੀਂ ਕਹਣਾ ਯਾਰ ਬਹੁਤ ਸੌਖੇ ਆ। ਯਾਨੀ ਉਹਨਾਂ ਦੇ ਘਰਾਂ 'ਚ ਕੀ ਸੀ ਜੀ, ਥੱਲੇ ਪੱਥਰ ਲੱਗਾ ਹੋਣਾ, ਕਿਚਨ ਦੇ ਵਿੱਚ ਪੱਥਰ ਲੱਗਾ ਹੋਣਾ, ਖਾਣੇ ਬਣੇ ਹੋਣੇ, ਅਸੀਂ ਕਹਣਾ ਯਾਰ ਇਹ ਬੜੇ ਅਮੀਰ ਆ ਸਾਡੇ ਰਿਸ਼ਤੇਦਾਰ, ਵੀ ਯਾਰ ਆ ਬੜੇ ਅਮੀਰ ਆ। ਠੀਕ ਆ, ਉਦੋਂ ਸਾਡਾ ਹਾਲ ਇਹ ਹੁੰਦਾ ਸੀ ਜੀ, ਅੱਜ ਚੁੱਲ੍ਹਾ ਇੱਥੇ ਰੱਖ ਲਿਆ, ਕੱਲ ਚੁੱਲ੍ਹਾ ਉੱਥੇ ਰੱਖ ਲਿਆ, ਗਰਮੀ ਆਈ ਜੀ ਚੁੱਲ੍ਹਾ ਕਮਰੇ 'ਚੋਂ ਕੱਢ ਕੇ ਬਾਹਰ ਵਿਹੜੇ 'ਚ ਲਿਆਂਦਾ, ਕਿਉਂਕਿ ਸਾਡਾ ਚੁੱਲ੍ਹਾ ਜੀ ਮਾਸ਼ਾਅੱਲਾ 11 ਬਾਈ ਵਾਲਾ ਸੀਗਾ। ਤੇ ਉਹਨੂੰ ਦੇਖਣਾ। ਉਹ ਹੁਣ ਜਦੋਂ ਸਾਡੇ ਕੋਲ 4 ਪੈਸੇ ਆ ਗਏ, ਠੀਕ ਆ, ਅਸੀਂ ਕਿਸੇ ਦੀ ਜੇਬ ਤਾਂ ਨਹੀਂ ਕੱਟੀ, ਸਾਨੂੰ ਅੱਲਾਹ ਪਾਕ ਨੇ ਮਿਹਨਤ ਕੀਤੀ ਆ। ਉਹ ਦੇਖੋ ਤੁਸੀਂ, ਉਹ ਸਾਡੇ ਆਪਣੇ ਉਹ ਰਿਸ਼ਤੇਦਾਰ, ਕੋਈ ਐਸੇ ਦੋਸਤ ਸਾਡੇ ਤੋਂ ਖਾਰ ਖਾਣ ਲੱਗ ਗਏ ਕਿ ਹਾਂ ਯਾਰ ਅਮੀਰ ਤਾਂ ਅਸੀਂ ਹੁੰਦੇ ਸੀ, ਇਹ ਅੱਜ ਸਾਡੇ ਬਰਾਬਰ ਕਿੱਦਾਂ ਆ ਗਏ ਜਾਂ ਸਾਡੇ ਤੋਂ ਉੱਤੇ ਕਿੱਦਾਂ ਚਲੇ ਗਏ। ਹਾਲਾਂਕਿ ਅਸੀਂ ਉਹਨਾਂ ਪਿੱਛੇ ਖੜੇ ਹੋ ਕੇ ਤਾੜੀਆਂ ਲਾਈਆਂ, ਯਾਨੀ ਉਹਨਾਂ ਦਾ ਜਦੋਂ ਕੋਈ ਕੰਮ ਹੋਣਾ ਨਾ, ਅਸੀਂ ਖੜੇ ਹੋ ਕੇ ਜੀ ਤਾੜੀਆਂ ਲਾਈਆਂ ਜੀ, ਸਾਡੇ ਰਿਸ਼ਤੇਦਾਰ ਆ ਜੀ,
ਸਾਡੇ ਰਿਸ਼ਤੇਦਾਰ ਆ ਜੀ, ਅੱਜ ਉਹ ਰਿਸ਼ਤੇਦਾਰ ਸਾਡੇ ਤੋਂ ਖਾਰ ਖਾਣ ਦੇ ਨੇ ਹੂੰ ਵੀ ਇਹ ਗੱਡੀਆਂ 'ਚ ਘੁੰਮਣ ਲੱਗ ਗਏ, ਉਹ ਇਹ ਟੀਵੀਆਂ 'ਚ ਆਉਣ ਲੱਗ ਗਏ, ਨੈਟ ਤੇ ਆਉਣ ਲੱਗ ਗਏ। ਇਹ ਤੁਹਾਡੀ ਗੱਡੀ ਜਿਹੜੀ ਹੈ ਨਾ ਜੀ, ਇਹ ਤੇ ਪੂਰੇ ਇਹਨੇ ਜੀ ਮੈਂ ਕਿਹਾ ਬੜਾ ਵਕਤ ਪਾਇਆ ਵਾ, ਤੇ ਪੂਰੀ ਬੈਂਡ ਇੰਡਸਟਰੀ ਨੂੰ ਵਕਤ ਤੇ ਪਾਤਾ। ਮੈਨੂੰ ਵੇਚਣੀ ਪੈਣੀ ਹੈ ਜੀ। ਇਹ ਦੱਸੋ ਕਿ ਇਹ ਗੱਡੀ ਲੈਣ ਦਾ ਕਿਤੋਂ ਡਾਲੇ ਰੱਖਣ ਦਾ ਵੀ ਬੈਂਡ ਵਾਲੇ ਤੁਸੀਂ, ਤੁਹਾਡਾ ਕੰਮ ਤੁਸੀਂ ਆਰਾਮ ਜੀ ਕੋਈ ਗੱਡੀ ਲੈ ਲੈਂਦੇ, ਕੋਈ ਕਾਰ ਲੈ ਲੈਂਦੇ, ਤੁਸੀਂ ਵੀ ਤੇ ਵੱਡਾ ਡਾਲਾ ਕਢਾ ਕੇ ਤੁਸੀਂ ਪੂਰੇ ਪਾਕਿਸਤਾਨ ਦੇ ਬੈਂਡ ਵਾਲੇ ਲਾ ਕੇ ਰੱਖਤਾ। ਭਈਆ ਦੇਖੋ ਬੈਂਡ ਵਾਲੇ ਡਾਲੇ ਵੀ ਰੱਖ ਸਕਦੇ ਨੇ, ਉਹ ਤੁਸੀਂ ਬਦਮਾਸ਼ ਹੋ ਕੋਈ? ਨਹੀਂ ਨਹੀਂ, ਅੱਲਾ ਮਾਫ ਕਰੀ, ਵਾਜਣ ਦੀ ਬਦਮਾਸ਼ੀ ਹੁੰਦੀ ਹੈ ਜੀ, ਤੁਸੀਂ ਇਹ ਦੱਸੋ। ਉਹ ਨਾ ਜਦੋਂ ਗੱਡੀ ਲਈ ਹੈ ਨਾ, ਜਿਹੜੇ ਤਾਂ ਦੋਸਤ ਸੀ ਬੜੇ ਖੁਸ਼ ਹੋਏ, ਕੋਈ ਐਸੇ ਭੈਣ ਭਰਾ ਤੁਹਾਨੂੰ ਪਤਾ ਕਈ ਹੁੰਦੇ ਆ, ਉਹਨਾਂ ਨੂੰ ਇਹ ਖੁਸ਼ੀ ਹੁੰਦੀ ਕਿ ਯਾਰ ਸਾਡਾ ਦੋਸਤ ਵਾ ਨਾ ਉਹ ਵੀ ਸਟਰੋਂਗ ਹੋਵੇ, ਯਾਨੀ ਸੈੱਟ ਹੋਵੇ, ਉਹਨੂੰ ਖੁਸ਼ੀ ਹੁੰਦੀ। ਕਈ ਐਸੇ ਦੋਸਤ ਰਿਸ਼ਤੇਦਾਰ ਐਸੇ ਸੀ ਕਿ ਜਿਨ੍ਹਾਂ ਨੇ ਇਹ ਗੱਲਾਂ ਕੀਤੀਆਂ, ਉਹ ਇਹਨਾਂ ਨੇ ਪਲਾਟ ਦੀ ਰਜਿਸਟਰੀ ਬੈਂਕ 'ਚ ਰਖਾ ਕੇ ਤੋਂ ਕਰੋੜ ਲਿਆ ਵਾ, ਤੇ ਗੱਡੀ ਕਿਸ਼ਤਾਂ ਦੇ ਕਢਾਈ ਆ, ਤੇ ਕੱਡੇ ਬੇਵਕੂਫ ਬੰਦੇ ਆ ਇਹ ਦੋਨੀ ਭਰਾ ਪਾਗਲ ਹੋ ਗਏ ਆ। ਯਾਨੀ ਭਈ ਇਹਨਾਂ ਨੇ ਕਿਸ਼ਤਾਂ ਦੀ ਗੱਡੀ ਲਈ ਆ। ਉਹ ਮੈਂ ਕਿਹਾ ਭਾਈ ਭਾਵੇਂ ਅਸੀਂ ਕਿਸ਼ਤਾਂ ਦੀ ਲਈ ਆ, ਉਹ ਯਾਰ ਕਿਸ਼ਤਾਂ ਸੀ ਭਰਾਵਾਂ ਨੇ ਦੇਣੀ ਆ, ਤੁਹਾਨੂੰ ਕਾਹਦੀ ਪਰੇਸ਼ਾਨੀ? ਉਹ ਅੱਲਾਹ ਪਾਕ ਨੇ ਜੀ, ਉਹ ਗੁਜ਼ਰਿਆ ਟਾਈਮ ਅੱਲਾਹ ਪਾਕ ਨੇ ਸਾਨੂੰ 2 ਹੀ ਗੱਡੀ ਦੇ ਦਿੱਤੀ। ਮੈਂ ਕਿਹਾ ਚਲੋ ਜੀ, ਉਹ ਕਿਸ਼ਤਾਂ ਦੇ ਲਈ ਸੀ ਭਾਈ, ਅਸੀਂ ਵੀ ਕਿਸ਼ਤਾਂ ਦੇ ਲਈ ਹੋਣੀ ਆ, ਲੇਕਿਨ ਸਾਡੇ ਤੋਂ ਜ਼ਿਹਨ ਨਹੀਂ ਚੱਕਦੇ। ਕੈਸੀ ਗੱਲ ਆ, ਸਵੇਰ ਨੂੰ ਉੱਠਦੇ ਆ, ਸੋਚ ਸਾਡੇ ਵੱਲ ਰੱਖਦੇ ਆ। ਉਹ ਜਿਹੜੀ ਸੋਚ ਤੁਸੀਂ ਸਾਡੇ ਵੱਲ ਰੱਖਣੀ ਆ, ਉਹ ਸੋਚ ਨੂੰ ਤੁਸੀਂ ਆਪਣੇ ਕਾਰੋਬਾਰ ਦੇ ਵਿੱਚ ਲੈ ਕੇ ਆਓ, ਸ਼ਾਇਦ ਤੁਹਾਡੇ ਵੀ ਦਿਨ ਬਦਲ ਜਾਣ। ਖੁਰਮ ਸਾਹਿਬ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਟਾਈਮ ਨਾ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਚੀਜ਼ ਜਿਹੜੀ ਹੋ ਰਹੀ ਹੈ ਨਾ, ਕਿ ਬੰਦਾ ਪਤਾ ਕਿਉਂ ਪਰੇਸ਼ਾਨ ਹੈ ਕਿ ਯਾਰ ਖੁਰਮ ਸਾਹਿਬ ਵੀ ਤੁਹਾਡਾ ਹਮਸਾਇਆ ਪਰੇਸ਼ਾਨ ਕਿਉਂ, ਯਾਰ ਇਹ ਖੁਸ਼ ਕਿਉਂ? ਜੀ ਇਸ ਤਰ੍ਹਾਂ ਅਸੀਂ ਕਿਸੇ ਨੂੰ ਖੁਸ਼ ਵੇਖ ਨਹੀਂ ਸਕਦੇ, ਨਹੀਂ ਦੇਖ ਸਕਦੇ। ਔਰ ਕਿਸੇ ਤੁਸੀਂ ਤੇ ਇੰਨੀਆਂ ਪ੍ਰਾਪਰਟੀਆਂ ਬਣਾ ਰਹੀਆਂ ਨਾ, ਤੁਸੀਂ ਗੱਡੀਆਂ ਤੇ ਪ੍ਰਾਪਰਟੀਆਂ ਬਣਾ ਕੇ ਤੇ ਤੁਸੀਂ ਆਪਣੇ ਪਲਾਜ਼ੇ ਖੜੇ ਕਰ ਲਏ। ਅੱਛਾ ਇਹ ਦੱਸੋ, ਤੁਹਾਡੇ ਦੋਵਾਂ ਤੁਸੀਂ 2 ਭਾਈ ਹੋ ਇਸ ਟਾਈਮ ਜਿਹੜੇ ਪੂਰੇ ਸੋਸ਼ਲ ਮੀਡੀਆ ਤੇ ਇਸ ਟਾਈਮ ਛਾਏ ਹੋਏ ਹੋ, ਔਰ ਦੋਨੋਂ ਭਰਾਵਾਂ ਦੀ ਮੁਹੱਬਤ ਵੀ ਮਿਸਾਲੀ ਹੈ। ਮੈਂ ਤੁਹਾਨੂੰ ਸੱਚੀ ਗੱਲ ਕਰਾਂ ਕਿ ਮੇਰੀ ਸਭ ਤੋਂ ਜ਼ਿਆਦਾ ਮੁਹੱਬਤ ਤੁਹਾਡੇ ਨਾਲ ਵਜ੍ਹਾ ਵੀ ਇਹ ਬਣੀ ਕਿ ਤੁਸੀਂ 2 ਭਾਈ ਆਪਸ ਵਿੱਚ ਇਸ ਤਰ੍ਹਾਂ ਇੱਕ ਜਾਨ ਹੈਗੇ ਹੋ। ਅੱਛਾ ਤੁਹਾਡੇ ਅੱਜ ਤੁਸੀਂ ਪ੍ਰਾਪਰਟੀਆਂ ਲੈ ਰਹੇ ਹੋ, ਸਾਰਾ ਕੁਝ ਬਣਾ ਰਹੇ ਹੋ, ਸਭ ਇੱਕ ਕਿਸਮ ਦਾ ਜਾਇਦਾਦਾਂ ਬਣਾ ਰਹੇ ਹੋ, ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਤੁਸੀਂ ਕੱਲ ਨੂੰ ਦੋਵੇਂ ਭਰਾ, ਸਾਰੀ ਬਾਤ ਜਿਵੇਂ ਛੋਟਾ ਵੱਡਾ ਹੋਏਗਾ, ਬੱਚੇ ਹੋਣਗੇ, ਤੇ ਫਿਰ ਉਹ ਸੈਪਰੇਸ਼ਨ ਹੋਏਗੀ, ਤੇ ਇਹ ਤੁਸੀਂ ਜਾਇਦਾਦਾਂ ਜਿਹੜੀਆਂ ਨੇ ਫਿਰ ਇੱਕੋ ਹੀ ਨਾਮ ਕਰਵਾਈ ਜਾ ਰਹੇ ਹੋ, ਇਹ ਕਿਵੇਂ, ਇਹਨੂੰ ਮੈਨੇਜ ਕਿਵੇਂ ਕਰੋਗੇ ਆਉਣ ਵਾਲੇ ਵਕਤ 'ਚ? ਆਉਣ ਵਾਲੇ ਵਕਤ 'ਚ ਜੀ ਦੇਖਦੇ ਆਏ ਆ, ਜਦੋਂ ਸਾਡਾ ਬਾਪ ਸੀ, ਉਹਦੇ ਭਰਾ ਸੀ, ਉਹ ਲੈਦਾ ਹੋ ਗਏ, ਮਾਮੇ ਸੀ, ਯਾਨੀ ਜਿੰਨੇ ਰਿਸ਼ਤੇਦਾਰ ਸੀ, ਦੇਖਦੇ ਆ ਰਹੇ ਨਾ, ਪੀੜ੍ਹੀਆਂ ਚੱਲਦੀਆਂ ਆ ਰਹੀਆਂ। ਕਿਉਂਕਿ ਅਸੀਂ ਤਾਂ ਕੋਈ ਸੋਨੇ ਦਾ ਚਮਚਾ ਲੈ ਕੇ ਜੰਮੇ ਨਹੀਂ, ਕਿਉਂਕਿ ਅਸੀਂ ਮਿਡਲ ਕਲਾਸ ਲੋਕ ਆ, ਮਾੜੇ ਘਰਾਂ 'ਚ ਪੈਦਾ ਹੋਏ ਆ। ਬਾਕੀ ਇਨਸ਼ਾਅੱਲਾ ਜੀ ਸਰਦਾਰ ਸਾਹਿਬ ਇਹ ਚੀਜ਼ ਜ਼ਰੂਰ ਸੋਚੀ ਹੋਈ ਆ ਕਿ ਆਪਣੇ ਲਾਈਫ ਦੇ ਵਿੱਚ ਮੈਂ ਆਪਣੇ ਭੈਣ ਭਰਾਵਾਂ ਨੂੰ, ਮਾਂ-ਬਾਪ ਨੂੰ ਇਨਸ਼ਾਅੱਲਾ ਏਦਾਂ ਰੱਖਾਂਗਾ। ਤੇ ਬਾਕੀ ਮੈਂ ਕਦੇ ਨਹੀਂ ਸੋਚਿਆ ਕਿ ਜਾਇਦਾਦਾਂ ਵੰਡਾਂਗੇ, ਕਿਉਂਕਿ ਜ਼ਿੰਦਗੀ ਹੈ ਜੀ, ਵੰਡ ਕੇ ਕੀ ਕਰਨਾ, ਅੱਲਾਹ ਉਹਨਾਂ ਨੂੰ ਸਾਹ ਹੀ ਲੈ ਲਵੇ। ਕਿਉਂਕਿ ਮੈਂ ਜਿਹੜੀ ਚੀਜ਼ ਲਈ ਹੈ ਨਾ, ਸਭ ਤੋਂ ਪਹਿਲੇ ਆਪਣੇ ਭਰਾ ਨਾਲ ਮਸ਼ਵਰਾ ਕੀਤਾ ਕਿ ਆਹ ਚੀਜ਼ ਲੈਣੀ ਹੈ, ਠੀਕ ਆ। ਫਿਰ ਕਦੀ ਚੀਜ਼ ਲੈਣ ਲੱਗੇ ਦਿਲ 'ਚ ਮੇਰੇ ਇਹ ਚੀਜ਼ ਨਹੀਂ ਆਈ ਕਿ ਯਾਰ ਇਹਨੂੰ ਨਾ ਆਪਣੇ ਨਾਂ ਕਰਾ ਲਾ, ਕਿਉਂਕਿ ਮੈਂ ਨਾ ਆਪਣਾ ਕੋਈ ਭੈਣ ਭਰਾ ਛੱਡਣਾ ਚਾਹੁੰਦਾ ਵਾ, ਨਾ ਮੈਂ ਆਪਣੇ ਘਰ 'ਚ ਲੈਦਾ ਹੋਣਾ ਚਾਹੁੰਦਾ ਵਾ, ਕਿਉਂਕਿ ਮੇਰੀ ਜ਼ਿੰਦਗੀ 'ਚ ਇਹ ਹਿੱਸੇ 'ਚ ਇਹ ਚੀਜ਼ ਨਹੀਂ ਹੈ। ਮੈਂ ਚਾਹੁੰਦਾ ਵਾਂ ਕਿ ਘਰ ਦੇ ਵਿੱਚ ਨਾ ਸਕੂਨ ਹੋਵੇ ਤੇ ਮੁਹੱਬਤ ਹੋਵੇ, ਇਕੱਠੇ ਅਸੀਂ ਰਹੀਏ। ਨਹੀਂ ਅੱਜ ਤੁਸੀਂ ਸਾਰਾ ਕੁਝ ਮਿਸਾਲ ਤੌਰ ਤੇ, ਚਲੋ ਜੀ ਤੁਹਾਡੇ ਨਾਮ ਨਹੀਂ, ਤੁਸੀਂ ਆਪਣੇ ਭਰਾ ਦੇ ਨਾਲ ਲਵਾ, ਤੁਹਾਨੂੰ ਖਤਰਾ ਨਹੀਂ ਕਿ ਕੱਲ ਨੂੰ ਤੁਹਾਡਾ ਭਰਾ ਤੁਹਾਡਾ ਸਾਰਾ ਕੁਝ ਹੀ ਲੈ ਕੇ ਕਵੇ ਭਾਈ ਮੈਂ ਸਾਈਡ ਤੇ ਹਾਂ, ਤੁਸੀਂ ਆਪਣਾ ਫਿਰ ਕਮਾਓ? ਨਹੀਂ ਜੀ ਇਨਸ਼ਾਅੱਲਾ ਇਹ ਸੋਚਿਆ ਨਹੀਂ ਜੀ, ਜੇ ਕਦੀ ਜ਼ਿੰਦਗੀ 'ਚ ਇਹ ਮੌਕਾ ਆਇਆ ਵੀ ਤੇ ਇਨਸ਼ਾਅੱਲਾ ਖੁਸ਼ੀ ਨਾਲ ਸਾਰਾ ਕੁਝ ਦਵਾਂਗਾ। ਬੜੀ ਗੱਲ। ਕਿਉਂਕਿ ਮੈਨੂੰ ਪਤਾ ਮੈਂ ਲੜਨਾ ਨਹੀਂ ਜ਼ਿੰਦਗੀ 'ਚ, ਕਿਉਂਕਿ ਦੇਖਦੇ ਆ ਰਹੇ ਸੁਣ ਕੇ ਮੇਰੀ ਅੱਖਾਂ 'ਚ ਪਾਣੀ ਆ ਗਿਆ। ਪਲਾਟਾਂ ਨੂੰ ਹੋਵੇ ਤਾਂ ਭਰਾਵਾਂ ਦੀ ਵਾਕਈ ਇਹੋ ਜਿਹੀ ਮਿਸਾਲੀ ਹੋਵੇ। ਪਲਾਟਾਂ ਨੂੰ, ਚੀਜ਼ਾਂ ਤੋਂ ਲੜਦੇ ਗਿਰੇਬਾਨ ਤੱਕ ਲੋਕਾਂ ਨੇ ਦੇਖੇ ਆ, ਤੇ ਚੀਜ਼ ਪਿੱਛੇ ਨਹੀਂ ਲੜਨਾ। ਹਾਂ ਮੈਂ ਗੱਡੀ ਵੱਡੀ ਲਈ ਹੈ, ਮੇਰੇ ਨਾਲ ਨਹੀਂ ਹੈ, ਇਹ ਛੋਟੇ ਭਾਈ ਦੇ ਆ, ਚੀਜ਼ਾਂ ਪਿੱਛੇ ਨਹੀਂ ਲੜਨਾ ਜੀ। ਜ਼ਿੰਦਗੀ 'ਚ ਖੁਰਮ ਸਾਹਿਬ ਬਹੁਤ ਸਾਰੀਆਂ ਚੀਜ਼ਾਂ ਨੇ, ਜ਼ਾਰੀ ਬਾਤ ਤੁਸੀਂ ਫੇਸ ਕੀਤਾ, ਗਰੀਬੀ, ਉਹ ਕਿਵੇਂ ਕਹਿੰਦਾ ਨਾ ਕਿ ਗਰੀਬੀ ਦੀ ਹਿੱਕ ਪਾੜ ਕੇ ਨਿਕਲਿਆ, ਤੁਸੀਂ ਵਾਕਈ ਉਹ ਇੱਕ ਨਾ ਡਾਇਲਾਗ ਜਿਹੜਾ ਬਣਿਆ ਨਾ ਕਿ ਇਹ ਸਾਬਤ ਕੀਤਾ ਕਿ ਤੁਸੀਂ ਗਰੀਬੀ ਦੀ ਹਿੱਕ ਪਾੜ ਕੇ ਉੱਤੇ ਆਏ ਹੋ। ਅੱਛਾ ਇਸ ਪੂਰੇ ਸਫ਼ਰ ਦੇ ਵਿੱਚ ਜ਼ਾਹਰੀ ਬਾਤ ਹੈ ਬਹੁਤ ਸਾਰੀਆਂ ਰੁਕਾਵਟਾਂ, ਬਹੁਤ ਸਾਰੇ ਤੁਸੀਂ ਫੇਸ ਕੀਤੇ, ਗੱਲਾਂ, ਤਾਨੇ, ਹਰ ਚੀਜ਼ ਬਰਦਾਸ਼ਤ ਕੀਤੀ। ਇਹ
ਮੈਨੂੰ ਸਿਰਫ ਦੱਸੋ ਕਿ ਤੁਸੀਂ ਕਿਉਂਕਿ ਜ਼ਾਰੀ ਬਾਤ ਹੈ ਬੈਂਡ ਹੁਣ ਬ੍ਰਾਂਡ ਦੀ ਸ਼ਕਲ ਤੁਸੀਂ ਬਣਾਇਆ, ਜੀ ਅੱਛਾ ਉਹ ਡਾਲਿਆਂ ਵਾਲੇ ਬੈਂਡ ਵਾਲੇ ਤੁਸੀਂ ਕਹਿਲਾਏ, ਜੀ ਸਭ ਕੁਝ ਕੀਤਾ, ਤੇ ਇਸ ਕੰਮ ਦੇ ਵਿੱਚ ਕੋਈ ਜਿੱਦਤ ਵੀ ਲੈ ਕੇ ਆ ਰਹੇ ਹੋ, ਕੋਈ ਐਸੀ ਚੀਜ਼ ਜਿਹੜੀ ਯੂਨੀਕ ਹੋਵੇ ਜਾਂ ਕੋਈ ਐਸਾ ਕੰਮ ਜਾਂ ਕੋਈ ਐਸੀ ਗੱਲ, ਜਾਂ ਤੁਸੀਂ ਕਹੋ ਕਿ ਵੀ ਯਾਰ ਬਣਨਾ ਸੀ ਇਸ ਆਪਣੇ ਨਾ ਇੱਕ ਕਿਸਮ ਦਾ ਸਾਰਾ ਕੁਝ ਚੇਂਜ ਕਰਨਾ ਬੈਂਡ ਦੀ ਇੰਡਸਟਰੀ ਦੇ ਵਿੱਚ ਵੀ ਕਨਕਲਾਪ ਕੋਈ ਐਸੀ ਚੀਜ਼ ਸੋਚ ਹੈ ਵੀ ਨਾ ਕੋਈ ਹਾਂਜੀ, ਪਹਿਲਾ ਚੇਂਜ ਤਾਂ ਜੀ ਇਹੀ ਸੀ ਕਿ ਜਿਹੜਾ ਸਾਰੀ ਦੁਨੀਆ ਨੇ ਦੇਖਿਆ, ਅਸੀਂ ਕੰਮ ਲੈ ਕੇ ਆਏ, ਸਾਨੂੰ ਪੂਰੀ ਦੁਨੀਆ ਦੇ ਬਾਹਰ ਤੱਕ ਲੋਕਾਂ ਨੇ ਦੇਖਿਆ ਕਿ ਅੱਛਾ ਕੰਮ ਕੀਤਾ। ਮੇਨ ਸਰਦਾਰ ਸਾਹਿਬ ਇਹ ਚੀਜ਼ ਹੁੰਦੀ ਹੈ, ਤੁਸੀਂ ਕੋਈ ਕੰਮ ਕਰਦੇ ਹੋ ਉਹ ਖੂਬਸੂਰਤ ਹੋਣਾ ਚਾਹੀਦਾ, ਸਾਫ ਸੁਥਰਾ ਹੋਣਾ ਚਾਹੀਦਾ ਵਾ, ਕਿਉਂਕਿ ਅਸੀਂ ਘਰਾਂ 'ਚ ਹੁਣ ਦੌਰ ਇਹ ਆ ਗਿਆ ਜੀ, ਆਪਾਂ ਖਾਣਾ ਘਰ 'ਚ ਖਾਂਦੇ ਨਹੀਂ ਜੀ। ਹੁਣ ਆਦਤ ਇਹ ਬਣ ਗਈ ਆ ਕਈ ਲੋਕਾਂ ਦੀ ਕਿ ਘਰ ਅਗਰ ਭਾਵੇਂ ਮਟਨ ਬਣਿਆ ਨਾ, ਉਹਨੇ ਬਾਹਰੋਂ ਵੀ ਲਾ ਕੇ ਰੋਟੀ ਖਾ ਲੈਣੀ ਆ, ਹਾਲਾਂਕਿ ਘਰ ਅੱਛਾ ਖਾਣਾ ਬਣਿਆ। ਜ਼ੇਨ ਬਣ ਗਿਆ ਲੋਕਾਂ ਦਾ ਕਿ ਪੈਸੇ ਖਰਚਣੇ ਆ, ਘਰ ਅਸੀਂ ਰੋਟੀ ਫ੍ਰੀ ਖਾ ਰਹੇ ਆ, ਬਾਹਰ ਹੋਟਲ 'ਚ ਜਾ ਕੇ ਅਸੀਂ 100 ਰੁਪਏ ਦੀ ਰੋਟੀ ਖਾਂਦੇ ਆ, ਉਹ ਸਾਨੂੰ ਬਿੱਲ 'ਚ 80 ਰੁਪਏ ਦੀ ਰੋਟੀ ਲੱਗਦੀ ਆ। ਅਸੀਂ ਉਹਨੂੰ ਕਦੀ ਨਹੀਂ ਪੁੱਛਿਆ ਅਸੀਂ ਕਿਉਂ ਜਾਂਦੇ ਆ, এনवायरमेंट ਸਕੂਨ ਮਿਲਦਾ, ਖੂਬਸੂਰਤੀ ਹੁੰਦੀ ਆ ਕੰਮ ਦੇ ਵਿੱਚ ਜੀ। ਅਸੀਂ ਇਹ ਚੀਜ਼ ਸੋਚੀ ਹੈ ਕਿ ਕੰਮ ਅੱਛਾ ਹੋਣਾ ਚਾਹੀਦਾ, ਖੂਬਸੂਰਤ ਹੋਣਾ ਚਾਹੀਦਾ, ਲੋਕ ਸਾਨੂੰ ਇਸ ਲਈ ਪਿਆਰ ਕਰਦੇ ਆ। ਅਸੀਂ ਅੱਗੇ ਵੀ ਮਤਲਬ ਚੀਜ਼ਾਂ ਨਵੀਆਂ ਲੈ ਕੇ ਆਏ, ਯੂਨੀਫਾਰਮ ਅੱਛਾ ਲੈ ਕੇ ਆਏ, ਯੂਨੀਫਾਰਮ ਤੁਹਾਡੇ ਸਾਹਮਣੇ ਵੀ ਪਾਇਆ, ਇਹ ਸਾਡਾ ਮਸ਼ਹੂਰ ਹੋਇਆ ਸੀ ਚਿੱਟਾ ਕੁੜਤਾ, ਤੇ ਉਸ ਤੋਂ ਬਾਅਦ ਹੋਰ ਯੂਨੀਫਾਰਮ ਵੀ ਸੀ। ਹੁਣ ਇਨਸ਼ਾਅੱਲਾ ਇੱਕ ਅਨਕਰੀਬ ਮਤਲਬ ਚੇਂਜ ਦਾ ਸੋਚ ਰਹੇ ਆ ਇਨਸ਼ਾਅੱਲਾ ਜੀ, ਤੇ ਉਹ ਮੇਰੀ ਕੋਸ਼ਿਸ਼ ਇਹ ਹੈ ਕਿ ਉਹ ਜਦੋਂ ਆਵੇ ਤੇ ਉਹਦਾ ਮੈਂ ਉਦੋਂ ਹੀ ਦੱਸਾਂ, ਤੇ ਉਹਦਾ ਇਨਸ਼ਾਅੱਲਾ ਜਿਹੜਾ ਓਪਨਿੰਗ ਹੋਏਗੀ ਉਹ ਵੀ ਵੱਡੀ ਹੋਏਗੀ ਇਨਸ਼ਾਅੱਲਾ, ਬਹੁਤ ਵੱਡੀ ਹੋਏਗੀ। ਤੁਸੀਂ ਓਪਨਿੰਗ ਵੀ ਬਾਹਰਲੇ ਮੁਲਕ 'ਚ ਸੋਚ ਰਹੇ ਹੋ, ਇਹ ਕੋਈ ਐਸੀ ਸੋਚ ਹੈ? ਮੈਨੂੰ ਕਿਉਂਕਿ ਸਾਡੇ ਜਸੂਸ ਤਗੜੇ ਹੁੰਦੇ ਨਾ, ਸਾਡੀ ਚਿੜੀਆ ਤਗੜੀ ਹੁੰਦੀ, ਸਾਨੂੰ ਦੱਸਦੀ ਹੈ ਕਿ ਕੋਈ ਅੰਸਾਰੀ ਬੈਂਡ ਵਾਲੇ ਨਾ ਕੋਈ ਵੱਡਾ ਧਮਾਕਾ ਕਰਨ ਲੱਗੇ ਨੇ। ਹਾਂਜੀ, ਸੋਚਿਆ ਜੀ, ਅੱਲਾਹ ਪਾਕ ਪੂਰਾ ਕਰੇ, ਬਾਕੀ ਸੋਚ ਅੱਛੀ ਆ, ਮਾਈਂਡ ਹੈ ਇਨਸ਼ਾਅੱਲਾ ਸਾਡਾ ਕਿ ਜਿਹੜੀ ਅਸੀਂ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਇਨਸ਼ਾਅੱਲਾ ਉਹਦੀ ਜਿਹੜੀ ਓਪਨਿੰਗ ਆ ਉਹ ਕਿਸੇ ਆਊਟ ਆਫ ਕੰਟਰੀ ਵਿੱਚ ਹੋਏਗੀ। ਅੱਛਾ, ਬੜੀ ਵੱਡੀ ਬ੍ਰੇਕਿੰਗ ਤੁਸੀਂ ਦੇ। ਹਾਂਜੀ, ਕਿਉਂਕਿ ਅੱਜ ਤੱਕ ਕਦੀ ਵਾਜੇ 'ਚ ਇਹ ਚੀਜ਼ ਹੋਈ ਹੈ ਜੀ? ਕਦੀ ਵੀ ਨਹੀਂ ਹੋਈ ਹੈ। ਅੱਛਾ, ਤੁਸੀਂ ਗੱਲ ਕੀਤੀ ਹੈ ਆਪਣਾ ਮਾਹੌਲ ਦੀ, ਖੂਬਸੂਰਤੀ ਦੀ, ਤੇ ਇਹ ਪੈਸਾ ਲਗਾਉਣ ਦੀ, ਇਹਦੇ ਤੇ ਅਸੀਂ ਆਵਾਂਗੇ, ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਮਿਲਦੇ ਹਾਂ, ਤੇ ਇਹ ਜਿਹੜੀ ਖੂਬਸੂਰਤੀ ਤੇ ਮਾਹੌਲ ਦੀਆਂ ਗੱਲਾਂ ਕਰ ਰਹੇ ਇਹ ਵੀ ਦੁਬਾਰਾ ਇਹਨਾਂ ਕੋਲ ਪੁੱਛਣਾ। ਵੈਲਕਮ ਬੈਕ ਨਾਜ਼ਰੀਨ, ਗੱਲ ਹੋ ਰਹੀ ਸੀ ਖੂਬਸੂਰਤੀ ਦੀ, ਮਾਹੌਲ ਦੀ, ਤੇ ਤੁਸੀਂ ਇਹ ਦੱਸੋ, ਤੁਸੀਂ ਹਰ ਤੀਜੇ ਮਹੀਨੇ, ਚੌਥੇ ਮਹੀਨੇ, 6ਵੇਂ ਮਹੀਨੇ ਤੁਸੀਂ ਪਹੁੰਚੇ ਹੁੰਦੇ ਹੋ ਮਲੇਸ਼ੀਆ, ਥਾਈਲੈਂਡ, ਬਾਕੂ, ਤੇ ਪਤਾ ਨਹੀਂ ਕਿਹੜੇ ਕੰਟਰੀ, ਕਰਦੇ ਕੀ ਹੋ? ਖੈਰ ਇੰਨਾ ਪੈਸਾ ਤੁਸੀਂ ਜਾ ਕੇ ਉੱਥੇ ਕੋਈ ਨਵਾਂ ਪ੍ਰੋਜੈਕਟ ਖੜਾ ਕਰ ਰਹੇ ਹੋ ਜਾਂ ਇਹ ਪੈਸੇ ਉਜਾੜਨ ਜਾਂਦੇ ਹੋ ਉੱਥੇ? ਨਹੀਂ, ਉਜਾੜਨ ਦਾ ਨਹੀਂ ਜੀ, ਸ਼ੌਕ ਆ ਜੀ। ਮੈਂ ਅੱਜ ਤੋਂ 8 ਸਾਲ ਲਗਾਤਾਰ ਟੂਰ ਕੀਤੇ ਆਪਣੇ, ਮੈਂ ਇੱਥੇ ਸਾਰੇ ਇਲਾਕੇ ਫਿਰਿਆ ਹੋਇਆ ਜੀ, ਸ਼ਿਓਸਰ, ਗਿਲਗਤ, ਕਲਾਸ਼, ਕਲਾਮ, ਠੀਕ ਹੈ। ਹੁਣ ਬਸ ਹੁੰਦਾ ਵਾ, ਹੁਣ ਮਾਸ਼ਾਅੱਲਾ ਅੱਲਾਹ ਪਾਕ ਨੇ ਸੁਣੀ ਆ ਜੀ, ਕਿਉਂਕਿ ਸਾਨੂੰ ਕੋਈ ਹੋਰ ਦਾ ਐਬ ਸ਼ੌਕ ਨਹੀਂ ਹੈ। ਸਿਰਫ ਜਦੋਂ ਕੋਈ ਦਿਲ ਕਰਦਾ ਫ੍ਰੀ ਹੋਈਦਾ ਵਾ ਤੇ ਮਲੇਸ਼ੀਆ ਚਲੇ ਜਾਈਦਾ। ਪਹਿਲਾ ਦਰਅਸਲ ਭੁੱਸ ਪਾਤਾ ਸਾਡੇ ਇੱਕ ਮਾਮੂ ਦੇ ਬੇਟੇ ਨੇ, ਪਹਿਲੇ ਉਹਨੂੰ ਮੈਨੂੰ ਤੇ ਛੋਟੇ ਭਾਈ ਤੋਂ ਬੁਲਾਇਆ ਸੀ, ਯਾਨੀ ਖਰਚਾ ਉਹਨੇ ਸਾਰਾ ਕੀਤਾ ਸੀ। ਕਹਿ ਲੋ ਕਿ 100 ਵਿੱਚੋਂ 80 ਰੁਪਏ ਉਸ ਬੰਦੇ ਨੇ ਖਰਚਾ ਕੀਤਾ ਸਾਡੇ ਲਈ। ਤੇ ਹੁਣ ਇੱਕ ਉੱਥੇ ਮਾਸ਼ਾਅੱਲਾ ਛੋਟਾ ਜਿਹਾ ਹਲੇ ਹਵਾ ਮਾੜੀ ਜਿਹੀ ਦਿੱਤੀ, ਆਪਾਂ ਇਹ ਕਹਿ ਸਕਦੇ ਹਾਂ ਕਿ ਛੋਟਾ ਜਿਹਾ ਉੱਥੇ ਇੱਕ ਕੰਮ ਸਟਾਰਟ ਕੀਤਾ ਵਾ, ਤੇ ਉਹਦਾ ਹਲੇ ਦੱਸਿਆ ਲੋਕਾਂ ਨੂੰ ਇਹ ਨਹੀਂ ਵਜ੍ਹਾ ਤੋਂ ਭਰਾਵਾਂ ਨੂੰ ਜਾਂ ਦੋਸਤਾਂ ਨੂੰ, ਕਿਉਂਕਿ ਮੈਂ ਜ਼ਰੂਰਤ ਨਹੀਂ ਸਮਝੀ ਦੱਸਣਾ, ਕਿਉਂਕਿ ਇੱਕ ਆਉਣ ਵਾਲੇ ਵਕਤ 'ਚ ਇਨਸ਼ਾਅੱਲਾ ਆਪੀ ਹਰ ਬੰਦੇ ਨੂੰ ਪਤਾ ਲੱਗ ਜਾਏਗਾ। ਤੇ ਉੱਥੇ ਹੁਣ ਇੰਨੀ ਕੁ ਮਾਸ਼ਾਅੱਲਾ ਉੱਥੇ ਮਾਹੌਲ ਬਣ ਗਿਆ, ਸਾਰੀ ਬ੍ਰਾਂਡ ਮਲੇਸ਼ੀਆ 'ਚ ਵੀ ਲਾਂਚ ਹੋਣ ਲੱਗਾ ਕੋਈ? ਨਹੀਂ, ਉੱਥੇ ਬੈਂਡ ਨਹੀਂ ਕਰਨਾ ਜੀ, ਨਹੀਂ ਬ੍ਰਾਂਡ, ਹਾਂ ਬ੍ਰਾਂਡ ਇਹ ਆਪਾਂ ਕਹਿ ਸਕਦੇ ਹਾਂ। ਉੱਥੇ ਇੱਕ ਚੱਲ ਰਹੀ ਹੈ ਮਾਸ਼ਾਅੱਲਾ, ਇਨਵੈਸਟਮੈਂਟ ਵੀ ਹਲੇ ਛੋਟੀ ਜੀ ਹੋ ਗਈ ਆ, ਤੇ ਬਾਕੀ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਜੀ ਇਨਸ਼ਾਅੱਲਾ ਅੱਛਾ ਹੀ ਹੋਏਗਾ। ਤੇ ਕੀ ਕਾਹਦੇ ਵਾਸਤੇ ਤੁਸੀਂ, ਕਿਉਂਕਿ ਬੜੀ ਗੱਲ ਕੀਤੀ ਨਾ, ਤੁਹਾਡੇ ਐਪ ਵੀ ਕੋਈ ਨਹੀਂ, ਤੁਹਾਡੇ 'ਚ ਕੋਈ ਇਸ ਤਰ੍ਹਾਂ ਦਾ ਪ੍ਰੋਬਲਮ ਹੀ ਕੋਈ ਨਹੀਂ, ਤੇ ਫਿਰ ਖੂਬਸੂਰਤੀ ਤੇ ਮਾਹੌਲ ਦੇਖਣ ਵਾਸਤੇ ਇਹਨਾਂ ਮੁਲਕਾਂ 'ਚ ਕਿਉਂ ਜਾਂਦੇ ਹੋ ਤੁਸੀਂ? ਦੇਖੋ ਜੀ, ਉੱਥੇ ਮੇਨ ਵਜ੍ਹਾ ਨਾ, ਉੱਥੇ ਮੇਰੀ ਗੈਦਰਿੰਗ ਬੜੀ ਅੱਛੀ ਆ, ਉੱਥੇ ਮੇਰੇ ਦੋਸਤ ਬਹੁਤ ਜ਼ਿਆਦਾ ਬਣ ਗਏ ਨੇ। ਉੱਥੇ ਮੈਨੂੰ ਜਾ ਕੇ ਨਾ ਹੋਟਲ ਦੀ ਪਰੇਸ਼ਾਨੀ ਹੁੰਦੀ ਆ, ਨਾ ਖਾਣ ਪੀਣ ਦੀ ਹੁੰਦੀ ਆ, ਨਾ ਗੱਡੀਆਂ ਦੀ ਹੁੰਦੀ ਆ, ਕਿਉਂਕਿ ਵੀਡੀਓਜ਼ ਦੇ ਵਿੱਚ ਵੀ ਅਕਸਰ ਦੇਖਿਆ ਹੋਣਾ, ਮੈਂ ਹਲੇ 에ਅਰਪੋਰਟ ਤੋਂ ਬਾਹਰ ਨਹੀਂ ਨਿਕਲਿਆ ਹੁੰਦਾ ਤੇ ਮੈਨੂੰ ਲੈਣ ਨੂੰ 3-3 4-4 ਗੱਡੀਆਂ ਖੜੀਆਂ ਹੁੰਦੀਆਂ। ਫਿਰ ਉੱਥੇ ਇੱਕ ਪੱਕੀ ਗੱਡੀ ਮਾਮੂ ਦੇ ਮੁੰਡੇ ਨੇ ਕਿਹਾ ਕਿ ਜਦੋਂ ਤੂੰ ਆਣਾ ਭਾਈ, ਗੱਡੀ ਤੇਰੀ ਆ, ਇੱਥੇ ਖੜੀ ਆ, ਉੱਥੇ ਉਸ ਗੱਡੀ ਤੇ ਮੈਂ ਜਿੱਥੇ ਆਣਾ ਜਾਣਾ, ਮੈਨੂੰ ਉੱਥੇ ਹਰ ਸਹੂਲਤ ਮੌਜੂਦ ਆ। ਇਸ ਵਜ੍ਹਾ ਤੋਂ ਮੈਂ ਜਦੋਂ ਜਾਣਾ ਫ੍ਰੀ ਹੁੰਨਾ, ਉਹ ਫਿਰ ਉੱਥੇ ਚਾਹੀਦਾ, ਕਿਉਂਕਿ ਮੈਨੂੰ ਤਾਂ ਚਾਹੀਦਾ ਮੇਨ ਗੈਦਰਿੰਗ, ਸਕੂਨ, ਉੱਥੇ ਜਾ ਕੇ ਮੈਨੂੰ ਆਉਂਦਾ।
ਇਹ ਬੜੀ ਗੱਲ ਤੁਸੀਂ ਕੀਤੀ ਕਿ ਤੁਹਾਡੇ ਮਾਮੂ ਦੇ ਮੁੰਡੇ ਨੇ ਤੁਹਾਨੂੰ ਇੱਕ ਕਿਸਮ ਦਾ ਕਿਹਾ ਕਿ ਜੀ ਗੱਡੀ ਖੜੀ। ਵੈਸੇ ਤੇ ਮੰਮੀ ਤੌਰ ਤੇ ਰਿਸ਼ਤੇਦਾਰ ਤੇ ਜਿਹੜੇ ਹੁੰਦੇ ਨੇ ਉਹ ਤੇ ਆਪਣੇ ਕਜ਼ਨਾਂ ਨੂੰ ਮਾਰ ਕੇ ਸੁਣਦੇ ਨੇ। ਅੱਛਾ, ਕੋਈ ਐਸੇ ਵੀ ਕਜ਼ਨ ਜਾਂ ਕੋਈ ਦੋਸਤ ਹੈ ਨਾ ਜਿਹੜੇ ਤੁਹਾਡੇ ਤੋਂ ਤੁਹਾਡੇ ਇਸ ਤਰ੍ਹਾਂ ਗੱਲਾਂ ਕਰਦੇ ਹੋ ਤੁਹਾਡੇ ਬਾਰੇ? ਕਿਉਂਕਿ ਦੇਖੋ ਨਾ, ਐਡੀ ਵੱਡੀ ਤੁਸੀਂ ਗੱਲ ਕੀਤੀ ਕਿ ਮਾਮੂ ਦਾ ਮੁੰਡਾ ਜਨਾਬ ਉਹਨੇ ਗੱਡੀ ਸਪੈਸ਼ਲ ਮੇਰੇ ਵਾਸਤੇ ਖੜੀ ਕੀਤੀ, ਹਾਂਜੀ ਤਾਂ ਕੋਈ ਐਸੇ ਵੀ ਹੋਣਗੇ, ਉਹਨਾਂ ਦੇ ਬਾਰੇ ਕੀ ਕਹੋਗੇ? ਹਾਂਜੀ, ਬਥੇਰੇ ਆ ਜੀ। ਕੋਈ ਕਜ਼ਨ ਲਾ ਲਓ 2-4, ਫਿਰ ਦੋਸਤ ਬਥੇਰੇ ਨੇ। ਠੀਕ ਹੋ ਗਿਆ ਕਿ ਜਿਹੜੇ ਮਤਲਬ ਜਿੱਥੇ ਬੈਠਦੇ ਸਾਡੀਆਂ ਮਾੜੀਆਂ। ਕਈ ਐਸੇ ਸੀ ਕਿ ਜਿਹੜੇ ਕਜ਼ਨ ਮੇਰੇ ਕੋਲ ਇਹ ਚੀਜ਼ਾਂ ਪਾਉਂਦੇ ਰਹੇ ਨਾ ਪੁਰਾਣੇ ਵਕਤਾਂ ਦੇ ਵਿੱਚ, ਅੱਜ ਉਹ ਮੇਰੀ ਮੁਖਾਲਫਤ ਕਰਨ ਦੇ ਆ। ਕੈਸੀ ਕਰਨਾ ਠੀਕ ਹੈ ਨਾ, ਅੱਜ ਉਹ ਮੇਰੀ ਮੁਖਾਲਫਤ ਕਰਨ ਦੇ ਆ, ਲੇਕਿਨ ਆਪਣੇ ਦਿਲ ਵਿੱਚ ਨਾ ਗੱਲਾਂ ਬੜੀਆਂ ਕੰਨੀ ਵੀ ਸੁਣੀਆਂ ਹੋਈਆਂ ਵਾ, ਵੀਡੀਓ 'ਚ ਵੀ ਦੇਖੀਆਂ ਹੋਈਆਂ ਵਾ। ਇਧਰੋਂ ਸੁਣੀ ਦੀ ਹੈ ਜੀ, ਇਧਰੋਂ ਕੱਢ ਦਿੱਤੀ ਆ, ਕਿਉਂਕਿ ਅਸੀਂ ਦਿਲ 'ਚ ਕਿਸੇ ਵਾਸਤੇ ਕੋਈ ਚੀਜ਼ ਨਹੀਂ ਰੱਖਦੇ ਜੀ। ਮੈਂ ਦਿਲ 'ਚ ਕਿਸੇ ਵਾਸਤੇ ਚੀਜ਼ ਇਸ ਲਈ ਰੱਖਦਾ ਯਾਰ, ਮੈਂ ਉਹ ਇੱਕ ਬੰਦੇ ਦੀ ਉਹ ਹੋ ਸਕਦਾ ਉਹਦੀ ਆਦਤ ਇਸ ਤਰ੍ਹਾਂ ਦੀ ਹੋਵੇ। ਦੇਖੋ ਜੀ, ਅੱਲਾਹ ਪਾਕ ਨੇ ਤਾਂ ਤੁਹਾਨੂੰ ਜਾਂ ਮੈਨੂੰ ਜਾਂ ਕਿਸੇ ਵੀ ਇਨਸਾਨ ਨੂੰ ਉਦੋਂ ਨਵਾਜ਼ਣਾ ਵਾ ਜਦੋਂ ਉਹਦਾ ਢਿੱਡ ਵੀ ਸਾਫ਼ ਆ, ਉਹਦਾ ਦਿਲ ਵੀ ਸਾਫ਼ ਆ। ਜਦੋਂ ਕਿਸੇ ਢਿੱਡ 'ਚ ਹੋਵੇ ਹੀ ਪਲੀਤੀ, ਉਹ ਬੰਦਾ ਕਦੀ ਤਰੱਕੀ ਨਹੀਂ ਕਰਦਾ। ਪਿਛਲੇ ਦਿਨਾਂ ਬਲਕਿ ਮੈਨੂੰ ਇਸ ਵਾਕਿਆ ਦਾ ਇਲਮ ਹੀ ਹੈ, ਚੁੱਕਿ ਮੈਂ ਵੀ ਤੁਹਾਡੇ ਨਾਲ ਸੀ, ਲੇਕਿਨ ਮੈਨੂੰ ਦੱਸੋ ਕਿ ਤੁਹਾਡੇ ਤਾਂ ਬਲਕਿ ਲੋਕ ਕਾਰੋਬਾਰ ਦੇ ਤਾਲੇ ਤੱਕ ਲਗਵਾ, ਇੰਨਾ ਤਾੜੀਆਂ ਮਾਰੀਆਂ, ਖੁਸ਼ੀਆਂ ਮਨਾਈਆਂ ਲੋਕਾਂ ਨੇ, ਤਾਂ ਕਿਹਾ ਬਈ ਇਹ ਤਾਂ ਅੰਸਾਰੀ ਪੈਪ ਬੈਂਡ ਬੰਦ ਹੋ ਗਿਆ, ਖਤਮ ਹੋ ਗਿਆ। ਇਹ ਲੋਕ ਕਿਆ ਤੁਸੀਂ ਸਮਝਦੇ ਹੋ ਕਿ ਵੀ ਇੰਨੀ ਨਫ਼ਰਤ ਤੁਹਾਡੇ ਨਾਲ? ਔਰ ਵੇਖੋ, ਤੁਹਾਡਾ ਕੰਮ ਵੀ ਕੋਈ ਐਸਾ ਨਹੀਂ ਜਿਹਦੇ ਨਾਲ ਕਿਸੇ ਨੂੰ ਤਕਲੀਫ ਹੋਵੇ, ਤਾਂ ਖੁਸ਼ੀਆਂ ਦੇਣ ਵਾਲਾ ਕੰਮ ਹੈ ਜੀ। ਤੇ ਲੋਕ ਇਸ ਨਹਿਜ ਤੱਕ ਪਹੁੰਚੇ ਤਾਂ ਲੋਕਾਂ ਨੇ ਖੁਸ਼ੀਆਂ ਮਨਾਈਆਂ, ਇਹਦੇ ਬਾਰੇ ਕੀ ਕਹੋਗੇ? ਖੁਸ਼ੀਆਂ ਜੀ, ਜਿਹੜਾ ਬੰਦਾ ਸਾਡਾ ਮੁਕਾਬਲਾ ਨਹੀਂ ਨਾ ਕਰ ਸਕਦਾ, ਸਾਰੀ ਬਾਤ ਉਹਨੇ ਤਾਂ ਫਿਰ ਸਾਡੀ ਮਤਲਬ ਜਦੋਂ ਕੋਈ ਮਾੜੀ ਹੋਣੀ ਉਹਦੀ ਖੁਸ਼ੀ ਮਨਾਉਣੀ ਆ। ਜਦੋਂ ਆਪ ਕੋਈ ਖੁਸ਼ੀ ਵਾਲਾ ਕੰਮ ਹੀ ਨਹੀਂ ਕਰ ਸਕਦਾ। ਤੇ ਉਹ ਪਿੱਛੇ ਜੇ ਦੁਕਾਨ ਸੀਲ ਹੋ ਗਈ ਸੀਗੀ, ਤੇ ਹਾਲਾਂਕਿ ਮਾਮਲਾ ਵੀ ਐਡਾ ਕੋਈ ਨਹੀਂ ਸੀ, ਦੁਕਾਨ ਬਣਾਈ ਤਾਂ ਮੈਨੂੰ 7 ਸਾਲ ਹੋ ਗਏ ਸੀ ਜੀ। ਕਹਿੰਦੇ ਜੀ ਕਿਸੇ ਨੇ ਐਵੇਂ ਦਰਖਾਸਤ ਦਿੱਤੀ ਜੀ ਨਾਕਸ ਮਟੀਰੀਅਲ, ਉਹ ਤੈਨੂੰ 7 ਸਾਲ ਬਾਅਦ ਨਾਕਸ ਮਟੀਰੀਅਲ ਦਿਖਿਆ ਤੇ 7 ਸਾਲ ਡਿੱਗੀ ਰਹੀ ਤੇ ਅਗਲੇ 7 ਸਾਲ ਵੀ ਜਿਹੜਾ ਸੀਲ ਕਰਨ ਆਇਆ ਉਹ ਸਾਡਾ ਭਰਾ, ਕੋਈ ਸਾਡਾ ਜਿਹੜਾ ਵੀ ਅਫਸਰ ਸੀ, ਪਹਿਲੇ ਆ ਕੇ ਚੈੱਕ ਕਰ ਲੈਂਦਾ ਯਾਰ ਵਾਕਈ ਨਾਕਸ ਲੱਗਾ। ਖੈਰ ਜੀ, ਅੱਲਾਹ ਪਾਕ ਕਿਦਾਂ ਦੇ ਲੋਕਾਂ ਨੂੰ ਹਦਾਇਤ ਦੇਵੇ ਜੀ। ਗੱਲ ਤਾਂ ਫਿਰ ਸਰਦਾਰ ਸਾਹਿਬ ਉਹੀ ਆ ਗਈ ਨਾ, ਜਿਹੜੇ ਚੌਂਕ ਦੇ ਵਿੱਚ ਜਦੋਂ ਮੈਨੂੰ ਕੋਈ ਕਹਿੰਦਾ ਸੀ ਯਾਰ ਉਹ ਪੁੱਤ ਗੱਲ ਸੁਣੀ, ਉਹ ਉੱਥੋਂ 2 ਚਾਵਾਂ ਤਾਂ ਫੜ ਕੇ ਲਿਆਈ, ਉਹ ਯਾਰ ਉੱਥੋਂ 2 ਬੋਤਲਾਂ ਦਾ ਫੜ ਕੇ ਲਿਆਈ। ਅੱਜ ਜਿਹੜਾ ਬੰਦਾ ਉੱਥੇ ਲੋਕਾਂ ਦੀਆਂ ਚਾਵਾਂ ਢਾਉਂਦਾ ਰਿਹਾ, ਅੱਜ ਉੱਥੇ ਉਹ ਬੰਦੇ ਕੋਲ ਉਸ ਪੂਰੇ ਮੁਹੱਲੇ 'ਚ ਸਭ ਤੋਂ ਵੱਡੀ ਗੱਡੀ ਉਸ ਬੰਦੇ ਕੋਲ ਆ, ਫਿਰ ਦੁੱਖ ਤਾਂ ਆਉਣਾ ਹੀ ਆ ਨਾ ਜੀ। ਉਹਨਾਂ ਨੇ ਫਿਰ ਸੋਚਣਾ ਤਾਂ ਹੈ ਨਾ। ਤੁਹਾਡੀ ਸ਼ੋਹਰਤ ਤੁਹਾਡੀ ਦੁਸ਼ਮਣ ਬਣ ਗਈ, ਦੁਸ਼ਮਣ ਬਣ ਗਈ ਹੈ ਜੀ। ਅੱਛਾ, ਜ਼ਿੰਦਗੀ ਦਾ ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਯਾਦ ਹੋਵੇ, ਤੁਸੀਂ ਬਈ ਉਹਨੂੰ ਜਦੋਂ ਵੀ ਸੋਚਦੇ ਤੁਸੀਂ ਖੁਸ਼ ਹੋ ਜਾਂਦੇ ਕਿ ਯਾਰ ਜੋ ਵੀ ਹੋਇਆ ਜ਼ਿੰਦਗੀ ਦੇ ਵਿੱਚ, ਪਰ ਉਹ ਵਾਕਿਆ ਤੁਹਾਨੂੰ ਅੱਜ ਤੱਕ ਨਹੀਂ ਭੁੱਲਿਆ? ਵਾਕਿਆ ਜੀ, ਮੈਨੂੰ ਨਾ ਜ਼ਿਆਦਾ, ਕਿਉਂਕਿ ਖੁਸ਼ੀ ਅਸੀਂ ਭਰਾ ਦੇਖਣ ਲੱਗੇ ਜੀ 3 ਸਾਲ ਤੋਂ। ਵਾਕਿਆ ਸਾਡੇ ਕੋਲ ਜਿੰਨੇ ਵੀ ਨਾ ਸਾਰੇ ਸਾਡੇ ਕੋਲ ਮਤਲਬ ਉਹ ਦੁੱਖਾਂ ਭਰੇ ਯਾਰ। ਨਹੀਂ, ਦੁੱਖਾਂ ਦਾ ਪੁੱਛਾਂਗਾ, ਪਹਿਲੇ ਖੁਸ਼ੀ ਵਾਲਾ ਪੁੱਛਾਂਗਾ ਤੁਹਾਡੇ ਕੋਲ। ਖੁਸ਼ੀ ਵਾਲਾ ਜੀ ਬਸ ਹੁਣ ਆਹੀ ਆ, ਜਦੋਂ ਭੈਣ ਭਰਾ ਇਕੱਠੇ ਹੋਈਦਾ ਵਾ, ਜਦੋਂ ਕਿਤੇ ਆਈ ਜਾਈਦਾ ਵਾ, ਬਸ ਹੁਣ ਜ਼ਿੰਦਗੀ ਸਿਰਫ ਇੱਕ ਆ ਹੀ ਆ, ਹੋਰ ਬਸ ਨਹੀਂ ਹੈ ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਅੱਜ ਤੱਕ ਨਾ ਭੁੱਲਿਆ ਹੋਵੇ, ਚਾਹੇ ਉਹ ਦੁੱਖ ਭਰਿਆ ਹੀ ਕਿਉਂ ਨਾ ਹੋਵੇ? ਕੋਈ ਐਸੀ ਗੱਲ ਹੈਗੀ ਆ ਜੀ, ਬਸ ਮੈਂ ਕਹਿੰਦਾ ਨਾ ਕਰਾਂ ਮੈਂ ਨਹੀਂ ਕਰੋ, ਤਾਂ ਕਿ ਲੋਕ ਸੁਣਨ ਔਰ ਲੋਕ ਉਸ ਤੋਂ ਇੱਕ ਕਿਸਮ ਦਾ, ਕਿਉਂਕਿ ਸੋਸ਼ਲ ਦੇ ਉੱਪਰ ਨਾ ਲੋਕ ਤੁਹਾਨੂੰ ਪਤਾ ਗੱਲਾਂ ਵੀ ਬੜੀਆਂ ਕਰਨ ਲੱਗ ਜਾਂਦੇ ਆ, ਤੇ ਉਹ ਬਸ ਨਾ ਮਾਮਲੇ ਬੜੇ ਆ ਜੀ। ਤੇ ਇੱਕ ਐਸਾ ਟਾਈਮ ਸੀ ਤੇ ਅਸੀਂ ਨਾ ਘਰ ਦੀ ਛੱਤ ਪਾਉਣੀ ਸੀਗੀ, TR ਲਿਆਂਦੇ ਜਿਹੜੇ ਅਸੀਂ ਪੁਰਾਣੇ ਘਰ 'ਚ ਰਹਿੰਦੇ ਸੀ 1.5 ਮਰਲੇ ਦੇ ਵਿੱਚ, ਉਹ ਗੈਲਰੀ ਪਾਉਣੀ ਸੀ। ਵਾਲ ਸਾਹਿਬ ਨੇ ਕਮੇਟੀ ਪਾਈ, ਗੈਲਰੀ ਪਾਉਣੀ ਸੀ, TR ਲਿਆਂਦੇ ਤੇ ਇੱਕ ਗਾਰਡਨ ਲਿਆਂਦਾ ਵੀ ਗੈਲਰੀ ਪਾ, ਕਿਉਂਕਿ ਇੱਕ ਤਾਂ ਕਮਰਾ ਹੁੰਦਾ ਸਾਡੇ ਕੋਲ। ਉਹਨੇ ਕਿਹਾ ਚਲੋ ਗੈਲਰੀ ਪਾਉਂਗੇ, ਜਿਹੜਾ ਫਾਲਤੂ ਸਮਾਨ ਹੋਗਾ ਨਾ ਉਹਦੇ ਉੱਤੇ ਆ ਜਾਊਗਾ। ਤੇ ਮੈਂ ਨਾ ਹੁਣ ਇਹ ਸੋਚਿਆ ਹੋਇਆ ਬਰਾਮਦਾ ਟਾਈਪ। ਹਾਂਜੀ, ਮੈਂ ਜਦੋਂ ਘਰ ਬਣਾਉਣਾ ਨਾ, ਮੈਂ ਉੱਥੇ ਉਹ 11 ਜਾਂ 12 TR ਪੈਣੇ ਸੀਗੇ ਉੱਥੇ। ਮੈਂ ਉਹ TR ਲਿਆਣੇ ਆ ਤੇ ਇੱਕ ਮੈਂ ਗਾਰਡ ਲਿਆਣਾ, ਮੈਂ ਉਹਦੀ ਇੱਕ ਡਿਸਪਲੇ ਕਰਨੀ ਆਪਣੇ ਕਮਰੇ ਦੇ ਵਿੱਚ, ਕਿਉਂਕਿ ਉਹ ਮੇਰੀ ਜ਼ਿੰਦਗੀ ਦੀ ਇੱਕ ਬੜੀ ਵੱਡੀ ਦਾਸਤਾਨ ਆ। ਉਹਨਾਂ TR ਤੇ ਲਿਆਂਦੇ ਰੱਖੇ, ਉਹ 6 ਮਹੀਨੇ ਪੇਰੇ ਜੀ, ਗੈਲਰੀ ਪਾਵਾਂਗੇ, ਪੈਸੇ ਹੋਣਗੇ ਤੇ ਪਾਵਾਂਗੇ, ਹਾਲਾਤ ਇਹਨੇ ਮਤਲਬ ਹੋਣੇ। ਲੋ ਜੀ, TR ਗਾਰਡਰ ਆ ਗਏ ਨੇ, ਆ ਗਏ। ਹਾਂਜੀ, ਉਹ ਮਟੀਰੀਅਲ ਯਾਨੀ 6 ਮਹੀਨੇ ਪਿਆ ਰਿਹਾ। ਹਾਂਜੀ, ਟਾਈਲਾਂ, ਫਿਰ ਸਮਾਨ, ਫਿਰ ਮਤਲਬ ਮਜ਼ਦੂਰੀ। ਉਦੋਂ ਦਾ ਵਕਤ ਸਰਦਾਰ ਸਾਹਿਬ ਇਹ ਹੁੰਦਾ ਸੀ ਕਿ ਡੰਗ ਦੀ ਡੰਗ ਬੜਾ ਔਖਾ ਸਾਰੀ ਦਾ ਸੀਗਾ। ਉਹ ਭਾਈ ਪਏ ਹੋਣੇ ਤੇ ਹਾਲਾਤ ਇਹਨੇ ਟੈਟ ਹੋਣੇ, ਸਾਨੂੰ ਤਾਂ ਕੋਈ ਮੰਗਿਆ 1000 ਦਿੰਦਾ ਦਿੰਦਾ ਸੀ। ਉਹ ਭਾਈ ਜਦੋਂ ਕੋਈ ਬਹੁਤੀ ਪਰੇਸ਼ਾਨੀ ਹੋਣੀ ਤੇ ਉਹ ਨਾ ਇੱਕ TR ਚੱਕਣਾ, ਉਹ ਭਾਈ ਮੈਂ ਵੇਚ ਕੇ ਆਣਾ ਕਵਾੜਾ ਖਾਨੇ, ਉਹ ਵੇਚ ਕੇ ਆਣਾ, ਆ ਕੇ ਫੇਰ ਗੁਜ਼ਾਰਾ ਕਰਨਾ। ਉਹ ਜਦੋਂ ਬਹੁਤੀ ਫੇਰ ਆਣਾ ਕੋਈ ਏਦਾਂ ਦਾ ਮਸਲਾ, ਲੋ ਜੀ
ਮੈਂ ਛੋਟੇ ਨੂੰ ਕਹਣਾ ਯਾਰ ਮੈਂ ਨਹੀਂ, ਜਿਹੜਾ ਮੈਨੂੰ ਨਾ ਸ਼ਰਮ ਆਉਂਦੀ ਹੈ, ਮੈਂ ਇੱਕ ਟੀਆਰ ਨਵਾਂ ਟੀਆਰ ਆ, ਮੈਂ ਚੱਕ ਕੇ ਵਾਲਖਾਨੇ ਦੇਣ ਜਾਣਾ ਯਾਰ, ਜਾ ਤੂੰ ਜਾ। ਉਹਨੇ ਕਹਣਾ ਯਾਰ ਮੈਂ ਨਹੀਂ ਜਾਣਾ, ਉਹ ਯਾਨੀ ਉਹ ਵੇਚ ਕੇ ਆਣਾ। ਤੇ ਉਹ ਲੋ ਜੀ ਇਦਾਂ ਕਰਦੇ ਕਰਦੇ ਨਾ ਉਹ ਸਾਰੇ ਟੀਆਰ ਤੇ ਗਾਰਡਰਸ ਨਾ ਸੀ ਵੇਚਿਆ। ਯਾਨੀ ਅਸੀਂ ਉਸ ਵਕਤ ਚ ਲੱਗੇ ਹੋਏ ਆ। ਨਾਜ਼ਰੀਨ, ਇਹ ਦੇਖੋ, ਜਿਹੜਾ ਇਨਸਾਨ ਇਸ ਵਕਤ ਤੋਂ ਨਿਕਲਿਆ ਹੁੰਦਾ ਹੈ, ਇਹ ਸਿਰਫ ਉਸ ਨੂੰ ਪਤਾ ਹੁੰਦਾ ਹੈ ਕਿ ਉਹਦੇ ਨਾਲ ਕੀ ਬੀਤੀ ਹੈ। ਤੇ ਅਸੀਂ ਬੜੀ ਛੇਤੀ ਲੋਕਾਂ ਦਾ ਮਜ਼ਾਕ ਉਡਾਉਂਦੇ ਹਾਂ, ਲੋਕਾਂ ਨੂੰ ਬੁਰਾ ਭਲਾ ਕਹਿੰਦੇ ਹਾਂ, ਲੋਕਾਂ ਨਾਲ ਨਫ਼ਰਤ ਕਰਨ ਲੱਗ ਪੈਂਦੇ ਹਾਂ, ਔਰ ਕਮੈਂਟਾਂ ਦੇ ਵਿੱਚ ਜਾ ਜਾ ਕੇ ਉਹਨਾਂ ਦੇ ਬਾਰੇ ਉਹ ਬਕਵਾਸੀਅਤ ਕਰਨੇ ਆ। ਔਰ ਜਿਹੜੀ ਉਸ ਬੰਦੇ ਨੇ ਜ਼ਿੰਦਗੀ ਕੱਟੀ ਹੁੰਦੀ ਹੈ, ਜਿਹੜੀ ਉਸ ਬੰਦੇ ਨੇ ਇੰਨੀ ਸਟਰਗਲ ਕੀਤੀ ਹੁੰਦੀ, ਇੰਨੀ ਮਿਹਨਤ ਕੀਤੀ, ਇੰਨੀਆਂ ਕੁਰਬਾਨੀਆਂ ਦਿੱਤੀਆਂ ਹੁੰਦੀਆਂ ਨੇ, ਉਹ ਸਾਨੂੰ ਨਹੀਂ ਯਾਦ ਆਉਂਦੀਆਂ। ਅਸੀਂ ਸਿਰਫ ਔਰ ਸਿਰਫ ਉਹਨਾਂ ਦੇ ਜ਼ਾਹਰੀ ਵਜ਼ਾਕਤਾਂ, ਜ਼ਾਹਰੀ ਅਰੂਜ ਨੂੰ ਦੇਖ ਕੇ ਅਸੀਂ ਕੋਈ ਵੀ ਅੰਦਾਜ਼ਾ ਲਗਾ ਲੈਂਦੇ ਹਾਂ ਔਰ ਉਹਨਾਂ ਦੇ ਬਾਰੇ ਬਹੁਤ ਬੁਰਾ ਭਲਾ ਕਹਿੰਦੇ ਹਾਂ। ਇਹ ਜਿੰਦੀ ਜਾਗਦੀ ਮਿਸਾਲ ਅੰਸਾਰੀ ਬੈਂਕ ਦੀ ਤੁਹਾਡੇ ਸਾਹਮਣੇ, ਕਿ ਜਿਨ੍ਹਾਂ ਨੇ ਵਾਕਈ, ਜਿਵੇਂ ਕਹਿੰਦੇ ਨਾ ਕਿ ਗਰੀਬੀ ਦੀ ਹਿੱਕ ਤੋੜ ਕੇ ਨਿਕਲਿਆ ਪਾੜ ਕੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਫਿਰ ਮਿਹਨਤਾਂ ਕੀਤੀਆਂ। ਜੇ ਅੱਲਾਹ ਤਾਲਾ ਨੇ ਇਹਨਾਂ ਨੂੰ ਦੇ ਦਿੱਤਾ, ਅੱਲਾਹ ਤਾਲਾ ਨੇ ਇਹਨਾਂ ਨੂੰ ਨਾਮ ਦੇ ਦਿੱਤਾ, ਮੁਕਾਮ ਦੇ ਦਿੱਤਾ, ਅਰੂਜ ਦੇ ਦਿੱਤਾ, ਤੇ ਥੋੜਾ ਜਿਹਾ ਸਾਰੇ ਬਲਕਿ ਰਿਸ਼ਤੇਦਾਰੋ ਤੇ ਦੋਸਤੋ ਇਹਨਾਂ ਦਿਓ, ਤੁਸੀਂ ਥੋੜਾ ਜਿਹਾ ਜਰ ਕੇ ਦੇਖੋ, ਥੋੜਾ ਇਹਨਾਂ ਵਾਸਤੇ ਦੁਆ ਕਰਿਆ ਕਰੋ ਔਰ ਆਪਣੇ ਵਾਸਤੇ ਮਿਹਨਤ ਕਰਿਆ ਕਰੋ। ਇਹ ਲੋਕ ਕਿੱਥੋਂ ਨਿਕਲੇ ਨੇ ਔਰ ਕਿੱਥੇ ਤੱਕ ਪਹੁੰਚੇ ਨੇ, ਇਸ ਵਾਸਤੇ ਕਿਸੇ ਦੇ ਬਾਰੇ ਵੀ ਕੋਈ ਅੰਦਾਜ਼ੇ ਐਸੇ ਨਹੀਂ ਲਗਾਉਣੇ ਚਾਹੀਦੇ। ਅੱਛਾ, ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਦੇਖੋ ਖੁਰਮ ਸਾਹਿਬ, ਤੁਸੀਂ ਇੰਤਹਾਈ ਸੌਫਟ ਹਾਰਟਡ, ਔਰ ਤੁਹਾਡੇ ਕੋਲੋਂ ਜ਼ਿੰਦਗੀ ਦੇ ਵਿੱਚ ਸਾਰੀ ਬਾਤ, ਤੁਹਾਡਾ ਕੰਮ ਹੀ ਐਸਾ ਹੈ ਕਿ ਕਿਸੇ ਨੂੰ ਕੋਈ ਤਕਲੀਫ ਨਹੀਂ ਪਹੁੰਚੀ। ਔਰ ਮੈਨੂੰ ਜ਼ਾਤੀ ਤੌਰ ਤੇ ਕਿਉਂਕਿ ਇਹ ਸਵਾਲ ਉਹ ਸਵਾਲ ਹੈ ਜਿਹੜਾ ਕਿ ਦੇਖੋ ਪਤਾ ਨਹੀਂ ਕਿੰਨੇ ਲੋਕਾਂ ਦੇ ਨਾਲ ਇਹ ਵਕਤ ਔਰ ਹਾਲਾਤ ਗੁਜ਼ਰੇ ਨੇ, ਔਰ ਲੋਕਾਂ ਨੇ ਇਸ ਚੀਜ਼ ਨੂੰ ਫੇਸ ਕੀਤਾ ਹੈ, ਔਰ ਫੇਸ ਕਰਕੇ ਫਿਰ ਉਹ ਇੱਕ ਕਿਸਮ ਦਾ ਉਸ ਜਿਹੜੇ ਮੰਝਦਾਰ ਸੀ, ਉਹ ਤੋਂ ਨਿਕਲੇ ਨੇ। ਤੁਸੀਂ ਉਹ ਤੋਂ ਨਿਕਲੇ ਹੋ, ਇਹ ਯਕੀਨ ਮੰਨੋ, ਇਹ ਬੜਾ ਇੱਕ ਕਿਸਮ ਦਾ ਇਹਨੂੰ ਸਹਿਣਾ ਜਾਂ ਇਹਨੂੰ ਕਹਿੰਦੇ ਨੇ ਕਹਿ ਦੇਣਾ ਬੜਾ ਸੌਖਾ ਹੁੰਦਾ ਹੈ ਕਿ ਇਨਸਾਨ ਨੇ ਇਹ ਕੰਮ ਇਹ ਜਦੋਂ ਸਾਹਿਬ ਜਿੱਤੇ ਬੀਤੀ ਹੁੰਦੀ ਨਾ, ਉਹਨੂੰ ਪਤਾ ਹੁੰਦਾ। ਮੈਂ ਅੱਲਾ ਦਾ ਸ਼ੁਕਰ ਇਹ ਕਰਦਾ ਹੁੰਦਾ ਜੀ ਕਿ ਅੱਲਾ ਦਾ ਕਰੋੜਾਂ ਸ਼ੁਕਰ ਆ, ਏਦਾਂ ਦੇ ਹਾਲਾਤਾਂ ਚੋਂ ਲੰਘੇ ਆ ਕਿ ਅੱਲਾ ਪਾਕ ਨੇ ਨਾ ਸਾਨੂੰ ਕਿਸੇ ਗਲਤ ਰਸਤੇ ਨਹੀਂ ਲਾਇਆ। ਅਸੀਂ ਕੋਈ ਚੋਰੀਆਂ 'ਚ ਨਹੀਂ ਪਏ, ਡਕੈਤੀਆਂ 'ਚ ਨਹੀਂ ਪਏ, ਕਿ ਨਸ਼ੇ ਨਹੀਂ ਕੀਤੇ। ਅੱਲਾ ਦਾ ਸ਼ੁਕਰ ਆ, ਅੱਲਾ ਪਾਕ ਨੇ ਅੱਜ ਇਹ ਦਿਨ ਦਿਖਾਏ, ਕਿਉਂਕਿ ਅਗਰ ਉਹ ਕੰਮ ਕੀਤੇ ਹੁੰਦੇ ਸਾਡੇ ਵੀ ਮਤਲਬ ਕਹਿ ਲਓ ਕਿ ਆਉਣ ਵਾਲੇ ਬੱਚੇ ਜਾਂ ਕਹਿ ਲਓ ਕਿ ਵਾਲਿਆਂ ਨੂੰ, ਅੱਜ ਸਾਡਾ ਬਾਪ ਸਾਡੀ ਵਜ੍ਹਾ ਤੋਂ ਉੱਥੇ ਧੱਕੇ ਖਾ ਰਿਹਾ, ਉਹ ਜੇਲ੍ਹਾਂ 'ਚ ਮਤਲਬ ਜ਼ਮਾਨਤ ਕਰਾਉਣ ਵਾਸਤੇ ਕੀ ਜੀ, ਉਹ ਮੁੰਡੇ ਨੇ ਯਾਰ ਉੱਥੇ ਡਕੈਤੀ ਕੀਤੀ ਸੀ, ਚੋਰੀ ਕੀਤੀ ਸੀ, ਉੱਥੇ ਫੜਿਆ ਗਿਆ। ਮੈਂ ਅੱਲਾ ਦਾ ਕਰੋੜਾਂ ਸ਼ੁਕਰ ਇਹ ਕਰਦਾ ਹੁੰਦਾ ਜੀ ਕਿ ਇੰਨਾ ਕੁਛ ਫੇਸ ਕਰਕੇ ਅਸੀਂ ਅੱਜ ਫੇਰ ਅਲਹਮਦੁਲਿਲਾ ਅਸੀਂ ਆਪਣੇ ਪੈਰਾਂ ਤੇ ਖੜੇ ਆ। ਲੋਕ ਤਾਂ ਗੱਲਾਂ ਕਰ ਦਿੰਦੇ ਆ ਨਾ ਜੀ ਕਿ ਗੱਡੀਆਂ ਲੈ ਲਈਆਂ, ਲੈ ਲਿਆ, ਲੈ ਲਿਆ। ਉਹ ਯਾਰ ਅਸੀਂ ਕਿਹੜਾ ਕਿਸੇ ਕੋ ਖੋਹ ਕੇ ਲਿਆ, ਅਸੀਂ ਮਿਹਨਤ ਕੀਤੀ ਆ। ਇਹਦਾ ਮਤਲਬ ਇਹ ਆ ਕਿ ਤੁਸੀਂ ਅੱਲਾਹ ਪਾਕ ਦੇ ਸ਼ਰੀਕ ਬਣਨ ਡਏ ਹੋ। ਦੇਖੋ ਨਾ, ਇੱਕ ਸ਼ਰੀਕ ਬਣਨ ਵਾਲੀ ਗੱਲ ਹੋ ਗਈ ਨਾ, ਕਿ ਇੱਕ ਸਭ ਤੋਂ ਵੱਡੀ ਜ਼ਾਤ ਕਿਹੜੀ ਜੀ, ਅੱਲਾਹ ਪਾਕ ਦੀ। ਹੁਣ ਅੱਲਾਹ ਪਾਕ ਨੇ ਇੱਕ ਇਨਸਾਨ ਨੂੰ ਨਵਾਜ਼ਤਾ, ਤੁਸੀਂ ਉੱਠ ਕੇ ਯਾਨੀ ਇਹ ਗਿਲਾ ਕਰਦੇ ਹੋ ਕਿ ਯਾਰ ਇਹਨੂੰ ਕਿੱਥੋਂ ਦੇਤਾ, ਯਾਰ ਅੱਲਾਹ ਪਾਕ ਨੇ ਦਿੱਤਾ, ਇਹਦਾ ਮਤਲਬ ਤੂੰ ਅੱਲਾਹ ਪਾਕ ਦਾ ਸ਼ਰੀਕ ਬਣ ਰਿਹਾ ਯਾਰ। ਤੂੰ ਅੱਲਾਹ ਪਾਕ ਤੋਂ ਬਿਹਤਰ ਜਾਣਦਾ ਕਿ ਕਿਹਨੂੰ ਦੇਣਾ, ਕਿਹਨੂੰ ਨਹੀਂ ਦੇਣਾ। ਅੱਲਾਹ ਪਾਕ ਨੂੰ ਪਤਾ ਕਿ ਮੈਂ ਕਿਹਨੂੰ ਨਵਾਜ਼ਣਾ ਵਾ, ਕਿਹਨੂੰ ਕਿਦੋਂ ਨਵਾਜ਼ਣਾ ਵਾ। ਕੀ ਪਤਾ ਸਾਡੇ ਜਿਹੜਾ ਪੁਰਾਣਾ ਵਕਤ ਗੁਜ਼ਰਿਆ ਜੀ, ਉਹ ਸਾਡਾ ਮਤਲਬ ਇਮਤਿਹਾਨ ਹੋਵੇ। ਬੜੇ ਬੜੇ ਇਮਤਿਹਾਨਾਂ ਚੋਂ ਗੁਜ਼ਰੇ ਆ। ਅੱਜ ਅਗਰ ਅੱਛੇ ਦਿਨ ਦੇਖ ਰਹੇ ਆ, ਅਸੀਂ ਇੱਕ ਪੂਰੀ ਪੀੜ੍ਹੀ ਕੀ ਕਿੰਨੀਆਂ ਪੀੜ੍ਹੀਆਂ ਅਸੀਂ ਮਾੜੀਆਂ ਦੇਖੀਆਂ, ਤੇ ਅਗਰ ਅੱਜ ਸਾਡੇ ਤੇ ਪੀੜ੍ਹੀ ਕੋਈ ਚੰਗੀ ਆ ਗਈ, ਯਾਰ ਬਰਦਾਸ਼ਤ ਕਰੋ, ਉਹਨੂੰ ਬਰਦਾਸ਼ਤ ਕਰੋ। ਅੱਲਾਹ ਪਾਕ ਤੁਹਾਡੇ ਤੇ ਵੀ ਲੈ ਕੇ ਆਏਗਾ ਇਨਸ਼ਾਅੱਲਾ, ਲੇਕਿਨ ਉਦੋਂ ਲੈ ਕੇ ਆਏਗਾ ਜਦੋਂ ਅੱਜ ਤੁਸੀਂ ਕਿਸ ਨੂੰ ਐਪਰੀਸ਼ੀਏਟ ਕਰੋਗੇ, ਕੱਲ ਨੂੰ ਤੁਹਾਨੂੰ ਵੀ ਕੋਈ ਐਪਰੀਸ਼ੀਏਟ ਕਰਨ ਵਾਲਾ ਖੜਾ ਹੋਊਗਾ। ਖੁਰਮ ਸਾਹਿਬ, ਇਹ ਜਿਹੜਾ ਟੀਅਰ ਗਾਰਡਰ ਦੀ ਤੁਸੀਂ ਗੱਲ ਸੁਣਾਈ, ਇਹ ਸਾਰੀ ਬਾਤ ਹੈ। ਤੁਸੀਂ ਐਡਾ ਵੱਡਾ ਘਰ ਬਣਾ ਲਿਆ, ਕੋਈ ਆਪਣਾ ਪੂਰਾ ਇੱਕ ਪਲਾਜ਼ਾ ਵੀ ਖੜਾ ਕਰ ਲਿਆ, ਇੱਕ ਪਲਾਜ਼ਾ ਟਾਈਪ ਸਾਰੀ ਬਾਤ ਦੁਕਾਨ। ਜੀ ਜੀ, ਸਾਡੇ ਵਾਸਤੇ ਜੀ ਪਲਾਜ਼ਾ ਜੀ ਇੱਕ ਦੁਕਾਨ, ਕੋਈ ਸ਼ੱਕ ਨਹੀਂ। ਔਰ ਤੁਸੀਂ ਉਹ ਜਦੋਂ ਤੁਸੀਂ ਇਹ ਘਰ ਖਰੀਦ ਰਹੇ ਸੀ ਜੀ ਜੀ, ਤੁਹਾਨੂੰ ਟੀਅਰ ਗਾਰਡਰ ਯਾਦ ਆਇਆ? ਮੈਨੂੰ ਜੀ ਲਾਈਫ 'ਚ ਉਹ ਬਹੁਤ ਯਾਦ ਆ। ਮੈਂ ਅੱਬਲ ਛੋਟੇ ਨੂੰ ਕਹਿਣਾ ਹੁੰਦਾ ਕਿ ਇਨਸ਼ਾਅੱਲਾ ਹੁਣ ਅੱਲਾਹ ਪਾਕ ਨੇ ਜਦੋਂ ਆਪਣਾ ਕੋਈ ਅੱਛਾ ਸੀਜ਼ਨ ਲਵਾਇਆ ਨਾ, ਆਪਾਂ ਉਹਨੂੰ ਕੁਛ ਨਹੀਂ ਕਰਨਾ, ਆਪਾਂ ਹੁਣ ਘਰ ਨਾ ਅੱਛਾ ਬਣਾਉਣਾ ਵਾ। ਤੇ ਉਹ ਮੈਂ ਸੋਚਿਆ ਹੋਇਆ ਵਾ, ਜਦੋਂ ਮੈਂ ਘਰ ਬਣਾਉਣਾ ਨਾ, ਤੇ ਉਹ ਮੈਂ TR ਤੇ ਉਹ ਗਾਰਡਰ ਯਾਨੀ ਜਿੰਨੇ ਪੀਸ ਹੈ ਸੀ ਉਹ ਲੈਣੇ ਆ। ਉਹ ਲੈ ਕੇ ਮੈਂ ਇੱਕ ਉਹਦੀ ਡਿਸਪਲੇ ਤੇ ਐਡੀ ਕੁ ਸ਼ਾਹਾਨਾ, ਐਡੀ ਕੁ ਖੂਬਸੂਰਤ ਕਰਾਣੀ ਕਿ ਉਹ ਮੈਂ ਆਉਣ ਵਾਲੇ ਆਪਣੇ ਬੱਚਿਆਂ ਨੂੰ ਵੀ ਦੱਸਿਆ ਕਰ, ਤਾਂ ਕਿ ਮੈਂ ਆਪਣੀ ਔਕਾਤ ਉਹਨਾਂ ਨੂੰ ਵੀ ਦੱਸਾਂ।
ਹੂੰ। ਕਿ ਆਹ ਟਾਈਮ ਪੁੱਤ ਕੱਢਿਆ ਹੋਇਆ ਵਾ ਤੇ ਤੁਸੀਂ ਇਨਸ਼ਾਅੱਲਾ ਅੱਛੇ ਕੰਮ ਕਰਨੇ ਲਾਈਫ ਦੇ ਵਿੱਚ, ਕਿ ਆਹ ਟਾਈਮ ਨਾ ਦੇਖੋ। ਤੁਹਾਡੇ ਤੋਂ ਬਹੁਤ ਸਾਰੇ ਬੈਂਡ ਇੰਡਸਟਰੀ ਦੇ ਲੋਕ ਵੀ ਬੜੇ ਜਲਦੇ ਨੇ, ਬੜਾ ਮੈਨੂੰ ਬੜਾ ਬਲਕਿ ਦੁੱਖ ਪਹੁੰਚਦਾ ਕਿ ਇੰਡਸਟਰੀ ਸਾਰੀ ਬਾਤ ਹੈ, ਤੁਹਾਡੀ ਇੰਡਸਟਰੀ ਹੈ, ਤੁਹਾਡਾ ਬਿਜ਼ਨਸ ਹੈ, ਤੁਹਾਡਾ ਕਾਰੋਬਾਰ ਹੈ। ਅੱਛਾ, ਇਹ ਕਿਉਂ ਹੁੰਦਾ ਵੇ ਕਿ ਤੁਹਾਡੇ ਆਪਣੇ ਜਿਹੜੇ ਲੋਕ ਨੇ, ਆਪਣੇ ਜਿਹੜੇ ਜੁੜੇ ਪ੍ਰੋਫੈਸ਼ਨਲ ਲੋਕਾਂ ਨੂੰ ਇੱਕ ਦੂਸਰੇ ਨਾਲ ਜੈਲਸੀ ਨਹੀਂ ਹੋਣੀ ਚਾਹੀਦੀ। ਹਾਂ, ਕੰਮ ਦੇ ਹਵਾਲੇ ਨਾਲ ਹਾਂਜੀ। ਜੈਲਸੀ ਹੋਵੇ ਕਿ ਯਾਰ ਇਹ ਕੰਮ ਅੱਛਾ ਕਰਨ ਡਿਆ, ਇਹ ਕੰਮ ਮਾੜਾ ਕਰਨ ਡਿਆ, ਇਹ ਕੰਮ ਇਹਨੂੰ ਇਸ ਤਰ੍ਹਾਂ ਬਿਹਤਰ ਕਰ, ਤਨਕੀਦ ਹੋਵੇ ਬਰਾਏ ਸਲਾਹ, ਜੀ, ਜੀ, ਜੀ। ਤਨਕੀਦ ਨਹੀਂ। ਉਹਨਾਂ ਦੇ ਬਾਰੇ ਕੀ ਕਹੋਗੇ? ਤੁਹਾਡੇ ਤੇ ਮੈਂ ਬਲਕਿ ਮੈਨੂੰ ਬੜਾ ਦੁੱਖ ਹੋਇਆ, ਬਹੁਤ ਸਾਰੀ ਚੀਜ਼ਾਂ ਮੈਂ ਕਹਿਣਾ ਨਹੀਂ ਚਾਹੁੰਦਾ ਔਨ 에ਅਰ, ਤੇ ਤੁਹਾਡੀ ਇੰਡਸਟਰੀ ਦੇ ਲੋਕ ਹੀ ਤੁਹਾਡੇ ਤੋਂ ਬਹੁਤ ਜ਼ਿਆਦਾ ਖਾਇਫ ਨੇ। ਇਹਦੀ ਕੀ ਵਜ੍ਹਾ ਹੈ? ਵਜ੍ਹਾ ਇਹੀ ਹੈ ਜੀ ਕਿ ਉਹੀ ਆ ਗਿਆ ਨਾ, ਹਸਦ ਬਰਦਾਸ਼ਤ, ਕਿਉਂਕਿ ਇਸ ਫੀਲਡ ਦੇ ਵਿੱਚ ਕਿਸੇ ਨੇ ਤਰੱਕੀ ਨਹੀਂ ਕੀਤੀ। ਹੂੰ। ਇਹ ਲੋਕਾਂ ਨੇ ਪੈਸੇ ਕਮਾਏ, ਜਾ ਕੇ ਪਾਨ ਖਾ ਲਏ, ਹੂੰ। ਕਾਂਟੇ ਪਾ ਲਏ, ਪਿੱਛੇ ਚਲੇ ਗਏ, ਠੀਕ ਹੋ ਗਿਆ। ਸਾਡੇ 'ਚ ਇਹ ਚੀਜ਼ਾਂ ਨਹੀਂ ਸੀ, ਕਿਉਂਕਿ ਮੈਂ ਕਾਲਜ ਲਾਈਫ ਦੇ ਵਿੱਚੋਂ ਆਇਆ ਵਾਪਸ। ਮੈਂ ਕਾਲਜ ਲਾਈਫ ਦੇਖੀ ਹੋਈ ਸੀ, ਮੈਂ ਬਾਹਰ ਜਾਂਦਾ ਸੀ, ਫਿਰਦਾ ਸੀ, ਲੋਕਾਂ ਨੂੰ ਦੇਖਿਆ ਹੋਇਆ ਸੀ, ਤੇ ਮੈਂ ਵੀ ਉਹ ਕੰਮ ਕਰ ਸਕਦਾ ਸੀ, ਕਿਉਂਕਿ ਮੇਰੇ ਵਕਤ ਦੇ ਵਿੱਚ ਮੈਂ ਖੁਦ ਈਵਨ ਕਿ ਮੈਂ ਜਦੋਂ ਬਾਹਰ ਦਿਹਾੜੀ ਲਾਉਣ ਜਾਂਦਾ ਹੁੰਦਾ ਸੀ ਨਾ, ਬੈਂਡ ਦੀ ਲੋਕਾਂ ਦੇ ਨਾਲ ਬਾਹਰ ਮੈਂ ਜਾਂਦਾ ਰਿਹਾ ਵਾਂ। ਮੈਂ ਉੱਥੇ ਜਾ ਕੇ ਮੈਂ ਵੀ ਪਲਾਸਕਟ ਦੇ ਬੂਟ ਪਾਉਂਦਾ ਰਿਹਾ, ਮੈਂ ਵੀ ਸਲਵਾਰ ਉਤੋਂ ਵਰਦੀ ਪਾਉਂਦਾ ਰਿਹਾ ਸੀ ਕਿ ਮੈਂ ਦਿਹਾੜੀ ਲਾ ਲਵਾਂ ਯਾਰ, ਮੈਂ ਉਸ ਬੰਦੇ ਨਾਲ ਕੰਮ ਤੇ ਜਾਵਾਂਗਾ ਤੇ ਮੈਨੂੰ ਕੋਈ ਨਾ ਕੋਈ 200-400 ਰੁਪਏ ਆਏਗਾ, ਚਲੋ ਘਰ ਦਾ ਨਿਜ਼ਾਮ ਚੱਲੇਗਾ। ਤੇ ਉਹ ਹੁਣ ਇਸ ਫੀਲਡ ਦੇ ਵਿੱਚ ਆ ਕੇ ਇਹ ਦੁਨੀਆ ਵੀ ਜਾਣਦੀ ਹੈ, ਫੀਲਡ ਵਾਲੇ ਲੋਕ ਵੀ ਜਾਣਦੇ ਆ ਕਿ ਵਾਕਈ ਇੰਨੀ ਤਰੱਕੀ ਨਹੀਂ ਕਿਸੇ ਨੇ ਕੀਤੀ, ਇੰਨੀ ਕਿਸੇ ਨੂੰ ਇੱਜ਼ਤ ਨਹੀਂ ਮਿਲੀ ਹੈ। ਉਹ ਹੁਣ ਕੁਝ ਲੋਕ ਆ ਉਹ ਜਿਹੜੇ ਸਾਨੂੰ ਨਹੀਂ ਬਰਦਾਸ਼ਤ ਕਰਦੇ, ਕਿਉਂਕਿ ਉਹ ਬਰਦਾਸ਼ਤ ਨਹੀਂ ਨਾ ਹੋ ਰਿਹਾ ਕਿ ਇੱਕ ਅੰਸਾਰੀ ਬਰਾਦਰੀ ਦਾ ਬੰਦਾ ਉੱਠ ਕੇ, ਕਿਉਂਕਿ ਕੰਮ ਤੁਹਾਨੂੰ ਪਤਾ ਕਿਹਦਾ ਵਾ ਜੀ, ਖਾਨ ਸਾਹਿਬਾਂ ਦਾ, ਮਰਾਸੀਆਂ ਦਾ ਕੰਮ ਆ ਇਹ। ਮੈਂ ਮਤਲਬ ਕਹਿ ਦੇਣਾ ਮਰਾਸੀਆਂ ਦਾ ਕੰਮ ਆ ਇਹ, ਤੇ ਉਹ ਕੰਮ ਉਹਨਾਂ ਨੇ ਇਹਨੂੰ ਅੱਛੇ ਤਰੀਕੇ ਨਾਲ ਨਹੀਂ ਕੀਤਾ। ਇੱਕ ਅਸੀਂ ਭਰਾ ਉੱਠ ਕੇ ਇਸ ਕੰਮ ਨੂੰ ਜ਼ਮੀਨ ਤੋਂ ਚੱਕਿਆ, ਇੱਕ ਫਰੇਮ 'ਚ ਰੱਖ ਦਿੱਤਾ, ਲੋਕ ਉਹਨੂੰ ਦੇਖਣ ਲੱਗੇ, ਲੋਕ ਉਹਦੀ ਕਦਰ ਕਰਨ ਲੱਗੇ, ਉਹਨਾਂ ਕੋਈ ਚੀਜ਼ ਬਰਦਾਸ਼ਤ ਨਹੀਂ ਹੋਈ ਕਿ ਯਾਰ ਇਹ ਇੱਥੇ ਤੱਕ ਆ ਗਏ। ਅਸੀਂ ਅੱਜ ਵੀ ਉੱਥੇ ਹੀ ਹਾਂ। ਹੁਣ ਜਦੋਂ ਇੱਕ ਬੰਦਾ ਹੁੰਦਾ ਜੀ, ਉਹ 40 ਸਾਲ ਕੰਮ ਕਰਦਾ, ਉਹ ਇੱਕ ਸ਼ਾਗਿਰਦ ਆ ਜਾਂਦਾ ਜੀ, ਉਹ ਦੇਖਦਾ ਵਾ, ਉਹ ਕੰਮ ਉਹਦਾ ਜ਼ਿਹਨ ਬਹੁਤ ਹੁੰਦਾ। ਉਹ ਅਕਸਰ ਆਪਾਂ ਕਹਾਵਤ ਸੁਣੀ ਆ ਨਾ ਯਾਰ, ਕਿ ਯਾਰ ਉਹ ਉਸਤਾਦ ਦਾ ਉਸਤਾਦ, ਯਾਰ ਉਹਦਾ ਸ਼ਾਗਿਰਦ ਬੜਾ ਕੰਮ ਵਾਲਾ ਵਾ। ਉਹ ਇਹ ਹੁੰਦਾ ਕਿ ਉਹਨੇ 40 ਸਾਲ ਲਾ ਕੇ ਕੰਮ ਸਿੱਖਿਆ ਸੀ, ਉਹਨੇ ਮਤਲਬ ਆਪਣਾ ਉਸਤਾਦੀ 'ਚ ਨਾਮ ਬਣਾਇਆ। ਮੁੜ ਕੇ ਇੱਕ ਉਹਦਾ ਸ਼ਾਗਿਰਦ ਐਸਾ ਆਇਆ ਜੀ, ਉਹਨੇ 5 ਸਾਲ ਲਾਏ, ਉਹ ਉਸਤਾਦ ਤੋਂ ਟੱਪ ਗਿਆ, ਉਹਦਾ ਜ਼ਿਹਨ ਬਹੁਤ ਸੀ ਜੀ। ਉਹ ਆਉਣ ਵਾਲੇ ਵਕਤ ਨੂੰ ਬੜੇ ਅੱਛੇ ਤਰੀਕੇ ਨਾਲ ਜਾਣਦਾ ਸੀ। ਅਸੀਂ ਅਲਹਮਦੁਲਿਲਾ ਦੋਨਾਂ ਭਰਾਵਾਂ ਨੇ ਇਹ ਚੀਜ਼ ਦੇਖੀ, ਅਸੀਂ 5 ਸਾਲ ਦੇ ਵਿੱਚ ਇਸ ਚੀਜ਼ ਦਾ ਨਿਚੋੜ ਕੱਢਿਆ, ਤੇ ਨਿਚੋੜ ਕੱਢਿਆ ਤੇ ਲੋਕਾਂ ਨੂੰ ਵੀ ਦੱਸਿਆ। ਅੱਜ ਜਿੰਨੇ ਫਿਰਦੇ ਨਾ, ਬਣੇ ਫਿਰਦੇ ਆ, ਆ ਸਾਰਾ ਕੁਝ ਉਹਨਾਂ ਨੇ ਅੰਸਾਰੀ ਬੈਂਡ ਤੇ ਕੰਮ ਕੀਤਾ, ਇੱਥੋਂ ਹੀ ਸਿੱਖ ਕੇ ਗਏ ਨੇ। ਆ ਦੇਖ ਕੀ ਕਰ ਰਹੇ ਨੇ, ਤੁਸੀਂ ਕਿੰਨੇ ਦੇਖ ਲਓ, ਪਹਿਲੇ ਕੋਈ ਲੈਂਦਾ ਸੀ, ਕਿਸੇ ਨੇ ਨਹੀਂ ਪਕੜੀ ਲਈ ਸੀ ਪਹਿਲੇ। ਅੱਜ ਸਾਰੇ ਲੱਗੀ ਫਿਰਦਾ, ਰਕਸ਼ੇ ਵਾਲਾ ਵੀ ਜਾਣ ਡਿਆ ਬੈਂਡ ਲੈ ਕੇ, ਆ ਪਗੜੀਆਂ ਹੱਥ 'ਚ ਫੜੀਆਂ, ਵਰਦੀ ਪਾਈ ਆ। ਹੁਣ ਪਤਾ ਲੱਗ ਗਿਆ ਬੂਟ ਪਾਉਣੇ ਪਾਲਿਸ਼ ਕਰਕੇ, ਖੱਤ ਹੋਣਾ ਚਾਹੀਦਾ, ਕਾਂਟਾ ਨਹੀਂ ਪਾਉਣਾ, ਹਜੇ ਵੀ ਹੈ ਵਾ। ਲੇਕਿਨ ਅਲਹਮਦੁਲਿਲਾ ਜੀ, ਉਹ ਹੁਣ ਆਪਾਂ ਇਹ ਕਹਿ ਸਕਦੇ ਹਾਂ, ਮੋਬਾਈਲਾਂ 'ਚ ਜਦੋਂ ਸ਼ੁਰੂਆਤ ਕੀਤੀ ਨਾ, ਛੋਟੇ ਭਾਈ ਵੱਡੇ ਭਾਈ ਨੇ, ਹੁਣ 500 ਏਦਾਂ ਦੇ ਬੰਦੇ ਬਣ ਕੇ ਆਣ ਜੀ। ਫਰਸਟ ਸਟੈਪ ਜੀ ਉਹਨਾਂ ਦੀ ਵੱਜਣਾ ਵਾ, ਕਿਉਂਕਿ ਸ਼ੁਰੂਆਤ ਉਹਨਾਂ ਦੀ ਸੀਗੀ ਜੀ, ਸਕਰੀਨ ਤੇ ਉਹ ਬੰਦੇ ਲੈ ਕੇ ਆਏ ਆ। ਇਸੇ ਤਰ੍ਹਾਂ ਜੀ ਬੈਂਡ ਨੂੰ ਸਫਾਈ ਸੁਥਰਾਈ ਦੇ ਵਿੱਚ, ਅੱਛੇ ਕੰਮ ਦੇ ਵਿੱਚ, ਮਿਆਰ ਦੇ ਵਿੱਚ ਖੁਰਮ ਤੇ ਫੈਸਲ ਲੈ ਕੇ ਅੰਸਾਰੀ ਬੈਂਡ ਵਾਲੇ। ਅੱਛਾ ਖੁਰਮ ਸਾਹਿਬ, ਇੱਕ ਚੀਜ਼ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਇਹਦੀ ਸਭ ਤੋਂ ਵੱਡੀ ਕਹਿੰਦੇ ਨੇ ਕਿ ਇਨਸਾਨ ਦਾ, ਤੁਸੀਂ ਬੜੇ ਸੌਫਟ ਹਾਰਟਡ ਹੋ ਗਏ ਹੋ, ਬੜਾ ਤੁਹਾਡਾ ਦਿਲ ਜਿਹੜਾ ਹੈ ਉਹ ਬੜਾ ਕਿਸਮ ਦਾ ਸਾਫ਼ ਹੈਗਾ, ਤੇ ਬੜੇ ਟੱਚੀ ਹੋ, ਵੇਖੋ ਨਾ ਤੁਹਾਡਾ ਇਹ ਰੋਣਾ ਇਹ ਜ਼ਾਹਰ ਕਰਦਾ ਕਿ ਤੁਹਾਡੇ ਅੰਦਰ ਇਨਸਾਨ ਸਾਫ਼ ਇਨਸਾਨ ਹੈ। ਕਦੇ ਜ਼ਿੰਦਗੀ ਦੇ ਵਿੱਚ ਮੁਹੱਬਤ ਵੀ ਹੋਈ? ਇਹ ਗੱਲ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਜੀ, ਬੈਂਡ ਵਾਲੀ ਰੱਖੋ। ਨਹੀਂ ਵੀ ਹੈ ਨਾ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਾਰੀ ਬਾਤ ਇੱਕ ਐਸੇ ਮੌਕੇ ਆਏ ਹੁੰਦੇ ਨੇ ਕਿ ਇਨਸਾਨ ਜਦੋਂ, ਕਿਉਂਕਿ ਕੁਝ ਲੋਕ ਹੁੰਦੇ ਨੇ, ਮੈਂ ਦੇਖਿਆ ਆਪਣੀ ਜ਼ਿੰਦਗੀ 'ਚ, ਸਾਡੇ ਕਹਿੰਦੇ ਨਾ ਕਿ ਅਸੀਂ ਇਹ ਸਵਾਲ ਇਸੇ ਵਾਸਤੇ ਪੁੱਛੀਦਾ ਕਿ ਕਈ ਦਫਾ ਕਹਿੰਦੇ ਨੇ ਮੁਹੱਬਤ ਤੇ ਚੋਟ ਖਾ ਕੇ ਵੀ ਬੰਦਾ ਬਹੁਤ ਤਰੱਕੀ ਕਰ ਜਾਂਦਾ। ਬਿਲਕੁਲ ਇਸ ਤਰ੍ਹਾਂ ਜੀ। ਕਦੇ ਜ਼ਿੰਦਗੀ 'ਚ ਮੁਹੱਬਤ ਵੀ ਹੋਈ? ਹਾਂਜੀ ਬਿਲਕੁਲ ਜੀ, ਇਹ ਤਾਂ ਹੁਣ ਹਰ ਬੰਦੇ ਦੀ ਹੁੰਦੀ ਆ ਜੀ, ਤੇ ਜ਼ਾਹਰੀ ਪਤਾ ਸਾਨੂੰ ਵੀ ਹੋਈ ਹੋਣੀ ਆ। ਅੱਛਾ, ਹਾਂਜੀ। ਤੇ ਹਾਸਲ ਵੀ ਹੋਈ? ਨਹੀਂ ਜੀ, ਕਿਉਂਕਿ ਹਾਸਲ ਇਸ ਲਈ ਨਹੀਂ ਹੋਈ ਸੀ ਕਿਉਂਕਿ ਮੈਂ ਬੈਂਡ ਦਾ ਕੰਮ ਕਰਦਾ ਸੀ, ਉਹ ਜ਼ਰਾ ਥੋੜੇ ਜਿਹੇ ਸਟਰੋਂਗ ਸੀਗੇ, ਤੇ ਅਟੈਚਮੈਂਟ ਦੋਨਾਂ ਸਾਈਡ ਤੋਂ ਸੀ, ਅੱਛੀ ਖਾਸੀ ਸੀ, ਲੇਕਿਨ
ਰਿਸ਼ਤਾ ਘੱਲਿਆ ਸੀਗਾ ਜੀ, ਲੇਕਿਨ ਉਹਨਾਂ ਨੇ ਇਹ ਕਿਹਾ ਸੀ ਕਿ ਬੱਚੇ ਦਾ ਫਿਊਚਰ ਨਹੀਂ ਹੈ। ਉਹਨਾਂ ਦੇ ਘਰਦਿਆਂ ਨੇ ਬਜ਼ਾਤੇ ਖੁਦ ਗੱਲ ਕੀਤੀ ਕਿ ਬੱਚੇ ਦਾ ਫਿਊਚਰ ਨਹੀਂ ਹੈ। ਲੇਕਿਨ ਉਸ ਗੱਲ ਨੂੰ ਮੈਂ ਮਤਲਬ ਇਹ ਨਹੀਂ ਕੀਤਾ ਉਹ ਜਿਸ ਤਰ੍ਹਾਂ ਹੁੰਦਾ ਸੀ ਨਾ, ਮੈਂ ਯੂੰ ਕਰ ਦੂੰ, ਮੈਂ ਵੂ ਕਰ ਦੂੰਗਾ। ਮੈਂ ਇਸ ਤੁਸੀਂ ਗੱਲ ਕਿਹਾ ਫਿਰ ਮੁਸਤਕਬਲ ਹੁਣ ਬਣਾਵਾਂ। ਦੋਨਾਂ ਪਹਿਲੂਆਂ 'ਚ ਬੈਠ ਕੇ ਸੋਚਿਆ ਇਸ ਲਈ ਬੈਠ ਕੇ ਕਿ ਯਾਰ ਉਹ ਬਿਲਕੁਲ ਠੀਕ ਨੇ। ਇਸ ਟਾਈਮ ਜਿਹੜੀ ਸਿਚੁਏਸ਼ਨ ਤੇ ਮੈਂ ਵਾਂ, ਜਿਹੜੀ ਸਿਚੁਏਸ਼ਨ ਤੇ ਉਹ ਆ ਨਾ, ਉਹ ਬਿਲਕੁਲ ਠੀਕ ਨੇ। ਮੈਂ ਨਾ ਕਦੀ ਜਲਦਬਾਜ਼ੀ 'ਚ ਫੈਸਲਾ ਨਹੀਂ ਜੀ ਕੀਤਾ ਕਿ ਉਹ ਬਿਲਕੁਲ ਠੀਕ ਆ। ਦੇਖੋ ਨਾ, ਅਗਰ ਅੱਜ ਮੈਂ ਕਿਸੇ ਦਾ ਕਰਦਾ ਵਾਂ, ਮੈਂ ਕਿਸੇ ਦਾ ਵੀ ਸੋਚਦਾ, ਮੈਂ ਆਪਣੇ ਭਰਾ ਦਾ ਕਰਦਾ, ਮੈਂ ਵੀ ਇਹ ਚੀਜ਼ ਦੇਖਣੀ ਹੈ ਜੀ ਯਾਰ ਉਹ ਬੰਦੇ ਕਿੱਦਾਂ ਦੇ ਆ, ਉਹ ਠੀਕ ਆ, ਉਹ ਕੀ ਹਿਸਾਬ ਕਿਤਾਬ ਆ। ਦੇਖੋ ਜੀ ਉਹਦੇ ਮਾਂ ਪਿਓ ਨੇ ਵੀ ਇਹ ਚੀਜ਼ ਸੋਚੀ ਹੋਣੀ ਹੈ ਨਾ ਕਿ ਮੁੰਡਾ ਕੱਲ ਨੂੰ ਕਮਾ ਕੇ ਖਵਾ ਸਕਦਾ, ਕੱਲ ਨੂੰ ਕੋਈ ਅੱਛੀ ਮਤਲਬ ਜ਼ਿੰਦਗੀ ਗੁਜ਼ਾਰ ਸਕਦਾ, ਕੁਝ ਬਣਾ ਸਕਦਾ। ਉਦੋਂ ਸਾਨੂੰ ਯਕੀਨ ਸੀ ਜੀ, ਤਾਂ ਉਹਨਾਂ ਨੂੰ ਕਿੱਦਾਂ ਹੋ ਸਕਦਾ। ਤੇ ਇਸ ਕਰਕੇ ਉਹ ਮਤਲਬ ਉਹਨਾਂ ਨੇ ਜਵਾਬ ਦੇ ਦਿੱਤਾ ਸੀ। ਉਸ ਤੋਂ ਬਾਅਦ ਕੋਈ 6 ਮਹੀਨੇ ਸਾਲ ਦਾ ਬੜਾ ਜ਼ਿੰਦਗੀ ਨੂੰ ਦੁੱਖ ਹੋਇਆ ਵਾ ਤੇ ਬੜਾ ਕੁਛ ਫਿਰ ਦੇਖਿਆ। ਲੇਕਿਨ ਫਿਰ ਦੇਖਿਆ ਕਿ ਯਾਰ ਨਹੀਂ, ਜ਼ਿੰਦਗੀ ਦੇ ਵਿੱਚ ਨਾ ਪੈਸਾ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਪੈਸਾ ਵਾ। ਤੇ ਅਗਰ ਤੁਹਾਡੇ ਕੋਲ ਪੈਸਾ ਹੋਏਗਾ ਨਾ, ਤੁਹਾਡਾ ਕੰਮ ਸ਼ਾਮ ਅੱਛਾ ਹੋਏਗਾ, ਤੇ ਮੇਰੇ ਹਿਸਾਬ ਨਾਲ ਇਨਸਾਨ ਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ। ਫਿਰ ਕੋਈ ਰਿਸ਼ਤਾ ਵੀ ਇਸ ਤਰ੍ਹਾਂ ਹਾਂ ਫਿਰ ਸੋਚਣਾ ਕਿ ਅਗਰ ਹੁਣ ਮੈਂ ਸੋਚਦਾ ਹੁੰਨਾ, ਕਿਉਂਕਿ ਯਾਦ ਤਾਂ ਇਨਸਾਨ ਦੀ ਆਉਂਦੀ ਆ ਨਾ, ਹੁਣ ਮੈਂ ਸੋਚਦਾ ਹੁੰਨਾ ਕਿ ਅਗਰ ਮੇਰੇ ਹੁਣ ਇਹ ਹਾਲਾਤ ਹੁੰਦੇ ਤੇ ਫਿਰ ਉਹ ਕਾਸ਼ ਉਹ ਬੰਦਾ ਨਾਲ ਹੁੰਦਾ। ਲੇਕਿਨ ਜੋ ਮੇਰੇ ਮਾਲਕ ਦੀ ਰਜ਼ਾ ਨਾ ਜੀ, ਕੀ ਪਤਾ। ਦੇਖੋ ਨਾ ਹੁਣ ਵਾਲਿਆਂ ਦੀ ਦੁਆ ਜੀ ਹਰ ਬੰਦੇ ਪਿੱਛੇ ਹੁੰਦੀ ਆ। ਨਹੀਂ ਤੁਸੀਂ ਗੱਲ ਓਪਨ ਕਰਦੀ ਕਿਤੇ ਤੁਹਾਡੇ ਘਰ ਜਾਂਦੇ ਲੜਾਈ ਨਾ ਸ਼ੁਰੂ ਹੋ ਜਾਏ। ਨਹੀਂ ਜੀ, ਇਹ ਕੰਮ ਨਹੀਂ ਹੁੰਦਾ। ਵਾਲਿਆਂ ਦੀ ਦੁਆ ਤਾਂ ਹਰ ਇਨਸਾਨ ਦੇ ਨਾਲ ਹੁੰਦੀ ਆ ਜੀ, ਠੀਕ ਆ ਨਾ। ਤੇ ਜਦੋਂ ਮੇਰੀ ਸ਼ਾਦੀ ਹੋਈ ਹੈ ਨਾ ਜੀ, ਜਿੱਥੇ ਮੇਰੇ ਮਾਂ-ਬਾਪ ਨੇ ਆਪਣੀ ਰਜ਼ਾਮੰਦੀ ਨਾਲ ਸ਼ਾਦੀ ਕੀਤੀ ਸੀ, ਮੇਰੀ ਸਰਦਾਰ ਸਾਹਿਬ ਜਦੋਂ ਸ਼ਾਦੀ ਹੋਈ ਹੈ ਨਾ, ਤੇ ਉਸ ਤੋਂ ਬਾਅਦ ਮਾਸ਼ਾਅੱਲਾ ਜੀ ਤਰੱਕੀ ਹੀ ਦੇਖੀ ਆ ਜੀ। ਤੇ ਹੁਣ ਮੈਂ ਇਹ ਵੀ ਕਹਿ ਸਕਦਾ ਕਿ ਯਾਰ ਜਦੋਂ ਸਾਡੇ ਘਰ 'ਚ ਉਸ ਲੜਕੀ ਨੇ ਪੈਰ ਪਾਇਆ, ਸਾਡੇ ਘਰ ਦੇ ਹਾਲਾਤ ਬਦਲ ਗਏ, ਠੀਕ ਹੋ ਗਿਆ। ਤੇ ਇਸ ਕਰਕੇ ਫਿਰ ਮੈਂ ਕਦੀ ਨਾ ਹੁਣ ਕਿਸੇ ਨੂੰ ਨਹੀਂ ਕਿਹਾ ਕਿ ਅੱਲਾ ਦਾ ਕਰੋੜਾਂ ਸ਼ੁਕਰ ਹੈ ਯਾਰ, ਮੈਂ ਫਿਰ ਜਿੱਥੇ ਹੁਣ ਮੇਰੀ ਹੈ ਵਾ ਇੱਕ ਜਿਹੜਾ ਹਮਸਫਰ ਮੇਰੇ ਨਾਲ ਆ, ਅੱਲਾ ਦਾ ਕਰੋੜਾਂ ਸ਼ੁਕਰ ਆ, ਮੇਰੇ ਵਾਸਤੇ ਇਹ ਬਿਹਤਰ ਸੀ। ਕਿਉਂਕਿ ਹੁਣ ਮੇਰੀ ਤਰੱਕੀ ਆਈ ਆ, ਕੀ ਪਤਾ ਇਹਦੇ ਨਾਲ ਇਹਦੀ ਨਿਸਬਤ ਆਈ ਆ, ਕੀ ਪਤਾ ਸਾਡੇ ਘਰ ਕੋਈ ਬੱਚਾ ਐਸਾ ਹੋ ਸਕਦਾ ਵਾ, ਮੇਰਾ ਕੋਈ ਬੱਚਾ ਹੋ ਸਕਦਾ, ਮੇਰਾ ਕੋਈ ਭਾਣਜਾ ਹੋ ਸਕਦਾ, ਮੇਰੀ ਮਾਂ ਹੋ ਸਕਦੀ, ਮੇਰੀ ਭੈਣ ਹੋ ਸਕਦੀ ਆ, ਪਤਾ ਨਹੀਂ ਕੌਣ ਹੋ ਸਕਦਾ ਵਾ, ਕਿਹਦੀ ਵਜ੍ਹਾ ਤੋਂ ਮਾਸ਼ਾਅੱਲਾ ਤਰੱਕੀ ਦੇਖ ਰਹੇ। ਆਖਿਰ ਤੇ ਐਸੀ ਕਿਹੜੀ ਚੀਜ਼ ਜਾਂ ਐਸੀ ਕਿਹੜੀ ਗੱਲ ਹੈ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਯਾਰ ਮੈਂ ਨਾ, ਤੁਸੀਂ ਫੇਸ ਕਰਦੇ ਹੋ ਸਾਰੀ ਬਾतें ਬਹੁਤ ਜ਼ਿਆਦਾ ਪਬਲਿਕ ਨੂੰ, ਪਬਲਿਕ ਦੇ ਰਵੱਈਏ, ਪਬਲਿਕ ਦੀ ਐਗਰੈਸ਼ਨਸ, ਨਫ਼ਰਤ, ਸਭ ਕੁਝ ਸਾਰੀ ਬਾਤ ਜਦੋਂ ਮਤਲਬ ਸੋਸ਼ਲ ਮੀਡੀਆ ਤੇ ਆ ਜਾਂਦਾ ਤਾਂ ਸਾਰੀਆਂ ਚੀਜ਼ਾਂ ਫੇਸ ਕਰ ਰਿਹਾ ਹੁੰਦਾ। ਐਸੀ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਇਰੀਟੇਟ ਕਰਦੀ ਹੈ, ਤੁਸੀਂ ਕਹਿੰਦੇ ਹੋ ਯਾਰ ਇਸ ਤੋਂ ਮੇਰੀ ਕਿਤੇ ਜਾਨ ਛੁੱਟ ਜਾਵੇ ਨਾ, ਕੋਈ ਐਸੀ ਚੀਜ਼ ਜਾਂ ਐਸਾ ਰਵੱਈਆ? ਆ ਲੋਕ ਆ ਜੀ ਜਿਹੜੇ ਵਿੱਚ ਨਾ ਹੈ ਨਾ, ਵਿੱਚ ਗਲਤ ਗੱਲਾਂ ਕਰਨ ਵਾਲੇ, ਜਿਸ ਤਰ੍ਹਾਂ ਕਹ ਲਓ ਕਿ ਹੁਣ ਨਾ ਕਈ ਦਿਨਾਂ ਕਿ ਯਾਰ ਮਿਹਨਤ ਬੜੀ ਕੀਤੀ, ਯਾਰ ਤੁਸੀਂ ਹੁਣ ਅਗਰ ਮਿਹਨਤ ਕਰਦੇ ਭਾਈ ਤੁਸੀਂ ਪੈਸੇ ਵੀ ਤਾਂ ਲੈਣੇ ਆ। ਉਹ ਭਾਈ ਇਹ ਚੀਜ਼ ਨਹੀਂ ਹੁੰਦੀ। ਮਿਹਨਤ ਵੀ ਇੱਕ ਇਨਸਾਨ ਦੀ ਬੜੀ ਮਾਇਨੇ ਰੱਖਦੀ ਆ। ਪੈਸਾ ਵੀ ਉਦੋਂ ਮਿਲਦਾ ਜਦੋਂ ਬੰਦਾ ਮਿਹਨਤ ਕਰਦਾ ਵਾ। ਤੇ ਬਾਕੀ ਹੁਣ ਨਾ ਸਰਦਾਰ ਸਾਹਿਬ ਲੋਕਾਂ ਦੀਆਂ ਗੱਲਾਂ ਨੂੰ ਸੀਰੀਅਸ ਲੈਣਾ ਛੱਡ ਦਿੱਤਾ ਵਾ, ਕਿਉਂਕਿ ਉਹ ਇਨਸਾਨ ਤਰੱਕੀ ਕਰੇਗਾ ਜੀ, ਉਹਨੂੰ ਇੱਕ ਸਾਈਡ ਤੇ ਰੱਖ ਦਿਓ, ਬੰਦੇ ਨੂੰ ਫਾਰਗ ਕਰਾ ਦਿਓ। ਜਿਹੜਾ ਇਨਸਾਨ ਤੁਹਾਡਾ ਮਾੜਾ ਸੋਚਦਾ ਨਾ, ਤੁਹਾਨੂੰ ਗੱਲ ਕਰ ਰਿਹਾ, ਉਹਦਾ ਮਤਲਬ ਇਹ ਹੈ ਕਿ ਇਹਨੇ ਸਾਰੀ ਜ਼ਿੰਦਗੀ ਗੱਲਾਂ ਕਰਨੀਆਂ। ਅੱਛਾ ਕੈਸੀ ਗੱਲ ਆ, ਜਿਹੜਾ ਬੰਦਾ ਗੱਲਾਂ ਕਰਦਾ ਹੁੰਦਾ ਨਾ, ਉਹਦਾ ਤੁਸੀਂ ਪਾਸਟ ਵੀ ਚੈੱਕ ਕਰ ਲਓ, ਉਹਦਾ ਪਿੱਛੋਂ ਘਰ ਇਹਨਾਂ ਦੀ ਹੀ ਹਾਲ ਹੋਏਗਾ। ਉਹਨਾਂ ਨੇ ਵੀ ਸਾਰੀ ਜ਼ਿੰਦਗੀ ਲੋਕਾਂ ਨੂੰ ਗੱਲਾਂ ਹੀ ਕੀਤੀਆਂ ਹੋਣੀਆਂ, ਕੁਛ ਨਹੀਂ ਬਣਾਇਆ ਹੋਣਾ। ਗਾਂ ਉਹਦੇ ਬੱਚੇ 'ਚ ਵੀ ਉਹੀ ਵਾਇਰਸ ਆ ਗਏ। ਇਹ ਲੋਕ ਕਦੀ ਤਰੱਕੀ ਨਹੀਂ ਕਰਨਗੇ ਜੀ। ਇਹਨਾਂ ਲੋਕਾਂ ਨੇ ਨਾ ਸਿਰਫ ਲੋਕਾਂ ਨੂੰ ਗੱਲਾਂ ਕਰਦੇ ਆਇਆ ਵਾ, ਉਹਨਾਂ ਨੇ ਗਾਂ ਤਰੱਕੀ ਕਰੀ ਜਾਣੀ ਆ, ਇਹਨਾਂ ਨੇ ਸਿਰਫ ਉਹਨਾਂ ਨਾਲ ਦੇਖੀ ਜਾਣਾ। ਬੜੀ ਵੱਡੀ ਗੱਲ ਕੀਤੀ ਨਾਜ਼ਰੀਨ। ਤੁਸੀਂ ਸੁਣ ਰਹੇ ਸੀ ਖੁਰਮ ਅੰਸਾਰੀ ਔਰ ਇਹਨਾਂ ਦੇ ਭਾਈ ਨੇ ਫੈਸਲ ਅੰਸਾਰੀ। ਇਹਨਾਂ ਨੇ ਇੱਕ ਬੈਂਡ ਨੂੰ ਬ੍ਰਾਂਡ ਦੀ ਸ਼ਕਲ ਦਿੱਤੀ ਔਰ ਪੂਰੇ ਪਾਕਿਸਤਾਨ ਨਹੀਂ, ਪੂਰੀ ਦੁਨੀਆ ਦੇ ਵਿੱਚ ਦੱਸਿਆ ਮਿਹਨਤ ਕਰਕੇ ਕਿ ਇਹਨਾਂ ਦੇ ਕੰਮ ਦੇ ਵਿੱਚ ਇਹਨਾਂ ਦਾ ਕੋਈ ਸਾਨੀ ਨਹੀਂ। ਔਰ ਦੂਰ ਦੂਰ ਤੱਕ ਅਸੀਂ ਵੇਖਦੇ ਹਾਂ ਬੜੇ ਬੜੇ ਬੈਂਡ ਵਾਲੇ, ਬੜੇ ਬੜੇ ਬੈਂਡ ਇੰਡਸਟਰੀ ਦੇ ਵਿੱਚ ਬੈਂਡ ਪਰਫਾਰਮੈਂਸ ਦੇ ਰਹੇ ਨੇ, ਲੇਕਿਨ ਜੋ ਇਹਨਾਂ ਦੀ ਪਰਫਾਰਮੈਂਸ ਹੈ ਜਾਂ ਜਿਹੜੀ ਇਹਨਾਂ ਦੀ ਮਿਹਨਤ ਹੈ ਔਰ ਕਿਸ ਤਰ੍ਹਾਂ ਇਹਨਾਂ ਨੇ ਕਿਸਮ ਦਾ ਬੜੇ ਛੋਟੇ ਜਿਹੇ ਕੰਮ ਨੂੰ ਇੱਕ ਬਹੁਤ ਵੱਡਾ ਕੰਮ ਬਣਾਇਆ। ਤਾਂ ਹੀ ਮੈਂ ਕਹਿੰਦਾ ਹੁੰਦਾ ਕਿ ਇਨਸਾਨ ਦਾ ਕੰਮ ਛੋਟਾ ਵੱਡਾ ਨਹੀਂ ਹੁੰਦਾ, ਇਨਸਾਨ ਦੀ ਸੋਚ ਛੋਟੀ ਵੱਡੀ ਹੁੰਦੀ ਹੈ, ਜਿਹੜੀ ਤੁਸੀਂ ਕਿਸੇ ਦੇ ਬਾਰੇ ਵੀ ਕਾਇਮ ਕਰ ਲੈਂਦੇ ਹੋ। ਇਸ ਵਾਸਤੇ ਆਪਣੀ ਸੋਚ ਨੂੰ ਓਪਨ ਰੱਖੋ, ਬੜੇ ਵੱਡੇ ਲੈਵਲ ਤੇ ਸੋਚੋ। ਜਦੋਂ ਤੁਸੀਂ ਵੱਡੇ ਲੈਵਲ ਤੇ ਸੋਚੋਗੇ ਤੁਸੀਂ ਵੱਡੇ ਬਣਨੇ ਸ਼ੁਰੂ ਹੋ ਜਾਓਗੇ। ਔਰ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਇਨਸਾਨ ਨੇ ਜੋ ਸੋਚਣਾ ਹੋਣਾ ਉਹੀ ਹੈ। ਅੱਲਾਹ ਤਾਲਾ ਇਸੇ ਵਾਸਤੇ ਕਹਿੰਦਾ ਕੁਰਾਨ ਪਾਕ ਕਿ ਲਈਸਾ ਲਿਲ ਇਨਸਾਨ ਇल्ला मा सआ,
और जिसकी तुम कोशिश करते हो वो चीज तुम्हें दे दी जाती है। अल्लाह ताला ने इसे वास्ते फरमान रखा है ਤੇ ਇਸ ਵਾਸਤੇ ਤੁਸੀਂ ਕੋਸ਼ਿਸ਼ ਕਰੋ। ਤੁਹਾਨੂੰ ਦੁਨੀਆ ਦੀ ਕੋਈ ਤਾਕਤ ਉਸ ਚੀਜ਼ ਤੱਕ ਪਹੁੰਚਣ ਵਾਸਤੇ ਰੋਕ ਨਹੀਂ ਸਕਦੀ। ਦੁਨੀਆ ਦੇ ਵਿੱਚ ਐਸੀ ਤਾਕਤ ਨਹੀਂ। ਇਨਸਾਨ ਜਿਹੜੀ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਕਿ 2 ਹੱਥ 2 ਬਾਜ਼ੂ ਨੇ, ਜਿਨ੍ਹਾਂ ਦੇ ਕੋਲ ਅੱਜ ਪੂਰੀ ਦੁਨੀਆ ਦੇ ਨਿਜ਼ਾਮ ਨੇ, ਉਹ ਵੀ ਇਸੇ ਤਰ੍ਹਾਂ ਦੇ ਇਨਸਾਨ ਨੇ। ਤੇ ਇਨਸਾਨ ਸਿਰਫ ਮਿਹਨਤ ਕਰੇ, ਹਸਦ ਨਾ ਕਰੇ, ਨਫ਼ਰਤ ਨਾ ਕਰੇ ਔਰ ਕਿਸੇ ਦੇ ਬਾਰੇ ਵੀ ਕੋਈ ਗਲਤ ਰਾਏ ਕਾਇਮ ਨਾ ਕਰੇ। ਦੇਖੋ ਅੱਜ ਜਿਸ ਤਰ੍ਹਾਂ ਜਿਸ ਮਿਹਨਤ ਨਾਲ ਜਾਂ ਜਿਸ ਕੁਰਬਾਨੀਆਂ ਜਾਂ ਜਿਸ ਜਦੋਜਹਿਦ ਤੋਂ ਇਹਨਾਂ ਦੀ ਜ਼ਿੰਦਗੀ ਗੁਜ਼ਰੀ ਹੈ, ਜਿਸ ਤਰ੍ਹਾਂ ਇਹਨਾਂ ਨੇ ਕਸ਼ਟ ਕੱਟਿਆ, ਖੁਦਾ ਨਾ ਕਰੇ ਕਿ ਕਿਸੇ ਹੋਰ ਨੂੰ ਕੱਟਣਾ ਪਵੇ। ਆਪਣਾ ਫੋਕਸ ਸਿਰਫ ਮਿਹਨਤ ਤੇ ਰੱਖੋ, ਤਾਂ ਹੀ ਤੁਸੀਂ ਆਪਣੇ ਜਿਵੇਂ ਕਹਿੰਦੇ ਨਾ ਕਿ ਇੱਕ ਬੈਂਡ ਨੂੰ ਵੀ ਬ੍ਰਾਂਡ ਬਣਾ ਸਕਦੇ ਹੋ ਜਾਂ ਆਪਣੇ ਛੋਟੇ ਜਿਹੇ ਕੰਮ ਨੂੰ ਵੀ ਬਹੁਤ ਵੱਡਾ ਕੰਮ ਬਣਾ ਸਕਦੇ ਹੋ। ਉਮੀਦ ਕਰਦੇ ਹਾਂ ਅੱਜ ਦਾ ਪੋਡਕਾਸਟ ਤੁਹਾਨੂੰ ਪਸੰਦ ਆਏਗਾ। ਅਗਲੇ ਪ੍ਰੋਗਰਾਮ ਤੇ ਸਰਦਾਰ ਅਮੀਨ ਜਤੋਈ ਨੂੰ ਦਿਓ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।